हाँ जी, ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਸ ਨੂੰ ਵੈਰੀ ਗੁੱਡ ਮਾਰਨਿੰਗ, ਗੁੱਡ ਨੂਨ ਐਕਚੁਅਲੀ। ਸੋ ਜਿਵੇਂ ਕਿ ਸਾਨੂੰ ਪਤਾ ਕਿ ਅਸੀਂ ਆਪਣੀ ਕਲਾਸ ਦੇ ਵਿੱਚ ਆਪਣਾ ਪਹਿਲਾ ਟੌਪਿਕ ਕੰਪਲੀਟ ਕਰ ਚੁੱਕੇ ਹਾਂ, ਜੋ ਕਿ ਸਾਡੇ ਭਾਰਤੀ ਸੰਵਿਧਾਨ ਦੇ ਇਤਿਹਾਸਿਕ ਪਿਛੋਕੜ ਦੇ ਨਾਲ ਸੰਬੰਧਿਤ ਸੀ। ਐਜ਼ ਆਈ ਪ੍ਰੋਮਿਸਡ, ਜਿਵੇਂ ਕਿ ਮੈਂ ਵਾਅਦਾ ਕੀਤਾ ਸੀ ਕਿ ਹਰ ਟੌਪਿਕ ਦੇ ਬਾਅਦ ਆਪਾਂ MCQ ਕਰਨੇ ਹੀ ਕਰਨੇ ਨੇ, ਕਿਉਂਕਿ ਕਿਸੇ ਵੀ ਟੌਪਿਕ ਦੇ ਉੱਪਰ ਉਦੋਂ ਕਮਾਂਡ ਬਣ ਸਕਦੀ ਹੈ ਜਦੋਂ ਉਹਦੇ MCQ ਦਾ ਸੋਲਿਊਸ਼ਨ ਪਤਾ ਹੋਵੇ, ਜਾਂ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਸਵਾਲ ਨੂੰ ਪੇਪਰ ਦੇ ਵਿੱਚ ਹੱਲ ਕਰਨਾ ਹੈ, ਇਹ ਤੁਹਾਨੂੰ ਇਸ ਚੀਜ਼ ਦੀ ਪ੍ਰੈਕਟਿਸ ਦੇ ਨਾਲ ਪਤਾ ਚੱਲੂਗਾ। ਥਿਊਰੀ ਬਹੁਤ ਇੰਪੋਰਟੈਂਟ ਹੈ, ਡੈਫੀਨਿਟਲੀ ਥਿਊਰੀ ਆਪਾਂ ਕਰਨੀ ਹੁੰਦੀ ਆ, ਬਟ ਕਿਤੇ ਨਾ ਕਿਤੇ MCQs ਉਨੇ ਹੀ ਇਕੁਅਲੀ ਇੰਪੋਰਟੈਂਟ ਨੇ, ਕਿਉਂਕਿ ਸਾਡੇ ਪੇਪਰ ਦਾ ਪੈਟਰਨ ਹੈ ਜਿਹੜਾ ਉਹ MCQ ਹੈ। ਤਾਂ ਕਰਕੇ ਆਪਾਂ ਅੱਜ ਆਪਣੇ ਪਹਿਲੇ ਚੈਪਟਰ ਦੇ MCQ ਹੱਲ ਕਰਾਂਗੇ। ਸੋ ਜੇ ਆਪਾਂ ਫਸਟ ਕੁਐਸਚਨ ਦੇਖੀਏ ਜੀ, ਬ੍ਰਿਟਿਸ਼ ਪਾਰਲੀਮੈਂਟ ਦੇ ਕਿਹੜੇ ਐਕਟ ਨੇ ਭਾਰਤ ਵਿੱਚ ਵਪਾਰ ਉੱਤੇ ਈਸਟ ਇੰਡੀਆ ਕੰਪਨੀ ਦੇ ਇੱਕ ਅਧਿਕਾਰ ਨੂੰ ਖਤਮ ਕੀਤਾ? ਹੁਣ ਆਪਾਂ ਕੱਲ ਆਪਣੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਈਸਟ ਇੰਡੀਆ ਕੰਪਨੀ ਦੀ, ਈਸਟ ਇੰਡੀਆ ਕੰਪਨੀ ਦਾ ਪ੍ਰੋਪਰ ਤਰੀਕੇ ਦੇ ਨਾਲ ਵਪਾਰ ਦੇ ਉੱਪਰ ਮੋਨੋਪੋਲੀ ਸੀ। ਵਪਾਰ ਦੇ ਉੱਪਰ ਮੋਨੋਪੋਲੀ ਦਾ ਮਤਲਬ ਕੀ ਹੈ? ਵੀ ਕੋਈ ਵੀ ਇੰਗਲੈਂਡ ਦੇ ਵਿੱਚੋਂ ਕਿਸੇ ਵੀ ਕੰਪਨੀ ਨੂੰ ਆ ਕੇ ਭਾਰਤ ਦੇ ਵਿੱਚ ਵਪਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ, ਕਿਉਂਕਿ ਇੰਗਲੈਂਡ ਵਿੱਚੋਂ ਆਲਰੇਡੀ ਕਿਹੜੀ ਕੰਪਨੀ ਆਈ ਹੋਈ ਸੀ? ਇੰਡੀਆ ਕੰਪਨੀ ਆਈ ਹੋਈ ਸੀ। ਸੋ ਇਸ ਤੋਂ ਬਿਨਾਂ ਕੋਈ ਵੀ ਪ੍ਰਾਈਵੇਟ ਕੰਪਨੀ, ਕੋਈ ਵੀ ਸਰਕਾਰੀ ਕੰਪਨੀ ਇੰਗਲੈਂਡ ਦੇ ਵਿੱਚੋਂ ਆ ਕੇ ਭਾਰਤ ਦੇ ਵਿੱਚ ਵਪਾਰ ਨਹੀਂ ਕਰ ਸਕਦੀ ਸੀ। ਇਹਨੂੰ ਬੋਲਦੇ ਆ ਆਪਾਂ ਮੋਨੋਪੋਲੀ, ਮਤਲਬ ਇੱਕ ਚੀਜ਼ ਦੇ ਉੱਪਰ ਹੋਲਡ ਹੋਣਾ ਪ੍ਰੋਪਰਲੀ, ਹਨਾ। ਪਰ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਪਤਾ ਵੀ ਜਦੋਂ ਗੱਲ ਵਿਗੜੀ, ਈਸਟ ਇੰਡੀਆ ਕੰਪਨੀ ਤੇ ਬ੍ਰਿਟਿਸ਼ ਗਵਰਨਮੈਂਟ ਦੇ ਵਿਚਕਾਰ ਜਦੋਂ ਸਹਿਮਤੀ ਨਾ ਬਣੀ, ਜਾਂ ਕਿਤੇ ਨਾ ਕਿਤੇ ਬ੍ਰਿਟਿਸ਼ ਗਵਰਨਮੈਂਟ ਈਸਟ ਇੰਡੀਆ ਕੰਪਨੀ ਦੀ ਪਾਵਰ ਲੈਣਾ ਚਾਹੁੰਦੀ ਸੀ, ਤਾਂ ਹੌਲੀ ਹੌਲੀ ਉਹਨੇ ਆਪਣੀ ਪਾਵਰ ਜਿਹੜੀ ਹੈ ਉਹ ਦਿਖਾਉਣੀ ਸ਼ੁਰੂ ਕੀਤੀ ਔਰ ਈਸਟ ਇੰਡੀਆ ਕੰਪਨੀ ਦੀ ਪਾਵਰ ਜਿਹੜੀ ਹੈ ਉਹ ਖਤਮ ਕਰਨੀ ਸ਼ੁਰੂ। ਸੋ ਆਪਾਂ ਕੱਲ ਕਲਾਸ ਦੇ ਵਿੱਚ ਕੰਪਲੀਟਲੀ ਦੋ ਤਰੀਕੇ ਦੇ ਨਾਲ ਪੜਿਆ ਸੀਗਾ ਕਿ ਜਦੋਂ ਸਾਡੇ ਦੇਸ਼ ਦੇ ਵਿੱਚ 1813 ਦਾ ਐਕਟ ਆਉਂਦਾ ਹੈਗਾ, ਜਦੋਂ ਸਾਡੇ ਦੇਸ਼ ਦੇ ਵਿੱਚ 1813 ਦਾ ਐਕਟ ਆਉਂਦਾ ਹੈਗਾ, ਤਾਂ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਖਤਮ ਕਰ ਦਿੱਤੀ ਜਾਂਦੀ ਹੈ। ਪਰ ਇੱਕ ਪੁਆਇੰਟ ਅਸੀਂ ਉਹਦੇ ਨਾਲ ਪੜਿਆ ਸੀਗਾ ਕਿ ਇਹਨੂੰ ਛੱਡ ਕੇ, ਚਾਈਨਾ ਦੇ ਨਾਲ ਵਪਾਰ ਨੂੰ ਛੱਡ ਕੇ, ਔਰ ਦੂਸਰਾ ਕਿਹੜੇ ਵਪਾਰ ਨੂੰ ਛੱਡ ਕੇ? ਚਾਹ ਦੇ ਵਪਾਰ ਨੂੰ ਛੱਡ ਕੇ। ਪਰ ਜਦੋਂ ਤੁਸੀਂ ਕੰਪਲੀਟ ਮੋਨੋਪੋਲੀ ਦੀ ਗੱਲ ਕਰਦੇ ਹੋ ਵੀ ਹੁਣ ਚਾਹ ਦਾ ਵਪਾਰ ਤੇ ਚਾਈਨਾ ਨਾਲ ਵਪਾਰ ਵੀ ਜਿਹੜਾ ਹੈਗਾ ਉਹ ਵੀ ਖਤਮ ਕਰ ਦਿੱਤਾ ਗਿਆ, ਉਹ ਚੀਜ਼ ਅਸੀਂ ਕਿਹੜੇ ਐਕਟ ਦੇ ਵਿੱਚ ਪੜ੍ਹੀ ਸੀ? 1833 ਦੇ ਐਕਟ ਦੇ ਵਿੱਚ ਪੜ੍ਹੀ ਸੀ। ਪਰ ਅਕੋਰਡਿੰਗ ਟੂ ਆਪਸ਼ਨ ਜੇ ਆਪਾਂ ਚੱਲੀਏ, ਜਿਹੜਾ ਆਪਾਂ ਨੂੰ ਪੇਪਰ ਦੇ ਵਿੱਚ ਜਾਂ ਜਿਹੜਾ ਆਪਾਂ ਨੂੰ ਕੁਐਸਚਨ ਦੇ ਵਿੱਚ ਆਪਸ਼ਨ ਦਿੱਤੇ ਹੋਏ ਨੇ, ਦੇਖੋ ਰੈਗੂਲੇਟਿੰਗ ਐਕਟ ਹੈ ਹੀ ਨਹੀਂ ਸਕਦਾ, ਪਿਟਸ ਇੰਡੀਆ ਐਕਟ ਹੋ ਹੀ ਨਹੀਂ ਸਕਦਾ, ਚਾਰਟਰ ਐਕਟ ਆਫ 1813, ਜੇ ਤਾਂ ਹੁਣ ਤੁਹਾਨੂੰ ਆਪਸ਼ਨ ਦੇ ਵਿੱਚ 1833 ਪ੍ਰੈਜ਼ੈਂਟ ਹੈ, ਫਿਰ ਤਾਂ ਤੁਹਾਡਾ ਡੈਫੀਨਿਟਲੀ 1833 ਹੀ ਆਨਸਰ ਹੋਵੇਗਾ। ਪਰ ਜੇ ਤੁਹਾਨੂੰ 1833 ਪ੍ਰੈਜ਼ੈਂਟ ਨਹੀਂ ਹੈਗਾ, ਤਾਂ ਸਾਨੂੰ ਪਤਾ ਵੀ ਇੱਕ ਹਿਸਾਬ ਨਾਲ ਪਹਿਲਾ ਜਿਹੜਾ ਸਟੈਪ ਚੱਕਿਆ ਗਿਆ ਸੀ ਮੋਨੋਪੋਲੀ ਖਤਮ ਕਰਨ ਵਾਲਾ, ਇੱਕ ਅਧਿਕਾਰ ਖਤਮ ਕਰਨ ਵਾਲਾ, ਉਹ 1813 ਦੇ ਵਿੱਚ ਵੀ ਚੱਕਿਆ ਗਿਆ ਸੀ। ਸੋ ਦੋਵਾਂ ਚੀਜ਼ਾਂ ਦਾ ਧਿਆਨ ਰੱਖਣਾ, ਜੇ 1833 ਆਪਸ਼ਨ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈ ਤਾਂ 1813 ਵਿਲ ਬੀ ਦਾ ਆਨਸਰ। ਠੀਕ ਹੈ, ਸੋ ਆਪਣਾ ਆਨਸਰ ਕਿਹੜਾ ਆ ਗਿਆ? ਸੀ ਆਪਸ਼ਨ ਆ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ, ਨੈਕਸਟ ਕੁਐਸਚਨ ਕੀ ਕਹਿ ਰਿਹਾ? ਇਨ ਵਿਚ ਆਫ ਦਾ ਫੋਲੋਇੰਗ ਐਕਟ, ਕਹਿੰਦੇ ਹੇਠ ਲਿਖੇ ਐਕਟਾਂ ਵਿੱਚੋਂ ਕਲਕੱਤਾ ਵਿਖੇ ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਦੇ ਤਹਿਤ ਕੀਤੀ ਗਈ ਹੈ? ਤਾਂ ਇਹ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਹੈ, ਇੰਨਾ ਕੁ ਆਸਾਨ ਕੁਐਸਚਨ ਆ, ਅਸੀਂ ਇੰਨੇ ਵਾਰੀ ਕਵਰ ਕਰ ਚੁੱਕੇ ਹਾਂ ਵੀ ਭਾਈ ਸਾਡੇ ਦੇਸ਼ ਦੇ ਵਿੱਚ ਪਹਿਲਾ ਐਕਟ ਆਇਆ, ਕਿਹੜਾ ਐਕਟ ਆਇਆ? ਰੈਗੂਲੇਟਿੰਗ ਐਕਟ 1773, ਜਿਹਦੇ ਤਹਿਤ ਬ੍ਰਿਟਿਸ਼ ਗਵਰਨਮੈਂਟ ਨੇ ਕੰਪਨੀ, ਈਸਟ ਇੰਡੀਆ ਕੰਪਨੀ ਦੀ ਪਾਵਰ ਨੂੰ ਕੰਟਰੋਲ ਤੇ ਰੈਗੂਲੇਟ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਵਾਸਤੇ ਪਹਿਲਾ ਕਦਮ ਚੁੱਕਿਆ ਗਿਆ ਵੀ ਜਿਹੜਾ ਬੰਗਾਲ ਦਾ ਗਵਰਨਰ ਸੀ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਬਣਾ ਦਿੱਤਾ ਗਿਆ, ਔਰ ਦੂਸਰਾ ਇੰਪੋਰਟੈਂਟ ਕਦਮ ਚੱਕਿਆ ਗਿਆ ਕਿ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ, ਸਰਵਉੱਚ ਅਦਾਲਤ ਦੀ ਵਿਵਸਥਾ ਕੀਤੀ ਗਈ। ਇਹ ਅੱਜ ਵਾਲੀ ਸੁਪਰੀਮ ਕੋਰਟ ਦੇ ਵਰਗੀ ਹੀ ਸੁਪਰੀਮ ਕੋਰਟ ਸੀ, ਮਤਲਬ ਸਾਡੇ ਦੇਸ਼ ਦੇ ਵਿੱਚ ਪਹਿਲੀ ਵਾਰੀ ਲਾਅ ਮੇਕਿੰਗ ਜਾਂ ਕਾਨੂੰਨ ਦੇ ਤਰੀਕੇ ਦੀ ਕੋਈ ਬਾਡੀ ਜਿਹੜੀ ਹੈਗੀ ਆ ਉਹ ਲਿਆਂਦੀ ਗਈ। ਸੋ ਉਹਦੇ ਵਿੱਚ 1+3 ਦਾ ਕੰਬੀਨੇਸ਼ਨ ਸੀ, ਟੋਟਲ 4 ਜੱਜ ਸੀ, ਇੱਕ ਚੀਫ ਜਸਟਿਸ ਆਫ ਇੰਡੀਆ, 3 ਜਿਹੜੇ ਹੈਗੇ ਉਹ ਬਾਕੀ ਦੇ ਜੱਜ ਨੇ। ਜਿਵੇਂ ਕਿ ਸਾਡੇ ਪ੍ਰੈਜ਼ੈਂਟ ਹੋ ਰਿਹਾ, ਸਾਡੇ ਦੇਸ਼ ਦੇ ਵਿੱਚ ਪ੍ਰੈਜ਼ੈਂਟ ਵੀ ਇੱਕ ਚੀਫ ਜਸਟਿਸ ਆਫ ਇੰਡੀਆ, ਬਾਕੀ ਦੇ ਜੱਜ ਨੇ, ਉਦੋਂ ਤੋਂ ਹੀ ਇਹ ਪ੍ਰੋਸੈਸ ਹੈ ਜਿਹੜਾ ਉਹ ਚੱਲਿਆ ਆ ਰਿਹਾ ਹੈਗਾ। ਸੋ ਡੈਫੀਨਿਟਲੀ ਸਾਡਾ ਆਨਸਰ ਆਊਗਾ ਰੈਗੂਲੇਟਿੰਗ ਐਕਟ 1773। ਔਰ ਜੇ ਆਪਾਂ ਨੂੰ ਸਾਲ ਪੁੱਛਿਆ ਹੁੰਦਾ ਕਿ ਭਾਰਤ ਵਿੱਚ ਪਹਿਲੀ ਵਾਰੀ ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਸਾਲ ਹੋਈ, ਤਾਂ ਸਾਲ ਸਾਡਾ ਆਨਸਰ ਕਿੰਨਾ ਹੋਣਾ ਸੀ ਜੀ? 1774। ਔਰ ਜੇ ਸਾਨੂੰ ਜਗ੍ਹਾ ਪੁੱਛੀ ਕਿੱਥੇ ਹੋਈ ਹੈ ਸਾਡੀ ਸੁਪਰੀਮ ਕੋਰਟ ਪਹਿਲੀ ਸਥਾਪਿਤ? ਕਲਕੱਤਾ ਵਿਖੇ ਹੋਈ ਹੈ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਜੇ ਸਾਡੀ ਪਹਿਲੀ ਹਾਈ ਕੋਰਟ ਦਾ ਕੁਐਸਚਨ ਵੀ ਆਉਂਦਾ, ਉਹ ਵੀ ਜਿਵੇਂ ਕਿ ਮੈਂ ਆਪਾਂ ਕੱਲ YouTube ਦੇ ਉੱਪਰ ਡਿਸਕਸ ਕੀਤਾ ਸੀਗਾ, ਉਹ ਵੀ ਜਿਹੜਾ ਕੁਐਸਚਨ ਹੈ ਉਹ ਕਲਕੱਤਾ ਹੀ ਪਹਿਲਾ ਜਗ੍ਹਾ ਸੀ ਜਿੱਥੇ ਕਿ ਸਾਡੇ ਦੇਸ਼ ਦੀ ਹਾਈ ਕੋਰਟ ਹੈ ਜਿਹੜੀ ਉਹ ਕੀ ਹੋਈ ਸੀ? ਸਥਾਪਿਤ ਕੀਤੀ ਗਈ ਸੀ, ਜਾਂ ਸਾਡੇ ਦੇਸ਼ ਦੀ ਹਾਈ ਕੋਰਟ ਜਿਹੜੀ ਹੈ ਉਹ ਸਟੈਬਲਿਸ਼ ਹੋਈ ਸੀ।
ਅਗਲਾ ਪੁਆਇੰਟ ਹੈ ਜੀ ਬਾय ਵਿਚ ਵਨ ਆਫ ਦਾ ਫੋਲੋਇੰਗ ਐਕਟ ਵਾਸ ਦਾ ਫੈਡਰਲ ਕੋਰਟ ਇਨ ਇੰਡੀਆ ਕ੍ਰੀਏਟਡ। ਹੁਣ ਦੇਖੋ ਮੈਂ ਤੁਹਾਡੇ ਕਲਾਸ ਦੇ ਵਿੱਚ ਇੱਕ ਪੁਆਇੰਟ ਆਪਾਂ ਨੇ ਡਿਸਕਸ ਕੀਤਾ ਸੀ ਕਿ ਕਿਤੇ ਵੀ ਤੁਸੀਂ ਸ਼ਬਦ ਦੇਖਦੇ ਹੋ ਨਾ ਫੈਡਰਲ, ਕਿਤੇ ਵੀ ਤੁਸੀਂ ਸ਼ਬਦ ਦੇਖਦੇ ਹੋ ਫੈਡਰਲ, ਚਾਹੇ ਫੈਡਰਲ ਕੋਰਟ ਆ ਗਿਆ, ਚਾਹੇ ਆਲ ਇੰਡੀਆ ਫੈਡਰੇਸ਼ਨ ਆ ਗਿਆ, ਚਾਹੇ ਫੈਡਰਲ ਬੈਂਕ ਆ ਗਿਆ, ਇਹ ਤਿੰਨੋਂ ਹੀ ਫੈਡਰਲ ਦਾ ਆਨਸਰ ਜਿਹੜਾ ਹੈਗਾ ਉਹ ਸਾਡਾ 1935 ਵਾਲਾ ਐਕਟ ਆਊਗਾ। ਅਸਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੱਕ ਜ਼ਬਰਦਸਤ ਐਕਟ ਆਇਆ ਜਿਹਨੂੰ ਅਸੀਂ ਭਾਰਤ ਸਰਕਾਰ ਐਕਟ 1935 ਦੇ ਨਾਮ ਨਾਲ ਜਾਣਦੇ ਹਾਂ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗਵਰਨਮੈਂਟ ਆਫ ਇੰਡੀਆ ਐਕਟ 1935। ਇਸ 1935 ਦੇ ਐਕਟ ਨੂੰ ਕਿਹਾ ਜਾਂਦਾ ਵੀ ਅੱਗੇ ਜਾ ਕੇ ਭਾਰਤੀ ਸੰਵਿਧਾਨ ਦਾ ਆਧਾਰ ਬਣਿਆ। ਆਪਾਂ ਕਲਾਸ ਵੀ ਡਿਸਕਸ ਕੀਤਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਣ ਵਾਲਾ ਸੋਰਸ ਕਿਹੜਾ ਹੈਗਾ, ਤਾਂ ਸਾਡਾ ਆਨਸਰ ਆਊਗਾ 1935 ਦਾ ਐਕਟ। ਜਾਂ ਕਈ ਵਾਰੀ ਅਸੀਂ ਕੁਐਸਚਨ ਪੜ੍ਹਦੇ ਹਾਂ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਨਫਲੂਐਂਸ਼ੀਅਲ ਐਕਟ ਸੀਗਾ ਉਹ ਕਿਹੜਾ ਸੀ, ਤਾਂ ਸਾਡਾ ਆਨਸਰ ਆਊਗਾ 1935 ਦਾ ਐਕਟ। ਔਰ ਇੱਕ ਬਹੁਤ ਇੰਪੋਰਟੈਂਟ ਚੀਜ਼ ਹੋਰ ਦੱਸਦੀ ਹਾਂ, 1935 ਦਾ ਐਕਟ ਬ੍ਰਿਟਿਸ਼ ਗਵਰਨਮੈਂਟ ਵੱਲੋਂ, ਬ੍ਰਿਟਿਸ਼ ਸਰਕਾਰ ਵੱਲੋਂ ਰੱਖਿਆ ਗਿਆ ਅੱਜ ਤੱਕ ਦਾ ਸਭ ਤੋਂ ਲੈਂਥੀਐਸਟ, ਸਭ ਤੋਂ ਵੱਡਾ ਐਕਟ ਸੀ। ਮਤਲਬ ਇਸ ਤੋਂ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਨੇ ਕੋਈ ਇੰਨੀਆਂ ਜ਼ਿਆਦਾ ਪ੍ਰੋਵੀਜ਼ਨ ਵਾਲਾ ਐਕਟ ਕਦੇ ਨਹੀਂ ਰੱਖਿਆ ਸੀ। ਸੋ 1935 ਦਾ ਐਕਟ ਸਾਡੇ ਪੇਪਰ ਦੇ ਪੁਆਇੰਟ ਆਫ View ਤੋਂ ਕਾਫੀ ਇੰਪੋਰਟੈਂਟ ਹੈ। ਸੋ ਆਪਾਂ ਨੂੰ ਸਵਾਲ ਕੀ ਪੁੱਛਿਆ ਗਿਆ ਕਿ ਫੈਡਰਲ ਕੋਰਟ, ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਫੈਡਰਲ ਕੋਰਟ ਦਾ ਮਤਲਬ ਕੀ ਹੈ, ਸੁਪਰੀਮ ਕੋਰਟ। ਫੈਡਰਲ ਕੋਰਟ ਦਾ ਮਤਲਬ ਕੀ ਹੈ, ਸੁਪਰੀਮ ਕੋਰਟ, ਜਿਹੜੀ ਅੱਗੇ ਜਾ ਕੇ ਆਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਦਾ ਦੁਬਾਰਾ ਨਾਂ ਲਊਗੀ, ਉਹਨੂੰ ਹੀ ਅਸੀਂ ਕਿਹੜੇ ਨਾਮ ਨਾਲ ਜਾਣਦੇ ਹਾਂ, ਫੈਡਰਲ ਕੋਰਟ ਦੇ ਨਾਮ ਨਾਲ ਜਾਣਦੇ ਹਾਂ, ਜੋ ਕਿ ਸਾਡੇ ਦੇਸ਼ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਆਈ ਹੈ। ਔਰ ਜੇ ਆਪਾਂ ਆਪਸ਼ਨ ਦੇਖੀਏ ਤਾਂ ਆਪਣੇ ਕੋਲੇ ਆਪਸ਼ਨ ਜਿਹੜਾ ਹੈ ਪ੍ਰੈਜ਼ੈਂਟ ਹੈ ਡੀ, ਵਿਚ ਇਜ਼ ਨਨ ਆਫ ਦਾ ਅਬਵ, ਕਿ ਉੱਪਰਲੇ ਐਕਟਾਂ ਦੇ ਵਿੱਚੋਂ ਕੋਈ ਨਹੀਂ। ਔਰ ਇਸ ਤਰੀਕੇ ਦੇ ਆਪਸ਼ਨ ਨੂੰ ਧਿਆਨ ਨਾਲ ਦੇਖਣਾ ਹੈ। ਕਈ ਵਾਰੀ ਅਸੀਂ ਇਹ ਆਪਸ਼ਨ ਦੇਖ ਲੈਂਦੇ ਹਾਂ ਔਰ ਅਸੀਂ ਘਬਰਾ ਜਾਂਦੇ ਹਾਂ ਵੀ ਆਪਸ਼ਨ ਹੀ ਨਹੀਂ ਹੈਗਾ, ਤਾਂ ਲਾਸਟ ਆਪਸ਼ਨ ਵੀ ਤਾਂ ਦੇਖਣਾ ਨਾ ਕਿ ਨਨ ਆਫ ਦਾ ਅਬਵ ਦਾ ਮਤਲਬ ਹੈ ਇਹਨੂੰ ਉੱਪਰ ਦਿੱਤਿਆਂ ਚੋਂ ਕੋਈ ਵੀ ਨਹੀਂ ਹੈਗਾ, ਮਤਲਬ ਕੋਈ ਹੋਰ ਆਨਸਰ ਹੈ। ਠੀਕ ਹੈ, ਸੋ ਫੈਡਰਲ ਜਿਹੜਾ ਕੋਰਟ ਹੈ ਇਹਨੂੰ ਸਥਾਪਿਤ ਕੀਤਾ ਗਿਆ ਸੀ 1935 ਦੇ ਐਕਟ ਦੇ ਨਾਲ। ਪਰ ਈਅਰ ਆਪਾਂ ਸਾਰੇ ਬੱਚਿਆਂ ਨੇ ਕਲਾਸ ਦੇ ਵਿੱਚ ਕੀਤਾ ਹੈਗਾ, ਜਿਹੜੇ ਸਾਲ ਦੇ ਵਿੱਚ ਫੈਡਰਲ ਕੋਰਟ ਸਥਾਪਿਤ ਕੀਤੀ ਗਈ ਆ ਉਹ ਕਿਹੜੀ ਹੈ, 1937। ਇਹ ਚੀਜ਼ ਵੀ ਯਾਦ ਰੱਖਣੀ ਆ, 1937 ਦੇ ਵਿੱਚ ਆਪਾਂ ਨੇ ਸਾਡੇ ਦੇਸ਼ ਦੇ ਵਿੱਚ ਫੈਡਰਲ ਕੋਰਟ ਸਥਾਪਿਤ ਕੀਤੀ। ਐਕਟ ਕਿਹੜਾ ਸੀ, 1935 ਦਾ ਐਕਟ ਸੀ। ਦੋਵੇਂ ਚੀਜ਼ਾਂ ਦੁਬਾਰਾ ਫਿਰ ਯਾਦ ਰੱਖਣਾ, ਆਲ ਇੰਡੀਆ ਫੈਡਰੇਸ਼ਨ ਹੋ ਗਿਆ, ਫੈਡਰਲ ਬੈਂਕ ਹੋ ਗਿਆ, ਜਾਂ ਫਿਰ ਫੈਡਰਲ ਕੋਰਟ ਹੋਗੀ, ਜਾਂ ਫੈਡਰਲ ਨਾਂ ਦੀ ਕੋਈ ਵੀ ਚੀਜ਼ ਹੋਗੀ, ਤਾਂ ਉਹਦਾ ਆਲਵੇਜ਼ ਆਨਸਰ ਕੀ ਹੋਊਗਾ, ਗਵਰਨਮੈਂਟ ਆਫ ਇੰਡੀਆ ਐਕਟ 1935 ਹੋਊਗਾ। ਚਲੋ ਜੀ ਅਗਲਾ ਸਵਾਲ, ਦਾ ਫੈਡਰਲ ਕੋਰਟ ਆਫ ਇੰਡੀਆ ਵਾਸ ਐਸਟੈਬਲਿਸ਼ਡ ਇਨ ਵਿਚ ਆਫ ਦਾ ਫੋਲੋਇੰਗ ਈਅਰ। ਕਿੰਨਾ ਆਸਾਨ ਹੈ, ਐਕਟ ਸਾਨੂੰ ਸਾਰਿਆਂ ਨੂੰ ਯਾਦ ਹੋ ਗਿਆ ਕਿ 1935 ਦੇ ਐਕਟ ਦੇ ਨਾਲ ਸਾਡੇ ਦੇਸ਼ ਦੇ ਵਿੱਚ ਫੈਡਰਲ ਕੋਰਟ ਆਈ। ਔਰ ਇਸ ਤੋਂ ਬਿਨਾ ਅਸੀਂ ਸਾਲ ਪੜ੍ਹ ਚੁੱਕੇ ਹਾਂ ਕਿ 1937 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਫੈਡਰਲ ਕੋਰਟ ਆਈ। ਹੁਣ ਕਈ ਵਾਰੀ ਪੇਪਰ ਦੇ ਵਿੱਚ ਅਸੀਂ ਇਸ ਪੁਆਇੰਟ ਨੂੰ ਧਿਆਨ ਨਾਲ ਨਹੀਂ ਦੇਖ ਪਾਉਂਦੇ, ਧਿਆਨ ਨਾਲ ਨਹੀਂ ਕੈਲਕੂਲੇਟ ਕਰ ਪਾਉਂਦੇ, ਅਸੀਂ ਜਲਦੀ ਜਲਦੀ ਦੇ ਵਿੱਚ 1935 ਆਪਸ਼ਨ ਲਗਾ ਆਉਨੇ ਆ ਕਿਉਂਕਿ ਐਗਜ਼ਾਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ। ਐਕਟ ਪੁੱਛਿਆ ਤਾਂ 1935 ਆਊਗਾ, ਈਅਰ ਪੁੱਛਿਆ ਤਾਂ 1937 ਆਊਗਾ। ਇਸ ਪੁਆਇੰਟ ਦਾ ਬਿਲਕੁਲ ਖਿਆਲ ਰੱਖਣਾ ਹੈ। ਅਗਲਾ ਪੁਆਇੰਟ ਹੈ ਜੀ, ਮੈਨੂੰ ਜ਼ੂਮ ਕਰਦਾ ਥੋੜਾ ਜਿਹਾ, ਠੀਕ ਹੈ, ਜ਼ੂਮ ਕਰਕੇ ਆਪਾਂ ਇਹਨੂੰ ਦੇਖਦੇ ਹਾਂ, ਕਾਫੀ ਇੰਪੋਰਟੈਂਟ ਆ। ਇਸ ਤਰੀਕੇ ਦੇ ਕੁਐਸਚਨ ਜਿਹੜੇ ਹੈਗੇ ਨੇ ਤੁਹਾਨੂੰ ਕਾਫੀ ਜ਼ਿਆਦਾ ਕਨਫਿਊਜ਼ ਕਰਨਗੇ। ਹਾਂਜੀ, ਜੇ ਆਪਾਂ ਕੁਐਸਚਨ ਦੇਖੀਏ ਇਹਦੇ ਵਿੱਚ ਆਪਣੇ ਕੋਲੇ 4 ਪ੍ਰੋਵੀਜ਼ਨ ਦਿੱਤੇ ਗਏ ਨੇ। ਇਹਨਾਂ ਪ੍ਰੋਵੀਜ਼ਨਸ ਨੂੰ ਆਪਾਂ ਮੈਚ ਕਰਨਾ ਕਿ ਕਿਹੜੀ ਚੀਜ਼ ਕਿਹੜੇ ਐਕਟ ਦੇ ਨਾਲ ਇੰਟਰੋਡਿਊਸ ਕਰਾਈ ਗਈ ਹੈ। ਇਹ ਐਂ ਜੇ ਠੀਕ ਆ ਹਨਾ, ਕਿਹੜੀ ਚੀਜ਼ ਕਿਹੜੇ ਐਕਟ ਦੇ ਨਾਲ ਇੰਟਰੋਡਿਊਸ ਕਰਾਈ ਗਈ ਹੈ। ਸਭ ਤੋਂ ਪਹਿਲਾ ਆਪਸ਼ਨ ਹੈ ਕਿ ਸਾਡੇ ਦੇਸ਼ ਦੇ ਵਿੱਚ ਬੋਰਡ ਆਫ ਕੰਟਰੋਲ, ਆਪਾਂ ਨੇ ਸਾਰਿਆਂ ਨੇ ਇਹ ਚੀਜ਼ ਕਲਾਸ ਦੇ ਵਿੱਚ ਪੜ੍ਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰ ਦੋ ਬਾਡੀਜ਼ ਬਣਾ ਦਿੱਤੀਆਂ ਗਈਆਂ ਸੀ। ਵੈਰੀ ਫੇਮਸ ਐਕਟ ਕਿਹੜਾ ਜੀ, ਪਿਟਸ ਇੰਡੀਆ ਐਕਟ। ਪਿਟਸ ਇੰਡੀਆ ਐਕਟ ਸਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ। ਪਿਟਸ ਇੰਡੀਆ ਐਕਟ 1984 ਦੇ ਤਹਿਤ, ਪਿਟਸ ਇੰਡੀਆ ਐਕਟ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ, ਵਿਲੀਅਮ ਪਿਟ, ਜਿਹਦੇ ਨਾਮ ਤੇ ਇਹਦਾ ਐਕਟ ਦਾ ਨਾਮ ਪਿਆ ਹੈਗਾ। ਇਸ ਐਕਟ ਦੇ ਤਹਿਤ ਸਾਡੇ ਦੇਸ਼ ਦੇ ਵਿੱਚ ਦੋ ਬਾਡੀਜ਼ ਕ੍ਰੀਏਟ ਕਰ ਦਿੱਤੀਆਂ ਗਈਆਂ, ਇੱਕ ਬੋਰਡ ਆਫ ਕੰਟਰੋਲ ਬਣਾਇਆ ਗਿਆ, ਇੱਕ ਕੋਰਟ ਆਫ ਡਾਇਰੈਕਟਰਸ ਬਣਾਇਆ ਗਿਆ। ਇੱਕ ਦੇ ਉੱਪਰ ਈਸਟ ਇੰਡੀਆ ਕੰਪਨੀ ਮਤਲਬ ਇੱਕ ਦੇ ਉੱਪਰ ਈਸਟ ਇੰਡੀਆ ਕੰਪਨੀ ਦਾ ਅਧਿਕਾਰ ਹੋਊਗਾ ਔਰ ਦੂਸਰੇ ਦੇ ਉੱਪਰ ਬ੍ਰਿਟਿਸ਼ ਗਵਰਨਮੈਂਟ ਦਾ ਅਧਿਕਾਰ ਹੋਊਗਾ। ਔਰ ਇੱਥੇ ਜਾ ਕੇ ਈਸਟ ਇੰਡੀਆ ਕੰਪਨੀ ਨੂੰ ਸਿਰਫ ਵਪਾਰ ਕਰਨ ਦੇ ਲਈ ਵਿਗਾੜਿਆ ਗਿਆ ਵੀ ਤੁਹਾਡਾ ਕੰਮ ਇੱਥੇ ਸਿਰਫ ਵਪਾਰ ਕਰਨਾ, ਤੁਸੀਂ ਮਿਲਟਰੀ ਤੇ ਸਿਵਲ ਅਫੇਅਰਸ ਦੇ ਵਿੱਚ ਜਾਂ ਪੋਲੀਟੀਕਲ ਅਫੇਅਰਸ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਔਰ ਇਹ ਚੀਜ਼ ਪੋਸੀਬਲ ਹੋਈ ਇਹ ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰ ਦੇ ਨਾਲ ਰਿਸਪੌਂਸਿਬਿਲਿਟੀਜ਼ ਨੂੰ, ਟਾਸਕ ਨੂੰ ਵੰਡ ਦਿੱਤਾ ਗਿਆ। ਤਾਂ ਬੱਚਿਓ ਇਹ ਕਿਹੜੇ ਐਕਟ ਦੇ ਨਾਲ ਆਇਆ, 1784 ਦੇ ਐਕਟ ਦੇ ਨਾਲ ਆਇਆ। ਸੋ ਇਹਦਾ ਮਤਲਬ ਆਪਣੇ ਕੋਲੇ ਇਹ ਆਪਸ਼ਨ ਜਿਹੜਾ ਮੈਚ ਕਰਦਾ ਉਹ ਕਿਹਦੇ ਨਾਲ ਮੈਚ ਕਰਦਾ ਹੈ, ਸੈਕਿੰਡ ਦੇ ਨਾਲ। ਮੈਂ ਇਹਦੇ ਨਾਲ ਹੀ ਲਿਖ ਲੈਂਦੀ ਹਾਂ,
ਇਹ ਆਪਸ਼ਨ ਮੈਚ ਕਰਦਾ ਆਪਣੇ ਕੋਲੇ ਸੈਕਿੰਡ ਦੇ ਨਾਲ। ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਦੇ ਨਾਲ ਹੋਈ ਹੈ? ਸਾਨੂੰ ਸਾਰਿਆਂ ਨੂੰ ਪਤਾ ਜੀ, ਸਾਡੇ ਦੇਸ਼ ਦੇ ਵਿੱਚ 1773 ਦਾ ਰੈਗੂਲੇਟਿੰਗ ਐਕਟ ਸੁਪਰੀਮ ਕੋਰਟ ਲੈ ਕੇ ਆਇਆ ਹੈਗਾ। ਸੋ ਆਪਣੇ ਕੋਲੇ ਬੀ ਆਪਸ਼ਨ ਨੂੰ ਮੈਚ ਕਰਦੇ ਹਾਂ ਆਪਾਂ 1 ਦੇ ਨਾਲ। ਸੀ ਆਪਸ਼ਨ, ਅੰਗਰੇਜ਼ੀ ਮਿਸ਼ਨਰੀਆਂ ਨੂੰ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ। ਆਪਾਂ 2 ਪੁਆਇੰਟ ਪੜ੍ਹੇ ਸੀ, ਇਕੱਠੇ ਪੜ੍ਹੇ ਸੀਗੇ, ਕਿਹੜੇ ਐਕਟ ਦੇ ਤਹਿਤ ਪੜ੍ਹੇ ਸੀਗੇ, ਇਹ ਚੀਜ਼ ਤੁਸੀਂ ਦੱਸਣੀ ਆ। ਜਿਵੇਂ ਕਿ ਸਾਨੂੰ ਪਤਾ ਕਿ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ੀ ਮਿਸ਼ਨਰੀਆਂ ਦਾ ਮਤਲਬ ਕੀ ਹੈ ਵੀ ਕ੍ਰਿਸਚਨ ਲੋਕ ਆਉਣਗੇ, ਉਹ ਆ ਕੇ ਸਾਡੇ ਦੇਸ਼ ਭਾਰਤ ਦੀ ਸੁਸਾਇਟੀ ਦੇ ਵਿੱਚ ਕ੍ਰਿਸਚਨ ਧਰਮ ਦਾ ਪ੍ਰਸਾਰ ਕਰ ਸਕਦੇ ਨੇ। ਔਰ ਦੂਸਰਾ ਪੁਆਇੰਟ ਇਹਦੇ ਨਾਲ ਇੰਪੋਰਟੈਂਟ ਕੀ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਹਰ ਸਾਲ ਸਿੱਖਿਆ ਵਾਸਤੇ 1 ਲੱਖ ਰੁਪਇਆ ਕੱਢਿਆ ਗਿਆ। ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਇਹ ਚੀਜ਼ ਕਿਹਦੇ ਨਾਲ ਪੋਸੀਬਲ ਹੋਈ ਜੀ? ਚਾਰਟਰ ਐਕਟ 1813 ਦੇ ਨਾਲ। ਔਰ ਇੱਕ ਚੀਜ਼ ਹੋਰ ਚਾਰਟਰ ਐਕਟ 1813 ਦੀ ਯਾਦ ਰੱਖਣੀ ਹੈ। ਚਾਰਟਰ ਐਕਟ 1813 ਸਾਡੇ ਦੇਸ਼ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਨੂੰ ਖਤਮ ਕਰਦਾ ਹੈ, ਪਰ ਕਿਹਨੂੰ ਛੱਡ ਕੇ? ਚਾਹ ਦੇ ਵਪਾਰ ਨੂੰ ਤੇ ਚਾਈਨਾ ਨਾਲ ਵਪਾਰ ਨੂੰ ਛੱਡ ਕੇ, ਜੋ ਅਸੀਂ ਪਹਿਲੇ ਕੁਐਸਚਨ ਦੇ ਵਿੱਚ ਪੜਿਆ ਹੈਗਾ। ਤਾਂ ਜਦੋਂ ਇਹਨਾਂ ਚੀਜ਼ਾਂ ਨੂੰ ਵਾਰੀ-ਵਾਰੀ ਰਿਪੀਟ ਕਰੋਗੇ ਨਾ, ਫਿਰ ਇਹ ਚੀਜ਼ਾਂ ਦਿਮਾਗ ਦੇ ਵਿੱਚ ਬੈਠਣਗੀਆਂ। ਇੱਕ ਵਾਰੀ ਪੜ੍ਹੇ ਨਾਲ ਕਦੇ ਕੋਈ ਚੀਜ਼ ਦਿਮਾਗ ਦੇ ਵਿੱਚ ਨਹੀਂ ਬੈਠਦੀ। ਸੋ ਅੰਗਰੇਜ਼ੀ ਮਿਸ਼ਨਰੀ ਨੂੰ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ 1813 ਦੇ ਐਕਟ ਦੇ ਨਾਲ। ਸੋ ਥਰਡ ਆਪਸ਼ਨ ਆਪਣਾ ਥਰਡ ਦੇ ਨਾਲ ਹੀ ਮੈਚ ਕਰ ਗਿਆ। ਗਵਰਨਰ ਜਨਰਲ ਕੌਂਸਲ ਦੇ ਵਿੱਚ ਕਾਨੂੰਨ ਮੈਂਬਰ ਦੀ ਨਿਯੁਕਤੀ ਕੀਤੀ ਗਈ। ਆਪਾਂ ਇੱਕ ਐਕਟ ਪੜਿਆ ਸੀ ਜਿਹੜਾ ਕਿ 1833 ਦਾ ਐਕਟ ਸੀ। 1833 ਦੇ ਐਕਟ ਦੇ ਵਿੱਚ ਆਪਾਂ ਨੇ ਇੱਕ ਹੋਰ ਚੀਜ਼ ਪੜ੍ਹੀ ਸੀ ਕਿ ਜਿਹੜੀ ਗਵਰਨਰ ਜਨਰਲ ਦੀ ਮਦਦ ਵਾਸਤੇ ਇੱਕ ਐਗਜ਼ੀਕਿਊਟਿਵ ਕੌਂਸਲ ਆ। ਕਿਹੜੀ ਕੌਂਸਲ ਸੀ? ਐਗਜ਼ੀਕਿਊਟਿਵ ਕੌਂਸਲ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਿਹੜੀ ਕੌਂਸਲ ਕਹਿ ਦਿੰਦੇ ਆ? ਕਾਰਜਕਾਰੀ ਕੌਂਸਲ। ਸਾਡੇ ਦੇਸ਼ ਦੇ ਵਿੱਚ 1773 ਦੇ ਐਕਟ ਦੇ ਨਾਲ ਇੱਕ ਕਾਰਜਕਾਰੀ ਕੌਂਸਲ ਲਿਆਂਦੀ ਗਈ, ਜਿਹਦੇ ਵਿੱਚ 4 ਮੈਂਬਰ ਹੋਣਗੇ ਔਰ ਇਹ ਸਮੇਂ-ਸਮੇਂ ਤੇ ਸਾਡੇ ਦੇਸ਼ ਦੇ ਗਵਰਨਰ ਜਨਰਲ ਦੀ ਹੈਲਪ ਕਰਨਗੇ। ਪਹਿਲਾਂ ਕੀ ਹੁੰਦਾ ਸੀਗਾ ਕਿ ਸਾਡੀ ਐਗਜ਼ੀਕਿਊਟਿਵ ਕੌਂਸਲ ਦੇ ਵਿੱਚ ਨਾਰਮਲੀ 4 ਬੰਦੇ ਸੀਗੇ, ਜਿਹੜੇ ਉਹਨਾਂ ਦੇ ਵਿੱਚ ਕੋਈ ਵੀ ਲਾਅ ਐਕਸਪਰਟ ਨਹੀਂ ਹੁੰਦਾ ਸੀ। ਪਰ ਪਹਿਲੀ ਵਾਰੀ ਸਾਡੇ ਦੇਸ਼ ਦੇ ਵਿੱਚ ਜੋ ਗਵਰਨਰ ਜਨਰਲ ਵਾਸਤੇ ਇੱਕ ਕਾਰਜਕਾਰੀ ਕੌਂਸਲ ਬਣਾਈ ਗਈ ਸੀ, ਉਹਦੇ ਵਿੱਚ ਇਹਨਾਂ 4 ਮੈਂਬਰਾਂ ਦੇ ਵਿੱਚੋਂ ਇੱਕ ਕਿਹਦੀ ਨਿਯੁਕਤੀ ਕੀਤੀ ਗਈ? ਲਾਅ ਮੈਂਬਰ ਦੀ ਨਿਯੁਕਤੀ ਕੀਤੀ ਗਈ, ਲਾਅ ਆਫਿਸਰ ਦੀ। ਔਰ ਉਹ ਲਾਅ ਆਫਿਸਰ ਦਾ ਨਾਮ ਕੀ? ਮੈਕਾਲੇ। ਇਹ ਚੀਜ਼ ਆਪਾਂ ਸਾਰੇ ਜਾਣਦੇ ਆ, ਟੀਬੀ ਮੈਕਾਲੇ। ਇਹ ਉਹੀ ਮੈਕਾਲੇ ਹੈ ਜਿਹਨੇ ਸਾਡੇ ਦੇਸ਼ ਦੇ ਵਿੱਚ ਐਜੂਕੇਸ਼ਨ, ਮੈਕਾਲੇ ਪੱਤਰ ਹਨਾ, ਜਿਹਦਾ ਕਾਫੀ ਨਾਮ ਹੈ, ਇਹਨੇ ਸਾਡੇ ਦੇਸ਼ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਪੋਜ਼ਿਟਿਵ ਵਰਕ ਕੀਤਾ ਹੈਗਾ। ਔਰ ਜੇ ਆਪਾਂ ਗੱਲ ਕਰੀਏ, ਇਸ ਕਾਨੂੰਨੀ ਮੈਂਬਰ ਦੀ ਨਿਯੁਕਤੀ ਕੀਤੀ ਗਈ 1833 ਦੇ ਐਕਟ ਦੇ ਨਾਲ। ਸੋ ਸਾਡਾ ਡੀ ਆਪਸ਼ਨ ਕਿਹਦੇ ਨਾਲ ਮੈਚ ਕਰੂਗਾ? 4 ਦੇ ਨਾਲ। ਔਰ 1833 ਦੇ ਐਕਟ ਦੀ ਇੱਕ ਹੋਰ ਖਾਸੀਅਤ ਸੀ, ਕਿਹੜੀ ਖਾਸੀਅਤ ਸੀਗੀ ਕਿ ਸਾਡੇ ਦੇਸ਼ ਦੇ ਵਿੱਚੋਂ ਕੰਪਲੀਟਲੀ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਖਤਮ ਕਰ ਦਿੱਤੀ ਗਈ ਵਪਾਰ ਤੋਂ। ਇਹ ਪੁਆਇੰਟ ਵੀ ਤੁਸੀਂ ਧਿਆਨ ਚ ਰੱਖਣਾ ਹੈ। ਐਕਟ ਰਿਵਾਈਜ਼ ਕਰ ਲਿਆ ਕਰੋ, ਐਕਟਸ ਨੂੰ ਕਾਫੀ ਇੰਪੋਰਟੈਂਟਲੀ ਬਾਰੇ-ਬਾਰੇ ਪੜ੍ਹ ਕੇ ਜਿਹੜਾ ਹੈਗਾ ਰਿਵੀਜ਼ਨ ਦੇ ਵਿੱਚ ਲੈ ਕੇ ਆਇਆ ਕਰੋ। ਇਹ ਚੀਜ਼ ਧਿਆਨ ਚ ਰੱਖਣੀ ਆ। ਔਰ ਜਿਹੜਾ ਸਾਡਾ 1833 ਦਾ ਐਕਟ ਹੈ, ਇਹ ਸਾਡੇ ਕੇਂਦਰੀਕਰਨ ਦਾ ਇੱਕ ਆਖਰੀ ਪੜਾਅ ਸੀ। ਔਰ ਇਹਦੇ ਤਹਿਤ ਆਪਾਂ ਨੇ ਭਾਰਤ ਦੇ ਬੰਗਾਲ ਦੇ ਗਵਰਨਰ ਜਨਰਲ ਦਾ ਅਹੁਦਾ ਬਦਲ ਕੇ ਭਾਰਤ ਦਾ ਗਵਰਨਰ ਜਨਰਲ ਬਣਾਤਾ ਸੀ, ਜੋ ਕਿ ਲਾਰਡ ਵਿਲੀਅਮ ਬੈਂਟਿਕ ਹੈ। ਇਹ ਪੁਆਇੰਟ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ, ਠੀਕ ਹੈ। ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਤਾਂ ਗੁਲਾਮੀ ਪ੍ਰਥਾ ਦਾ, ਸਲੇਵਰੀ ਦਾ ਖਾਤਮਾ ਵੀ ਕਰਿਆ ਗਿਆ 1833 ਦੇ ਐਕਟ ਦੇ ਨਾਲ। ਸੋ ਜਦੋਂ ਵੀ ਤੁਸੀਂ ਸਵਾਲ ਪੜ੍ਹਦੇ ਹੋ, ਆਪਾਂ ਕਈ ਵਾਰੀ ਬੱਚੇ ਕਹਿੰਦੇ ਨੇ ਕਿ ਅਸੀਂ ਪ੍ਰੀਵੀਅਸ ਈਅਰ ਕੁਐਸਚਨ ਪੜ੍ਹ ਲਏ ਜੀ, ਪਰ ਅਸੀਂ ਆਪਸ਼ਨਸ ਨੂੰ ਖੋਲ ਕੇ ਨਹੀਂ ਪੜ੍ਹਦੇ। ਅਸੀਂ ਬਸ ਇੱਕ ਸਵਾਲ ਚੱਕਿਆ, ਉਹਦੀ ਆਪਸ਼ਨ ਚੱਕੀ, ਉਹ ਕੁਐਸਚਨਸ ਨੂੰ, ਉਹ ਆਪਸ਼ਨਸ ਨੂੰ ਓਪਨ ਕਰਕੇ ਪੜ੍ਹਨਾ। ਸੋ ਇਹਦੇ ਅਕੋਰਡਿੰਗ ਕਿ ਆਪਣਾ ਪਹਿਲੇ ਦਾ ਸੈਕਿੰਡ ਆਪਸ਼ਨ ਹੈ, ਦੂਸਰੇ ਦਾ ਫਸਟ ਆਪਸ਼ਨ ਹੈ, ਤੀਸਰੇ ਦਾ ਥਰਡ ਆਪਸ਼ਨ ਹੈ, ਚੌਥੇ ਦਾ ਫੋਰਥ ਆਪਸ਼ਨ ਹੈ। ਆਪਣਾ ਬੀ ਆਪਸ਼ਨ ਹੈ ਜਿਹੜਾ ਉਹ ਕਰੈਕਟ ਆਪਸ਼ਨ ਬਣ ਚੁੱਕਿਆ ਹੈਗਾ। ਅਗਲਾ ਪੁਆਇੰਟ ਸਾਡੀ ਸਕਰੀਨ ਦੇ ਉੱਪਰ, ਅਗਲਾ ਕੁਐਸਚਨ ਸਾਡੀ ਸਕਰੀਨ ਤੇ, ਭਾਰਤੀ ਇਤਿਹਾਸ ਦੇ ਸੰਦਰਭ ਦੇ ਵਿੱਚ ਡਾਇਆਰਕੀ ਦਾ ਸਿਧਾਂਤ ਕੀ ਦਰਸਾਉਂਦਾ ਹੈ? ਕੱਲ ਸਟੂਡੈਂਟਸ ਆਪਾਂ ਆਪਣੀ ਕਲਾਸ ਦੇ ਵਿੱਚ ਡਾਇਆਰਕੀ ਬਾਰੇ ਜਾਣਿਆ ਸੀ। 2 ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਬੱਚੇ ਕਾਫੀ ਜ਼ਿਆਦਾ ਕਨਫਿਊਜ਼ ਹੁੰਦੇ ਨੇ। ਇੱਕ ਡਾਇਆਰਕੀ ਦੇ ਵਿੱਚ ਕਨਫਿਊਜ਼ ਹੁੰਦੇ ਨੇ, ਇੱਕ ਡਿਊਲ ਗਵਰਨਮੈਂਟ ਦੇ ਵਿੱਚ ਕਨਫਿਊਜ਼ ਹੁੰਦੇ ਨੇ, ਹਨਾ। ਤਾਂ ਡਾਇਆਰਕੀ ਤੋਂ ਕੀ ਭਾਵ ਹੈ? ਐਨੀਬਡੀ ਕੋਈ ਦੱਸ ਸਕਦਾ ਕਿ ਡਾਇਆਰਕੀ ਤੋਂ ਕੀ ਭਾਵ ਹੈ? ਅਸਲ ਦੇ ਵਿੱਚ ਚਲੋ ਆਪਾਂ ਇਹ ਦੇਖਦੇ ਹਾਂ ਪਹਿਲਾਂ ਕਿ ਡਾਇਆਰਕੀ ਆਈ ਕਦੋਂ, ਹਨਾ। ਇਹ ਚੀਜ਼ ਦੇਖਦੇ ਆ। ਡਾਇਆਰਕੀ 2 ਲੈਵਲ ਤੇ ਆਈ। ਆਪਣੇ 2 ਐਕਟ ਨੇ ਜਿਹੜੇ ਡਾਇਆਰਕੀ ਦੇ ਨਾਲ ਰਿਲੇਟਡ ਨੇ, ਉਹ ਪੁਆਇੰਟ ਧਿਆਨ ਚ ਰੱਖਣਾ ਹੈਗਾ। ਸਭ ਤੋਂ ਪਹਿਲਾ ਐਕਟ ਹੈ ਗਵਰਨਮੈਂਟ ਆਫ ਇੰਡੀਆ ਐਕਟ 1919। ਇਸ ਐਕਟ ਦੇ ਦੌਰਾਨ ਜਿਹੜੀ ਸਾਡੇ ਦੇਸ਼ ਦੇ ਵਿੱਚ ਡਾਇਆਰਕੀ ਸੀ, ਇਹਨੂੰ ਆਪਾਂ ਪ੍ਰੋਵਿੰਸ ਲੈਵਲ ਤੇ ਲਾਗੂ ਕੀਤਾ। ਪ੍ਰੋਵਿੰਸ਼ੀਅਲ ਲੈਵਲ ਤੇ ਲਾਗੂ ਕੀਤਾ। ਪ੍ਰੋਵਿੰਸ ਦਾ ਮਤਲਬ ਕੀ ਆ? ਜਿਵੇਂ ਸਾਡੇ ਦੇਸ਼ ਦੇ ਵਿੱਚ ਪ੍ਰੈਜ਼ੈਂਟ ਸਟੇਟਸ ਨੇ, ਜਿਵੇਂ ਅਸੀਂ ਅੱਜ ਕਹਿ ਦਿੰਦੇ ਹਾਂ ਕਿ ਸਾਡੇ ਭਾਰਤ ਦੇ ਵਿੱਚ 28 ਰਾਜ ਨੇ। ਸਟੇਟ ਸ਼ਬਦ ਨੂੰ ਅਸੀਂ ਆਫਟਰ ਇੰਡੀਪੈਂਡੈਂਸ ਵਰਤਣ ਲੱਗੇ ਆ। ਆਜ਼ਾਦੀ ਤੋਂ ਪਹਿਲਾਂ ਇੱਕ ਸਟੇਟ ਨੂੰ ਕੀ ਕਿਹਾ ਜਾਂਦਾ ਸੀ? ਪ੍ਰੋਵਿੰਸ ਕਿਹਾ ਜਾਂਦਾ ਸੀ। ਤਾਂ ਜਦੋਂ ਆਪਾਂ 1919 ਦੇ ਐਕਟ ਦੀ ਗੱਲ ਕਰਦੇ ਆ, ਉਦੋਂ ਡਾਇਆਰਕੀ ਇੰਟਰੋਡਿਊਸ ਹੋਈ, ਪਰ ਕਿਹੜੇ ਲੈਵਲ ਤੇ ਇੰਟਰੋਡਿਊਸ ਹੋਈ? ਪ੍ਰੋਵਿੰਸ਼ੀਅਲ ਲੈਵਲ ਤੇ ਇੰਟਰੋਡਿਊਸ ਹੋਈ।
फिर आया एक्ट जी गवर्नमेंट ऑफ इंडिया एक्ट 1935 और 1935 ਦੇ ਐਕਟ ਨੇ ਜਿਹੜੀ ਡਾਇਆਰਕੀ ਸੀ ਉਹਨੂੰ ਕਿਹੜੇ ਲੈਵਲ ਤੇ ਆ ਕੇ ਐਸਟੈਬਲਿਸ਼ ਕੀਤਾ ਸੈਂਟਰ ਲੈਵਲ ਤੇ ਕੇਂਦਰ ਪੱਧਰ ਤੇ ਇਹ ਪੁਆਇੰਟ ਤੁਸੀਂ ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈਗਾ ਔਰ ਇਹਦੇ ਵਿੱਚ ਦੋ ਤਿੰਨ ਤਰੀਕੇ ਦੇ ਸਵਾਲ ਬਣਦੇ ਨੇ ਕਿ ਪ੍ਰੋਵਿੰਸ਼ੀਅਲ ਲੈਵਲ ਤੇ ਡਾਇਆਰਕੀ ਕਿਹੜੇ ਐਕਟ ਦੇ ਨਾਲ ਆਈ 1919 ਦੇ ਐਕਟ ਦੇ ਨਾਲ ਕੇਂਦਰ ਲੈਵਲ ਤੇ ਡਾਇਆਰਕੀ ਕਿਹੜੇ ਐਕਟ ਦੇ ਨਾਲ ਆਈ 1935 ਦੇ ਐਕਟ ਦੇ ਨਾਲ ਔਰ ਇਹ ਵੀ ਸਵਾਲ ਪੁੱਛਿਆ ਜਾਂਦਾ ਹੈ ਕਿ ਸਾਡੀ ਪ੍ਰੋਵਿੰਸ਼ੀਅਲ ਲੈਵਲ ਦੀ ਡਾਇਆਰਕੀ ਕਿਹੜੇ ਐਕਟ ਦੇ ਨਾਲ ਖਤਮ ਕਰ ਦਿੱਤੀ ਗਈ ਤਾਂ ਵੀ ਸਾਡਾ ਆਨਸਰ ਆਊਗਾ ਗਵਰਨਮੈਂਟ ਆਫ ਇੰਡੀਆ ਐਕਟ 1935 ਹੁਣ ਸਵਾਲ ਕੀ ਹੈ ਕਿ ਡਾਇਆਰਕੀ ਦਾ ਮਤਲਬ ਕੀ ਹੈ ਮੈਂ ਤੁਹਾਨੂੰ ਕੱਲ ਕਲਾਸ ਦੇ ਵਿੱਚ ਕੀ ਦੱਸਿਆ ਸੀ ਕਿ ਡਾਇਆਰਕੀ ਦਾ ਮਤਲਬ ਹੈ ਦੋ ਸਬਜੈਕਟ ਵੰਡ ਦਿੱਤੇ ਜਾਣਗੇ ਇੱਕ ਟ੍ਰਾਂਸਫਰਡ ਸਬਜੈਕਟ ਹੋਣਗੇ ਇੱਕ ਆਪਣੇ ਰਿਜ਼ਰਵਡ ਸਬਜੈਕਟ ਹੋਣਗੇ ਔਰ ਡਾਇਆਰਕੀ ਦਾ ਮਤਲਬ ਹੈ ਕਿ ਜਿਹੜੇ ਸਾਡੀਆਂ ਪ੍ਰੋਵਿੰਸਸ ਨੇ ਜਿਹੜੇ ਸਾਡੇ ਸੂਬੇ ਨੇ ਜਿਹੜੇ ਸਾਡੇ ਰਾਜ ਨੇ ਹਨਾ ਪ੍ਰੋਵਿੰਸਸ ਨੂੰ ਅਸੀਂ ਟਿਪੀਕਲ ਪੰਜਾਬੀ ਦੇ ਵਿੱਚ ਸੂਬੇ ਕਹਿ ਦਿੰਦੇ ਆ ਉਹਨਾਂ ਦੇ ਵਿੱਚ ਜਿਹੜੇ ਸਬਜੈਕਟਸ ਨੇ ਉਹਨਾਂ ਨੂੰ ਕਿੰਨੀਆਂ ਸ਼੍ਰੇਣੀਆਂ ਚ ਵੰਡ ਦਿੱਤਾ ਗਿਆ ਦੋ ਸ਼੍ਰੇਣੀਆਂ ਦੇ ਵਿੱਚ ਇੱਕ ਟ੍ਰਾਂਸਫਰਡ ਸਬਜੈਕਟ ਨੇ ਟ੍ਰਾਂਸਫਰਡ ਸਬਜੈਕਟ ਉਹ ਨੇ ਜਿਨ੍ਹਾਂ ਦੇ ਉੱਪਰ ਸਾਡੀਆਂ ਸਟੇਟ ਦੇ ਵਿੱਚ ਜਿਹੜੇ ਭਾਰਤੀ ਲੋਕ ਨੇ ਉਹਨਾਂ ਨੂੰ ਕੁਝ ਸਬਜੈਕਟ ਦੇ ਦਿੱਤੇ ਗਏ ਆਮ ਜੇ ਸਬਜੈਕਟ ਜਿਹੜੇ ਸਾਡੇ ਰਿਜ਼ਰਵਡ ਸਬਜੈਕਟ ਸੀ ਉਹ ਵਾਈਸਰੋਏ ਵਾਸਤੇ ਰੱਖੇ ਗਏ ਖਾਸ ਸਬਜੈਕਟ ਉਹਦੇ ਵਾਸਤੇ ਰੱਖੇ ਗਏ ਸੋ ਆਪਾਂ ਆਪਸ਼ਨ ਦੇਖਦੇ ਆਂਗੇ ਕੇਂਦਰੀ ਵਿਧਾਨ ਸਭਾ ਦੀ ਦੋ ਸਦਨਾਂ ਦੇ ਵਿੱਚ ਵੰਡ ਬਿਲਕੁਲ ਹੀ ਦੋ ਸਦਨਾਂ ਦੇ ਵਿੱਚ ਵੰਡ ਦਾ ਮਤਲਬ ਕੀ ਹੁੰਦਾ ਦੋ ਸਦਨਾਂ ਦੀ ਵੰਡ ਦਾ ਮਤਲਬ ਲੋਅਰ ਹਾਊਸ ਤੇ ਅਪਰ ਹਾਊਸ ਹੈ ਇਹ ਪੁਆਇੰਟ ਧਿਆਨ ਚ ਰੱਖਣਾ ਦੋਹਰੀ ਸਰਕਾਰ ਦੀ ਸ਼ੁਰੂਆਤ ਅਰਥਾਤ ਕੇਂਦਰ ਅਤੇ ਰਾਜ ਸਰਕਾਰਾਂ ਇਹ ਥੋੜਾ ਬੜੀਆਂ ਨੇ ਦੂਸਰਾ ਸ਼ਾਸਕਾਂ ਦੇ ਦੋ ਸਮੂਹ ਇੱਕ ਲੰਡਨ ਤੇ ਇੱਕ ਦਿੱਲੀ ਦੇ ਵਿੱਚ ਗਲਤ ਹੈ ਜੀ ਸੂਬੇ ਨੂੰ ਸੌਂਪੇ ਗਏ ਵਿਸ਼ਿਆਂ ਦੀਆਂ ਦੋ ਸ਼੍ਰੇਣੀਆਂ ਦੇ ਵਿੱਚ ਵੰਡ ਕਿਹੜੇ ਸ਼੍ਰੇਣੀਆਂ ਹੋ ਗਈਆਂ ਇੱਕ ਸਾਡੇ ਟ੍ਰਾਂਸਫਰਡ ਸਬਜੈਕਟ ਹੋ ਗਏ ਬੱਚੋ ਤੇ ਦੂਸਰਾ ਸਾਡੇ ਕਿਹੜੇ ਸਬਜੈਕਟ ਹੋਵੇ ਰਿਜ਼ਰਵਡ ਸਬਜੈਕਟ ਹੋ ਗਏ ਇਹਨੂੰ ਅਸੀਂ ਕਹਿੰਦੇ ਆ ਡਾਇਆਰਕੀ ਔਰ ਡਾਇਆਰਕੀ ਦਾ ਸਿਧਾਂਤ ਜਿਹੜਾ ਹੈ ਉਹ ਸਾਡੇ ਸੂਬਿਆਂ ਦੇ ਵਿੱਚ ਦੋ ਤਰੀਕੇ ਦੇ ਵਿਸ਼ਿਆਂ ਨੂੰ ਦਰਸਾਉਂਦਾ ਹੈ ਇਹ ਪੁਆਇੰਟ ਬਿਲਕੁਲ ਇੰਪੋਰਟੈਂਟਲੀ ਧਿਆਨ ਚ ਰੱਖੋ ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਐਕਟਾਂ ਨੇ ਜਾਂ ਕਿਹੜੇ ਐਕਟ ਨੇ ਕੇਂਦਰੀ ਪੱਧਰ ਤੇ ਡਾਇਆਰਕੀ ਸਥਾਪਨਾ ਕੀਤੀ ਹੁਣੇ ਆਪਾਂ ਪੜ੍ਹ ਕੇ ਹਟੇ ਵੀ ਡਾਇਆਰਕੀ ਆਈ 1919 ਦੇ ਐਕਟ ਦੇ ਨਾਲ ਹੈ 1919 ਦੇ ਐਕਟ ਦੇ ਨਾਲ ਜਿਹੜੀ ਡਾਇਆਰਕੀ ਆਈ ਆ ਉਹ ਸਾਡੀ ਪ੍ਰੋਵਿੰਸ਼ੀਅਲ ਲੈਵਲ ਤੇ ਆਈ ਆ ਔਰ 1935 ਦੇ ਐਕਟ ਦੇ ਨਾਲ ਜਿਹੜੀ ਡਾਇਆਰਕੀ ਆਈ ਆ ਉਹ ਸਾਡੇ ਕੇਂਦਰ ਪੱਧਰ ਤੇ ਆਈ ਹੈ ਸੋ ਸਿੰਪਲ ਜਿਹਾ ਆਨਸਰ ਆਊਗਾ ਭਾਰਤੀ ਸਰਕਾਰ ਐਕਟ 1935 ਦੇ ਤਹਿਤ ਜਿਹੜੀ ਸਾਡੀ ਡਾਇਆਰਕੀ ਆ ਉਹ ਸੈਂਟਰਲ ਲੈਵਲ ਤੇ ਇੰਟਰੋਡਿਊਸ ਕਰਾਈ ਗਈ ਠੀਕ ਹੈ ਅਗਲੇ ਪੁਆਇੰਟ ਤੇ ਚੱਲਦੇ ਹਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਹਾਂਜੀ ਕਿਹੜਾ 1909 ਦੇ ਐਕਟ ਦੇ ਨਾਲ ਜੁੜਿਆ ਹੋਇਆ ਹੈ ਮਤਲਬ ਸਾਡੇ ਦੇਸ਼ ਦੇ ਵਿੱਚ 1909 ਦਾ ਐਕਟ ਜਦੋਂ ਆਇਆ ਤਾਂ ਉਹਦੇ ਚ ਕਿਹੜੀ ਚੀਜ਼ ਵਿਦ ਸਪੈਸ਼ਲਿਟੀ ਆਈ 1909 ਦੇ ਐਕਟ ਦੇ ਨਾਲ ਸਾਡੇ ਦੇਸ਼ ਦੇ ਵਿੱਚ ਕਿਹੜੀ ਚੀਜ਼ ਸਪੈਸ਼ਲਿਟੀ ਦੇ ਨਾਲ ਆਈ ਸਭ ਤੋਂ ਪਹਿਲਾਂ ਦੇਖੋ ਇੰਟਰੋਡਕਸ਼ਨ ਆਫ ਸੈਪਰੇਟ ਇਲੈਕਟੋਰੇਟ ਬਿਲਕੁਲ ਜੀ ਸਾਡੇ ਦੇਸ਼ ਦੇ ਵਿੱਚ 1909 ਐਕਟ ਦੀ ਇੱਕ ਸਪੈਸ਼ਲ ਫੀਚਰ ਆ ਇੱਕ ਸਪੈਸ਼ਲ ਪੁਆਇੰਟ ਆ ਕਿ ਸਾਡੇ ਦੇਸ਼ ਦੇ ਵਿੱਚ ਕਮਿਊਨਲ ਰਿਪਰੈਜ਼ੈਂਟੇਸ਼ਨ ਹੋਗੀ ਸਾਡੇ ਦੇਸ਼ ਦੇ ਵਿੱਚ ਕਮਿਊਨਲ ਰਿਪਰੈਜ਼ੈਂਟੇਸ਼ਨ ਹੋਗੀ ਕਮਿਊਨਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਕੀ ਹੈ ਸਾਡੇ ਦੇਸ਼ ਦੇ ਵਿੱਚ ਸੰਪਰਦਾਇਕ ਪ੍ਰਤੀਨਿਧਤਾ ਦੀ ਸ਼ੁਰੂਆਤ ਕੀਤੀ ਗਈ ਸੰਪਰਦਾਇਕ ਪ੍ਰਤੀਨਿਧਤਾ ਕਿਹਨੂੰ ਦਿੱਤੀ ਗਈ ਇੱਕ ਸਪੈਸ਼ਲ ਕਮਿਊਨਿਟੀ ਨੂੰ ਦਿੱਤੀ ਗਈ ਜਿਹੜੀ ਕਿ ਮੁਸਲਮਾਨ ਕਮਿਊਨਿਟੀ ਸੀ ਇਹ ਯਾਦ ਰੱਖਣਾ ਹੈ 1909 ਦੇ ਐਕਟ ਦੇ ਨਾਲ ਜੋ ਸੰਪਰਦਾਇਕ ਪ੍ਰਤੀਨਿਧਤਾ ਮਿਲੀ ਹੈ ਉਹ ਸਿਰਫ ਮੁਸਲਿਮ ਕਮਿਊਨਿਟੀ ਨੂੰ ਮਿਲੀ ਆ ਹੋਰ ਕਿਸੇ ਕਮਿਊਨਿਟੀ ਨੂੰ ਔਰ ਇਹਦੇ ਚ ਆਪਾਂ ਇੱਕ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਇਹ ਚੀਜ਼ ਕੀਤੀ ਗਈ ਔਰ ਇੱਕ ਬਹੁਤ ਖਤਰਨਾਕ ਚੀਜ਼ ਔਰ ਜਿਹੜਾ ਆਪਣਾ ਕਮਿਊਨਲ ਰਿਪਰੈਜ਼ੈਂਟੇਸ਼ਨ ਹੈ ਜਾਂ ਸੈਪਰੇਟ ਇਲੈਕਟੋਰੇਟ ਹੈ ਇਹਦਾ ਕਾਂਗਰਸ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਸੀ ਇਹਦੀ ਬੈਕਐਂਡ ਸਟੋਰੀ ਕੀ ਆ 1905 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬੰਗਾਲ ਦੀ ਵੰਡ ਹੁੰਦੀ ਹੈ 1905 ਦੇ ਵਿੱਚ ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ ਕੀਤੀ ਜਾਂਦੀ ਹੈ ਬੰਗਾਲ ਨੂੰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਇੱਕ ਈਸਟ ਬੰਗਾਲ ਬਣਾ ਦਿੱਤਾ ਜਾਂਦਾ ਹੈ ਇੱਕ ਵੈਸਟ ਬੰਗਾਲ ਬਣਾ ਦਿੱਤਾ ਜਾਂਦਾ ਹੈ ਜਿਹੜਾ ਸਾਡਾ ਵੈਸਟ ਬੰਗਾਲ ਹੈ ਉਹਦੇ ਵਿੱਚ ਹਿੰਦੂ ਮੈਜੋਰਿਟੀ ਇਕੱਠੀ ਕਰ ਦਿੱਤੀ ਜਾਂਦੀ ਹੈ ਔਰ ਜਿਹੜਾ ਸਾਡਾ ਈਸਟ ਬੰਗਾਲ ਜੋ ਅੱਜ ਦਾ ਸਾਡਾ ਬੰਗਲਾਦੇਸ਼ ਹੈ ਜੋ ਸਾਡਾ ਨੇਬਰ ਕੰਟਰੀ ਬੰਗਲਾਦੇਸ਼ ਹੈ ਉਹ ਈਸਟ ਬੰਗਾਲ ਹੈ ਉਹਦੇ ਵਿੱਚ ਜਿਹੜੀ ਮੁਸਲਿਮ ਮੈਜੋਰਿਟੀ ਆ ਉਹ ਇਕੱਠੀ ਕਰ ਦਿੱਤੀ ਜਾਂਦੀ ਹੈ ਡਿਵਾਈਡ ਐਂਡ ਰੂਲ ਦੀ ਪ੍ਰੋਸੈਸ ਨੂੰ ਫੋਲੋ ਕਰਨ ਵਾਸਤੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਫੋਲੋ ਕਰਨ ਵਾਸਤੇ ਬਸ ਫਿਰ ਉਸ ਚੀਜ਼ ਨੂੰ 1906 ਦੇ ਵਿੱਚ 1906-7 ਦੇ ਵਿੱਚ ਸਾਡੇ ਬਣਦੀ ਹੈ ਮੁਸਲਿਮ ਲੀਗ ਕੀ ਕਰਦੀ ਆ ਜਿਹੜੀ 1905 ਦੀ ਵੰਡ ਆ ਉਹਨੂੰ ਸਪੋਰਟ ਕਰਦੀ ਆ ਤੇ ਆਈਐਨਸੀ ਉਹਦਾ ਵਿਰੋਧ ਕਰਦੀ ਹੈ ਬਸ ਅੰਗਰੇਜ਼ਾਂ ਨੂੰ ਇੱਕ ਹੋਰ ਮੁਰਕੀ ਮਿਲ ਜਾਂਦੀ ਆ ਵੀ ਹੁਣ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਪੈ ਰਹੀ ਹੈ ਉਹ ਮੁਸਲਿਮ ਕਮਿਊਨਿਟੀ ਨੂੰ ਸਪੋਰਟ ਕਰਨ ਵਾਸਤੇ ਤਾਂ ਕਿ ਇੱਕ ਦੂਜੇ ਤੋਂ ਸੈਪਰੇਟ ਰਹਿਣ ਕਾਦੀ ਚੀਜ਼ ਲਿਆਉਂਦੇ ਨੇ ਕਮਿਊਨਲ ਰਿਪਰੈਜ਼ੈਂਟੇਸ਼ਨ ਲਿਆਉਂਦੇ ਨੇ ਹੁਣ ਜਿਹੜਾ ਸਾਡਾ ਸੈਪਰੇਟ ਇਲੈਕਟੋਰੇਟ ਦਾ ਮਤਲਬ ਹੈ ਜਾਂ ਸੰਪਰਦਾਇਕ ਪ੍ਰਤੀਨਿਧਤਾ ਦਾ ਮਤਲਬ ਕੀ ਆ ਮਤਲਬ ਇਹ ਮੁਸਲਮਾਨਾਂ ਦਾ ਮਤਲਬ ਕੀ ਹੈ ਫॉर ਐਗਜ਼ਾਮਪਲ ਕੋਈ ਬੰਦਾ ਕਿਸੇ ਇੱਕ ਹਲਕੇ ਤੋਂ ਐਜ਼ ਐਨ ਐਮਪੀ ਔਰ ਐਜ਼ ਐਨ ਐਮਐਲਏ ਖੜਾ ਹੁੰਦਾ ਜਿਵੇਂ ਆਪਾਂ ਦੇਖਦੇ ਹਾਂ ਵੀ ਸਾਡੇ ਐਮਪੀਆਂ ਦੇ ਹਲਕੇ ਵੀ ਨੇ ਔਰ ਸਾਡੇ ਐਮਐਲਏ ਦੇ ਹਲਕੇ ਵੀ ਨੇ ਕੋਈ ਵੀ ਪਰਸਨ ਐਮਐਲਏ ਜਾਂ ਐਮਪੀ ਆਪਣੀ ਸਟੇਟ ਤੋਂ ਖੜਾ ਹੁੰਦਾ ਹੈ ਉਹਦਾ ਇੱਕ ਹਲਕਾ
ਉਸ ਹਲਕੇ 'ਚ ਰਹਿਣ ਵਾਲੇ ਸਾਰੇ ਲੋਕ MP ਜਾਂ MLA ਨੂੰ ਵੋਟ ਪਾਉਂਦੇ ਨੇ। ਪਰ ਜਦੋਂ ਅਸੀਂ ਸੈਪਰੇਟ ਇਲੈਕਟੋਰੇਟ ਦੀ ਗੱਲ ਕਰਦੇ ਹਾਂ ਤਾਂ ਮਤਲਬ ਜੇ ਕਿਸੇ ਸੀਟ ਤੋਂ ਕੋਈ ਮੁਸਲਮਾਨ MP ਜਾਂ MLA ਖੜੇ ਹੋਇਆ ਤਾਂ ਉਹਨੂੰ ਸਿਰਫ ਮੁਸਲਮਾਨ ਕਮਿਊਨਿਟੀ ਹੀ ਵੋਟ ਪਾਊਗੀ। ਉਸ ਇਲਾਕੇ 'ਚ ਰਹਿਣ ਵਾਲਾ ਨਾ ਉਹਨੂੰ ਕੋਈ ਸਿੱਖ ਵੋਟ ਪਾ ਸਕਦਾ, ਨਾ ਹਿੰਦੂ ਵੋਟ ਪਾ ਸਕਦਾ, ਨਾ ਕ੍ਰਿਸਚਨ ਵੋਟ ਪਾ ਸਕਦਾ। ਇਹਦਾ ਮਤਲਬ ਉਸ ਇਲਾਕੇ ਦੇ ਜਿਹੜੇ ਬਾਕੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਦਾ ਰਾਈਟ ਟੂ ਵੋਟ ਖਤਮ ਹੋ ਜਾਂਦਾ ਹੈਗਾ। ਠੀਕ ਹੈ, ਇਹਨੂੰ ਅਸੀਂ ਬੋਲਦੇ ਹਾਂ ਸੈਪਰੇਟ ਇਲੈਕਟੋਰੇਟ ਬੋਲਦੇ ਹਾਂ ਜਾਂ ਫਿਰ ਕਮਿਊਨਿਟੀ ਰਿਪਰੈਜ਼ੈਂਟੇਸ਼ਨ ਬੋਲਦੇ ਹਾਂ। ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਖਰੇ ਵੋਟਰਾਂ ਦੀ ਜਾਣ ਪਛਾਣ ਜਿਹੜੀ ਹੋਈ ਆ 1909 ਦੇ ਐਕਟ ਦੇ ਨਾਲ ਹੋਈ ਹੈ। ਔਰ ਡੀਸੈਂਟਰਲਾਈਜੇਸ਼ਨ ਤਾਂ ਅੱਗੇ ਜਾ ਕੇ ਬਹੁਤ ਲੇਟ ਹੁੰਦੀ ਆ। ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਵੀ ਡੀਸੈਂਟਰਲਾਈਜੇਸ਼ਨ ਕਦੋਂ ਆਈ ਆ, ਸਾਡੇ ਦੇਸ਼ ਦੇ ਵਿੱਚ ਡੀਸੈਂਟਰਲਾਈਜੇਸ਼ਨ ਜਿਹੜੀ ਹੈਗੀ ਆ ਉਹ ਕਦੋਂ ਆਈ ਆ। ਇਹ ਜਲਦੀ ਜਲਦੀ ਤੁਹਾਡਾ ਕੁਐਸਚਨ ਹੈ। ਡਾਇਰਕੀ ਆਪਾਂ ਪੜ੍ਹ ਹੀ ਲਿਆ, ਡਾਇਰਕੀ ਦੋ ਚੀਜ਼ਾਂ ਨਾਲ ਆਈ ਹੈ, ਇੱਕ 1900 ਨਾਲ ਆਈ ਹੈ ਡਾਇਰਕੀ, ਇੱਕ 1935 ਦੇ ਨਾਲ ਆਈ ਹੈ। ਠੀਕ ਹੈ, ਲੈਜਿਸਲੇਟਿਵ ਕੌਂਸਲ ਆਪਾਂ ਪੜ੍ਹ ਕੇ ਹਟੇ ਹਾਂ ਕਿ ਸਾਡੇ ਸਦਨ ਦੋ ਬਣ ਗਏ, ਸਾਡੇ ਸਦਨ ਦੋ ਬਣ ਗਏ, ਇੱਕ ਸਾਡਾ ਅਪਰ ਹਾਊਸ ਬਣ ਗਿਆ, ਇੱਕ ਸਾਡਾ ਲੋਅਰ ਹਾਊਸ ਬਣ ਗਿਆ 1919 ਦੇ ਐਕਟ ਦੇ ਨਾਲ। ਤਾਂ ਆਪਣਾ ਆਨਸਰ ਬੱਚੋ ਕੀ ਆਊਗਾ, ਫਸਟ ਆਪਸ਼ਨ ਆਊਗਾ, ਇੰਟਰੋਡਕਸ਼ਨ ਟੂ ਸੈਪਰੇਟ ਇਲੈਕਟੋਰੇਟਸ। ਚਲੋ ਜੀ ਕੁਐਸਚਨ ਪੜ੍ਹਦੇ ਹਾਂ। ਕੁਐਸਚਨ ਦੇ ਵਿੱਚੋਂ ਦੋ ਤਿੰਨ ਆਪਸ਼ਨ ਚੂਜ਼ ਕਰਨੇ ਹੋਣਗੇ, ਇਹ ਪੁਆਇੰਟ ਬੜੇ ਧਿਆਨ ਨਾਲ ਪੜ੍ਹਨੇ ਨੇ। ਕਈ ਵਾਰੀ ਬੱਚੇ ਕਹਿੰਦੇ ਨੇ ਕਿ ਪੇਪਰ ਦੇ ਵਿੱਚ ਲੈਂਥੀ ਕੁਐਸਚਨਸ ਆ ਜਾਂਦੇ ਨੇ, ਜਿਵੇਂ ਕਿ ਪਿਛਲੇ ਸਾਲ ਪੋਲੀਟੀਕਲ ਸਟਰਕਚਰ ਦੇ ਕੁਐਸਚਨ ਕਾਫੀ ਜ਼ਿਆਦਾ ਲੈਂਥੀ ਸੀ। तो क्वेश्चंस ਨੂੰ ਪੜ੍ਹਨਾ ਕਿਵੇਂ ਆ ਉਹ ਚੀਜ਼ ਤੁਹਾਨੂੰ ਵਾਇਆ ਪ੍ਰੈਕਟਿਸ ਹੀ ਪਤਾ ਲੱਗਣੀ ਹੈ, ਔਰ ਜਲਦੀ ਤੋਂ ਜਲਦੀ ਕਵਰ ਕਿਵੇਂ ਕਰਨਾ ਉਹ ਵੀ ਚੀਜ਼ ਤੁਹਾਨੂੰ ਵਿਦ ਪ੍ਰੈਕਟਿਸ ਪਤਾ ਲੱਗਣੀ ਹੈ। ਸੋ ਆਪਣਾ ਪੁਆਇੰਟ ਕੀ ਆ ਕਿ ਭਾਰਤ ਸਰਕਾਰ ਐਕਟ 1919 ਦੀ ਵਿਸ਼ੇਸ਼ਤਾ ਹੇਠ ਲਿਖਿਆ ਵਿੱਚੋਂ ਕਿਹੜੀ ਹੈ। ਮਤਲਬ 1919 ਵਾਲਾ ਐਕਟ ਯਾਦ ਕਰੋ, ਉਹਦੇ ਕਿਹੜੇ ਕਿਹੜੇ ਫੀਚਰਸ ਨੇ ਉਹ ਆਪਾਂ ਯਾਦ ਕਰਨੇ ਨੇ। ਸਭ ਤੋਂ ਪਹਿਲਾਂ ਕੀ ਹੈ, ਦਾ ਇੰਟਰੋਡਕਸ਼ਨ ਆਫ ਡਾਇਆਰਕੀ ਇਨ ਦਾ ਐਗਜ਼ੀਕਿਊਟਿਵ ਗਵਰਨਰ ਆਫ ਦਾ ਪ੍ਰੋਵਿੰਸਸ। ਬਿਲਕੁਲ ਜੀ, 1919 ਦਾ ਐਕਟ ਸਾਡੇ ਪ੍ਰੋਵਿੰਸ਼ੀਅਲ ਲੈਵਲ ਤੇ ਡਾਇਆਰਕੀ ਲੈ ਕੇ ਆਉਂਦਾ। ਇਹ ਚੀਜ਼ ਅਸੀਂ 2 ਤੋਂ 3 ਵਾਰੀ ਪੜ੍ਹ ਲਈ। ਸੋ ਆਪਣਾ ਪਹਿਲਾ ਪੁਆਇੰਟ ਹੈ ਜਿਹੜਾ ਉਹ ਕੀ ਹੈ, ਪਹਿਲਾ ਪੁਆਇੰਟ ਹੈ ਜਿਹੜਾ ਉਹ ਕੀ ਹੈ, ਕਰੈਕਟ ਆਪਸ਼ਨ ਹੈ। ਸੈਕੰਡ ਆਪਸ਼ਨ ਦੇਖੋ, ਮੁਸਲਮਾਨਾਂ ਲਈ ਵੱਖਰੇ ਫਿਰਕੂ ਵੋਟਰਾਂ ਦੀ ਸ਼ੁਰੂਆਤ ਇਹ ਕਿਹੜੇ ਐਕਟ ਦੇ ਨਾਲ ਹੋਈ ਹੈ, 1909 ਦੇ ਐਕਟ ਦੇ ਨਾਲ ਹੋਈ ਆ। ਮੁਸਲਮਾਨਾਂ ਲਈ ਸੈਪਰੇਟ ਇਲੈਕਟੋਰੇਟ ਜਿਹੜੇ ਲਿਆਂਦੇ ਗਏ ਨੇ 1909 ਦੇ ਐਕਟ ਦੇ ਨਾਲ ਲਿਆਂਦੇ ਗਏ ਨੇ। ਸੋ ਸੈਕੰਡ ਆਪਸ਼ਨ ਇਹਦੇ ਵਿੱਚ ਨਹੀਂ ਆਂਦਾ। ਅਗਲਾ ਪੁਆਇੰਟ ਦੇਖੋ ਜੀ, ਅਗਲਾ ਪੁਆਇੰਟ ਕਿਹੜਾ ਹੈ, ਕੇਂਦਰ ਦੁਆਰਾ ਵਿਧਾਨਕ ਅਧਿਕਾਰ ਦਾ ਸੂਬਿਆਂ ਨੂੰ ਸੌਂਪਣਾ, ਡਿਵੋਲੂਸ਼ਨ ਆਫ ਲੈਜਿਸਲੇਟਿਵ ਅਥਾਰਟੀ ਬਾय ਦਾ ਸੈਂਟਰ ਟੂ ਦਾ ਪ੍ਰੋਵਿੰਸਸ। ਹਾਂਜੀ, ਕੀ ਇਹ ਪੁਆਇੰਟ ਸਹੀ ਹੈ? ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਬੱਚੇ ਕਮੈਂਟ ਕਰਨਗੇ ਕੀ ਇਹ ਪੁਆਇੰਟ ਸਹੀ ਆ। ਮਤਲਬ ਜਿਹੜਾ ਪੁਆਇੰਟ ਥਰਡ ਵਾਲਾ ਇਹ ਪੁਆਇੰਟ ਤੁਹਾਨੂੰ ਸਹੀ ਲੱਗ ਰਿਹਾ? ਬਿਲਕੁਲ ਜੀ। ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਸੈਂਟਰਲ ਦੁਆਰਾ ਜਿਹੜੇ ਵਿਧਾਨਕ ਅਧਿਕਾਰ ਸੀ, ਤਿੰਨ ਲਿਸਟਾਂ ਪੜ੍ਹੀਆਂ ਆਪਾਂ ਨੇ। ਕਿਹੜੀਆਂ ਕਿਹੜੀਆਂ ਤਿੰਨ ਲਿਸਟਾਂ ਪੜ੍ਹੀਆਂ ਸੀ ਜਿਹੜੀਆਂ ਆਪਾਂ ਅੱਜ ਦੀ 7ਵੀਂ ਅਨੁਸੂਚੀ ਦੇ ਵਿੱਚ ਪੜ੍ਹਦੇ ਹਾਂ। ਅੱਜ ਆਪਾਂ 7ਵੀਂ ਅਨੁਸੂਚੀ ਦੇ ਵਿੱਚ ਪੜ੍ਹਦੇ ਨਹੀਂ ਕਿ ਸਾਡੀ ਸੰਘ ਸੂਚੀ ਹੈ ਜਿਹਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਊਗੀ, ਇਹ ਸਾਡੀ ਰਾਜ ਸੂਚੀ ਹੈ ਜਿਹਦੇ ਉੱਪਰ ਰਾਜ ਸਰਕਾਰ ਕਾਨੂੰਨ ਬਣਾਊਗੀ, ਇਹ ਸਾਡੀ ਸੰਵਰਤੀ ਸੂਚੀ ਹੈ ਜਿਹਦੇ ਵਿੱਚ ਮਿਲ ਕੇ ਕਾਨੂੰਨ ਬਣਾਇਆ ਜਾਊਗਾ। ਤਾਂ ਉਹ ਚੀਜ਼ ਉਸ ਸਮੇਂ ਇੰਟਰੋਡਕਸ਼ਨ ਕਰਾਈ ਗਈ ਕਿਹੜੇ ਐਕਟ ਦੇ ਨਾਲ, 1919 ਐਕਟ ਦੇ ਨਾਲ, ਕਿ ਤਿੰਨ ਲਿਸਟਾਂ ਆਣਗੀਆਂ। ਕਿਹੜੀਆਂ ਕਿਹੜੀਆਂ? ਉਦੋਂ ਸੰਘ ਸੂਚੀ ਨੂੰ ਫੈਡਰਲ ਕਿਹਾ ਜਾਂਦਾ ਸੀ, ਉਦੋਂ ਸਟੇਟ ਨੂੰ ਪ੍ਰੋਵਿੰਸ਼ੀਅਲ ਲਿਸਟ ਕਿਹਾ ਜਾਂਦਾ ਸੀ। ਉਹ ਆਪਾਂ ਕਲਾਸ ਦੇ ਵਿੱਚ ਕਵਰ ਕਰ ਚੁੱਕੇ ਹਾਂ। ਸੋ ਸੀ ਆਪਸ਼ਨ ਵੀ ਸਾਡਾ ਰਾਈਟ ਆਪਸ਼ਨ ਬਣਦਾ ਹੈਗਾ। ਅਕੋਰਡਿੰਗ ਟੂ ਆਪਸ਼ਨ ਕੀ ਬਣ ਗਿਆ, 1 ਐਂਡ 3rd ਓਨਲੀ, ਮਤਲਬ ਪਹਿਲਾ ਤੇ ਤੀਜਾ ਆਪਸ਼ਨ ਹੈ ਜਿਹੜਾ ਸਾਡਾ ਉਹ ਕੀ ਆ, ਰਾਈਟ ਆਪਸ਼ਨ ਹੈ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਇੱਕ ਵਾਰੀ ਤੁਸੀਂ ਖੁਦ ਵੀ ਕੁਐਸਚਨ ਧਿਆਨ ਨਾਲ ਪੜ੍ਹਨਾ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਕਿ ਤੁਸੀਂ ਕੁਐਸਚਨ ਕਿਸ ਤਰੀਕੇ ਨਾਲ ਪੜ੍ਹ ਰਹੇ ਹੋ। ਪੇਪਰ ਦੇ ਵਿੱਚ ਇਹ ਚੀਜ਼ਾਂ ਬੱਚੇ ਬਹੁਤ ਫੇਸ ਕਰਦੇ ਨੇ ਕਿ ਕੁਐਸਚਨ ਸਹੀ ਢੰਗ ਨਾਲ ਨਹੀਂ ਪੜ੍ਹ ਪਾਉਂਦੇ, ਫਿਰ ਆਨਸਰ ਸਹੀ ਢੰਗ ਨਾਲ ਕਿਵੇਂ ਕਰੋਗੇ। ਸੋ ਸਵਾਲ ਪੜ੍ਹਨਾ ਵੀ ਇੱਕ ਕਲਾ ਹੈ। ਹਾਂਜੀ, which of the following acts introduced the principle of constitutional autocracy? ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਇੰਪੋਰਟੈਂਟ ਹੈ। ਲਓ ਜੀ, ਪਹਿਲਾਂ ਤੁਹਾਨੂੰ ਮੌਕਾ ਦਿੱਤਾ ਜਾਊਗਾ, ਤੁਸੀਂ ਸਵਾਲ ਹੱਲ ਕਰੋਗੇ। ਆਫਟਰ ਦੈਟ ਮੈਂ ਤੁਹਾਨੂੰ ਦੱਸਦੀ ਹਾਂ ਵਿਧਾਨ ਸਰ। ਹਾਂਜੀ ਐਵਰੀਬਡੀ, 10th ਕੁਐਸਚਨ ਦਾ ਆਨਸਰ ਕੀ ਆਊਗਾ? ਹੁਣ ਇਹਦਾ ਮਤਲਬ ਕੀ ਹੈ, ਹੁਣ ਇਹਦਾ ਮਤਲਬ ਕੀ ਹੈ, ਇਸ ਚੀਜ਼ ਨੂੰ ਥੋੜਾ ਜਿਹਾ ਡੀਪਲੀ ਸਮਝਣਾ ਹੈ। ਹਾਂਜੀ, ਸੰਵਿਧਾਨਕ ਤਾਨਾਸ਼ਾਹੀ ਦਾ ਸਿਧਾਂਤ, ਵਿਧਾਨਕ ਤਾਨਾਸ਼ਾਹੀ ਦਾ ਸਿਧਾਂਤ ਪੇਸ਼ ਕੀਤਾ। ਅਸਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ 1935 ਦਾ ਐਕਟ ਜਿਹੜਾ ਆਇਆ, ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਆਇਆ 1935 ਦਾ, ਉਹਦੇ ਵਿੱਚ ਕੀ ਕਿਹਾ ਗਿਆ ਕਿ ਭਾਈ ਸਾਡੇ ਸੈਂਟਰ ਤੇ ਸਟੇਟ ਨੂੰ ਪਾਵਰ ਦਿੱਤੀ ਜਾਵੇ। ਇਹੀ ਚੀਜ਼ ਡਿਸਕਸ਼ਨ ਹੋਈ ਉਸ ਐਕਟ ਦੇ ਵਿੱਚ ਕਿ ਜੇ ਸਾਡੇ ਸੈਂਟਰ ਕੋਲੇ ਪਾਵਰ ਆ, ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਜਿਹੜੀ ਕੇਂਦਰ ਲੈਵਲ ਤੇ ਪਾਵਰ ਹੈ ਉਹ ਜਿਹੜਾ ਨਾ ਮਾਤਰ ਦਾ ਮੁਖੀ ਹੈ ਉਹ ਕਿਹੜਾ ਬੰਦਾ ਹੁੰਦਾ ਹੈ, ਰਾਸ਼ਟਰਪਤੀ ਹੁੰਦਾ ਹੈ। ਔਰ ਜਿਹੜਾ ਸਾਡਾ ਰਾਜ ਲੈਵਲ ਤੇ ਨਾ ਮਾਤਰ ਦਾ ਮੁਖੀਆ ਹੁੰਦਾ ਹੈ ਉਹ ਕੌਣ ਹੁੰਦਾ ਹੈ, ਰਾਜਪਾਲ ਹੁੰਦਾ ਹੈ। ਉਸ ਸਮੇਂ ਰਾਸ਼ਟਰਪਤੀ ਨਾਂ ਦੀ ਅਥਾਰਟੀ ਤਾਂ ਕ੍ਰੀਏਟ ਹੀ ਨਹੀਂ ਹੋਈ ਸੀ, ਰਾਸ਼ਟਰਪਤੀ ਦੀ ਪੋਜੀਸ਼ਨ ਤਾਂ ਕ੍ਰੀਏਟ ਹੀ ਨਹੀਂ ਹੋਈ ਸੀ।
ਸੋ ਰਾਸ਼ਟਰਪਤੀ ਦੀ ਜਗ੍ਹਾ ਤੇ ਉੱਥੇ ਇੱਕ ਸ਼ਬਦ ਵਰਤਿਆ ਜਾਂਦਾ ਸੀ ਵਾਇਸਰੋਏ। ਰਾਸ਼ਟਰਪਤੀ ਦੀ ਜਗ੍ਹਾ ਤੇ ਉੱਥੇ ਇੱਕ ਅਥਾਰਟੀ ਆ ਵਾਇਸਰੋਏ। ਸੋ ਇਹ ਚੀਜ਼, ਇਹਨੂੰ ਕਿਹਾ ਜਾਂਦਾ ਸੰਵਿਧਾਨਕ ਤਾਨਾਸ਼ਾਹੀ ਦਾ ਸਿਧਾਂਤ, ਪ੍ਰਿੰਸੀਪਲ ਆਫ ਇੰਟਰੋਡਕਸ਼ਨ ਦਾ ਪ੍ਰਿੰਸੀਪਲ ਆਫ ਕਨਸਟੀਟਿਊਸ਼ਨਲ ਆਟੋਕ੍ਰੇਸੀ। ਕਨਸਟੀਟਿਊਸ਼ਨਲ ਆਟੋਕ੍ਰੇਸੀ ਦਾ ਮਤਲਬ ਕੀ ਹੈਗਾ ਕਿ ਜਿਹੜੀ ਕਾਰਜਕਾਰੀ ਸ਼ਕਤੀ ਹੈ ਉਹ ਰਾਜਪਾਲ ਕੋਲ ਹੋਊਗੀ, ਔਰ ਜਿਹੜੀ ਸੈਂਟਰ ਦੀ ਕਾਰਜਕਾਰੀ ਸ਼ਕਤੀ ਹੈ, ਹੁਣ ਆਪਾਂ ਨਹੀਂ ਇੱਕ ਚੀਜ਼ ਆਪਾਂ ਨਹੀਂ ਪੜ੍ਹਦੇ ਹੈਗੇ, ਆਪਾਂ ਕਿਹੜੀ ਚੀਜ਼ ਪੜ੍ਹਦੇ ਆ ਕਿ ਸਾਡੇ ਦੇਸ਼ ਦੇ ਵਿੱਚ, ਆਪਾਂ ਕਿਹੜੀ ਚੀਜ਼ ਪੜ੍ਹਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਐਗਜ਼ੀਕਿਊਟਿਵ ਪਾਵਰਸ ਨੇ, ਅੱਜ ਅਸੀਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕੀ ਪੜ੍ਹ ਰਹੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਐਗਜ਼ੀਕਿਊਟਿਵ ਪਾਵਰਸ ਨੇ, ਜਿਹੜੀਆਂ ਕਾਰਜਕਾਰੀ ਸ਼ਕਤੀਆਂ ਨੇ, ਉਹ ਦੋ ਤਰੀਕੇ ਨਾਲ ਵੰਡੀਆਂ ਜਾਂਦੀਆਂ ਨੇ, ਇੱਕ ਸੈਂਟਰ ਲੈਵਲ ਤੇ ਦੂਸਰਾ ਸਟੇਟ ਲੈਵਲ ਤੇ। ਸੈਂਟਰ ਲੈਵਲ ਦੀ ਕਾਰਜਕਾਰੀ ਸ਼ਕਤੀ ਕਿਹਦੇ ਕੋਲੇ ਹੁੰਦੀ ਹੈ? ਰਾਸ਼ਟਰਪਤੀ ਕੋਲੇ ਹੁੰਦੀ ਹੈ। ਸਟੇਟ ਲੈਵਲ ਦੀ ਕਾਰਜਕਾਰੀ ਸ਼ਕਤੀ ਕਿਹਦੇ ਕੋਲੇ ਹੁੰਦੀ ਹੈ? ਰਾਜਪਾਲ ਕੋਲੇ ਹੁੰਦੀ ਹੈ। ਆਰਟੀਕਲ 53 ਯਾਦ ਆ ਰਾਸ਼ਟਰਪਤੀ ਵਾਲਾ ਆਰਟੀਕਲ 53 ਕੀ ਕਹਿੰਦਾ ਹੈ? ਤਾਂ ਸੇਮ ਚੀਜ਼ ਇਹਨੂੰ ਕਿਹਾ ਜਾਂਦਾ ਹੈ ਸੰਵਿਧਾਨਕ ਆਟੋਕ੍ਰੇਸੀ ਦਾ ਸਿਧਾਂਤ, ਜਿਹੜਾ ਕਿ ਸਾਨੂੰ 1935 ਦੇ ਐਕਟ ਦੇ ਤਹਿਤ ਪ੍ਰੋਵਾਈਡ ਕੀਤਾ ਗਿਆ। ਮਤਲਬ ਸਾਡਾ ਆਨਸਰ ਆਊਗਾ ਸੀ ਆਪਸ਼ਨ, that is Government of India Act 1935। ਕਲੀਅਰ ਪੁਆਇੰਟ ਸਾਰੇ ਬੱਚਿਆਂ ਨੂੰ? ਇਹ ਥੋੜਾ ਜਿਹਾ ਤੁਹਾਨੂੰ ਟਫ ਲੱਗੂਗਾ, ਥੋੜਾ ਜਿਹਾ ਐਡਵਾਂਸ ਵੀ ਲੱਗੂਗਾ, ਬਟ ਇਟਸ ਲਾਈਕ ਇੰਪੋਰਟੈਂਟ ਐਂਡ ਵੈਰੀ ਈਜ਼ੀ। ਜਦੋਂ ਤੁਸੀਂ ਸਮਝ ਲੈਣ ਉਦੋਂ ਸੌਖਾ ਹੋ ਜਾਂਦਾ। ਅਗਲਾ ਕੁਐਸਚਨ ਕੀ ਕਹਿੰਦਾ ਜੀ? ਨੈਕਸਟ ਕੁਐਸਚਨ ਕਹਿੰਦਾ ਹੈ the Indian legislature was made bicameral for the first time by। ਭਾਰਤ ਦੁਆਰਾ ਕਿਸ ਐਕਟ, ਭਾਰਤ ਦੇ ਵਿੱਚ ਕਿਸ ਐਕਟ ਦੁਆਰਾ ਪਹਿਲੀ ਵਾਰੀ ਵਿਧਾਨ ਸਭਾ ਨੂੰ, ਇੰਡੀਅਨ ਲੈਜਿਸਲੇਚਰ ਨੂੰ, ਇਹ ਮਤਲਬ ਵਿਧਾਨ ਪਾਲਿਕਾ ਨੂੰ, ਵਿਧਾਨ ਸਭਾ ਨਹੀਂ, ਵਿਧਾਨ ਪਾਲਿਕਾ ਨੂੰ, ਦੋ ਕੈਮਰਾ ਨਹੀਂ, ਦੋ ਸਦਨੀ, ਪੂਰੀ ਕੁਝ ਲਿਖਿਆ ਪਿਆ, ਦੋ ਸਦਨੀ ਬਣਾਇਆ। ਠੀਕ ਹੈ, ਕੁਐਸਚਨ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ, ਸਾਡੇ ਦੇਸ਼ ਦੀ ਵਿਧਾਨ ਪਾਲਿਕਾ ਨੂੰ ਦੋ ਸਦਨੀ ਕਿਹੜੇ ਐਕਟ ਦੇ ਤਹਿਤ ਬਣਾਇਆ ਗਿਆ? ਤੁਹਾਡੇ ਯਾਦ ਹੋਣਾ ਕਿ ਇੱਕ ਆਪਣੇ ਦੇਸ਼ ਦੇ ਵਿੱਚ ਬਣਿਆ ਜੀ ਲੋਅਰ ਹਾਊਸ, ਇੱਕ ਆਪਣੇ ਦੇਸ਼ ਦੇ ਵਿੱਚ ਬਣਿਆ ਲੋਅਰ ਹਾਊਸ, ਇੱਕ ਆਪਣੇ ਦੇਸ਼ ਦੇ ਵਿੱਚ ਬਣਿਆ ਜੀ ਅਪਰ ਹਾਊਸ। ਲੋਅਰ ਹਾਊਸ ਮਤਲਬ ਸਾਡੇ ਦੇਸ਼ ਦਾ ਹੇਠਲਾ ਸਦਨ ਹੈ ਜੀ, ਅਪਰ ਹਾਊਸ ਮਤਲਬ ਸਾਡੇ ਦੇਸ਼ ਦਾ ਉੱਪਰਲਾ ਸਦਨ ਹੈ ਜੀ। ਲੋਅਰ ਹਾਊਸ ਜਿਹਨੂੰ ਅੱਜ ਅਸੀਂ ਨਾਮ ਨਾਲ ਜਾਣਦੇ ਆ ਲੋਕ ਸਭਾ, ਅਪਰ ਹਾਊਸ ਜਿਹਨੂੰ ਅਸੀਂ ਅੱਜ ਨਾਮ ਨਾਲ ਜਾਣਦੇ ਆ ਰਾਜ ਸਭਾ। ਇਹ ਚੀਜ਼ ਕਿਹੜੇ ਐਕਟ ਦੇ ਨਾਲ ਇੰਟਰੋਡਿਊਸ ਹੋਈ ਹੈ? ਇਹ ਮੈਂ ਤੁਹਾਨੂੰ ਬਾਰੀ-ਬਾਰੀ ਇਹ ਪੁਆਇੰਟ ਜਿਹੜਾ ਹੈਗਾ ਕਲੀਅਰ ਕਰਕੇ ਦੱਸਿਆ ਸੀ ਕਿ ਸਾਡੇ ਦੇਸ਼ ਦੀ ਵਿਧਾਨ ਪਾਲਿਕਾ ਨੂੰ ਪਹਿਲੀ ਵਾਰੀ ਦੋਹਰੀ ਸਰਕਾਰ, ਦੋਹਰੀ ਸ਼ਾਸਨ ਪ੍ਰਣਾਲੀ, ਠੀਕ ਹੈ, ਦੋ ਤਰੀਕੇ ਦੇ ਨਾਲ ਦੇਖਿਆ ਗਿਆ, ਦੋ ਤਰੀਕੇ ਦੇ ਨਾਲ ਵੰਡਿਆ ਗਿਆ, ਔਰ ਇਹ ਚੀਜ਼ ਪੋਸੀਬਲ ਹੋਈ ਹੈ ਜੀ। ਦ ਗਵਰਨਮੈਂਟ ਆਫ ਇੰਡੀਆ ਐਕਟ 1919, 1919 ਦਾ ਐਕਟ ਇੱਕ ਜ਼ਬਰਦਸਤ ਚੀਜ਼ ਲੈ ਕੇ ਆਇਆ ਕਿ ਸਾਡੇ ਦੇਸ਼ ਦੀ ਜੋ ਵਿਧਾਨ ਪਾਲਿਕਾ ਹੈ, ਵਿਧਾਨ ਪਾਲਿਕਾ ਦਾ ਨਾਮ ਉਸ ਸਮੇਂ ਇੰਡੀਅਨ ਲੈਜਿਸਲੇਟਿਵ ਕੌਂਸਲ, ਉਸ ਸਮੇਂ ਦੀ ਵਿਧਾਨ ਪਾਲਿਕਾ ਦਾ ਨਾਮ ਕੀ ਸੀ? ਇੰਡੀਅਨ ਲੈਜਿਸਲੇਟਿਵ ਕੌਂਸਲ, ਜਿਹੜੀ ਕਿ ਅੱਗੇ ਜਾ ਕੇ ਸਾਡੀ ਸੰਸਦ ਬਣੀ, ਜਿਹੜੀ ਕਿ ਪ੍ਰੈਜ਼ੈਂਟ ਸਾਡੇ ਦੇਸ਼ ਦੇ ਵਿੱਚ ਕਿਹੜੇ ਨਾਮ ਨਾਲ ਜਾਣੀ ਜਾਂਦੀ ਹੈ? ਸੰਸਦ। ਵਿਧਾਨ ਪਾਲਿਕਾ ਦਾ ਕੰਮ ਕੀ ਹੈ? ਕਾਨੂੰਨ ਬਣਾਉਣਾ। ਦੋ ਕਾਉਂਸਲਸ ਬਣ ਚੁੱਕੀਆਂ ਨੇ ਨਾ, ਆਪਾਂ ਕਿਹਾ ਸੀ ਕਿ ਕਾਨੂੰਨ ਬਣਾਉਣਾ ਤੇ ਕਾਨੂੰਨ ਲਾਗੂ ਕਰਨਾ ਦੋ ਸੈਪਰੇਟ ਟਾਸਕ ਹੋ ਰਹੇ ਨੇ। ਕਾਨੂੰਨ ਬਣਾਊਗੀ ਕੌਣ? ਇੰਡੀਅਨ ਲੈਜਿਸਲੇਟਿਵ ਕੌਂਸਲ। ਕਾਨੂੰਨ ਲਾਗੂ ਕੌਣ ਕਰੂਗੀ? ਜਿਹੜੀ ਉਹ ਚਾਰ ਬੰਦਿਆਂ ਵਾਲੀ, ਆਪਾਂ ਨਹੀਂ ਪੜ੍ਹੀ, ਐਗਜ਼ੀਕਿਊਟਿਵ ਕੌਂਸਲ ਹੈ, ਕਾਰਜਕਾਰੀ ਕੌਂਸਲ ਹੈ, ਉਹ ਵਾਲਾ ਪੁਆਇੰਟ ਹੈ ਇਹ। ਠੀਕ ਹੈ, ਸੋ 1919 ਦੇ ਐਕਟ ਦੇ ਨਾਲ ਜਿਹੜੀ ਸਾਡੀ ਲੈਜਿਸਲੇਟਿਵ ਕੌਂਸਲ ਸੀ, ਜੋ ਸਾਡੇ ਦੇਸ਼ ਦੀ ਵਿਧਾਨ ਪਾਲਿਕਾ ਸੀ, ਉਹਨੂੰ ਦੋ ਸਦਨੀ ਬਣਾ ਦਿੱਤਾ ਗਿਆ। ਦਿਸ ਇਜ਼ ਵੈਰੀ ਇੰਪੋਰਟੈਂਟ ਪੁਆਇੰਟ। ਲੋਕ ਸਭਾ ਦੀ 145 ਸੀਟਾਂ, ਹਨਾ, ਇਹ ਸਾਰੀਆਂ ਚੀਜ਼ਾਂ ਰਿਵਾਈਜ਼ ਅਪ ਕਰੋ, ਆਪਾਂ ਕਲਾਸ ਦੇ ਵਿੱਚ ਬਹੁਤ ਇੰਪੋਰਟੈਂਟਲੀ ਕਰੀਆਂ ਨੇ। ਅਗਲਾ ਪੁਆਇੰਟ ਹੈ ਜੀ, ਅਗਲਾ ਕੁਐਸਚਨ ਹੈ ਦਾ ਪਾਵਰ ਆਫ ਦਾ ਪ੍ਰੈਜ਼ੀਡੈਂਟ ਟੂ ਇਸ਼ੂ ਆਰਡੀਨੈਂਸ ਇਜ਼ ਅ ਰਿਲਿਕ ਆਫ। ਇਹ ਬਹੁਤ ਇੰਪੋਰਟੈਂਟ ਪੁਆਇੰਟ, ਔਰ ਮੈਂ ਤੁਹਾਨੂੰ ਸੇਮ ਡਿਟੋ ਕੋਰਿਲੇਟ ਕਰਕੇ ਦੱਸਿਆਗਾ ਵੀ ਸਾਡੇ ਦੇਸ਼ ਦੇ ਵਿੱਚ ਪ੍ਰੈਜ਼ੈਂਟ ਰਾਸ਼ਟਰਪਤੀ ਕੋਲੇ ਆਰਡੀਨੈਂਸ ਪਾਵਰ ਹੈ ਕਿ ਨਹੀਂ ਹੈ? ਆਰਟੀਕਲ 123 ਇਹ ਸਾਡੇ ਦੇਸ਼ ਦੇ ਵਿੱਚ ਪ੍ਰੈਜ਼ੈਂਟ ਰਾਸ਼ਟਰਪਤੀ ਨੂੰ ਕੀ ਦਿੰਦਾ? ਆਰਡੀਨੈਂਸ ਪਾਵਰ ਦਿੰਦਾ। ਔਰ ਇੱਕ ਹੋਰ ਪੁਆਇੰਟ ਇੰਪੋਰਟੈਂਟਲੀ ਦੱਸ ਦਿੰਦੀ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਆਰਡੀਨੈਂਸ ਪਾਵਰ ਹੈ, ਅੱਜ ਤੇ ਆ ਜਾਓ, ਬਾਅਦ ਚ ਉੱਥੇ ਫਿਰ ਜਾਵਾਂਗੇ, ਆਰਡੀਨੈਂਸ ਪਾਵਰ ਦੋ ਬੰਦਿਆਂ ਕੋਲੇ ਹੁੰਦੀ ਹੈ। ਜਿਹੜੀ ਸਾਡੇ ਕੇਂਦਰ ਪੱਧਰ ਤੇ ਆਰਡੀਨੈਂਸ ਪਾਵਰ ਆ ਰਾਸ਼ਟਰਪਤੀ ਕੋਲੇ ਹੁੰਦੀ ਹੈ, ਜਿਹੜੀ ਰਾਜ ਪੱਧਰ ਤੇ ਸਾਡੇ ਆਰਡੀਨੈਂਸ ਪਾਵਰ ਆ ਉਹ ਕਿਹਦੇ ਕੋਲੇ ਹੁੰਦੀ ਆ? ਰਾਜਪਾਲ ਕੋਲੇ। ਰਾਸ਼ਟਰਪਤੀ ਕੋਲੇ ਆਰਡੀਨੈਂਸ ਪਾਵਰ ਕਿਹੜੇ ਆਰਟੀਕਲ ਦੇ ਹੇਠ ਹੁੰਦੀ ਆ? 123। ਔਰ ਜੇ ਆਪਾਂ ਗੱਲ ਕਰੀਏ ਜੀ ਸਾਡੇ ਦੇਸ਼ ਦੇ ਵਿੱਚ ਰਾਜਪਾਲ ਕੋਲੇ ਜਿਹੜੀ ਹੈਗੀ ਆ ਪਾਵਰ, ਉਹ ਕਿਹੜੇ ਐਕਟ ਦੇ ਤਹਿਤ ਹੁੰਦੀ ਹੈ? 212। ਰਾਜਪਾਲ ਕੋਲੇ ਆਰਡੀਨੈਂਸ ਪਾਵਰ ਕਿਹੜੇ ਐਕਟ ਦੇ ਤਹਿਤ ਹੁੰਦੀ ਹੈ? 212। ਇਹਦਾ ਮਤਲਬ ਰਾਸ਼ਟਰਪਤੀ ਲੋੜ ਪੈਣ ਤੇ ਕਦੇ ਲੋਕ ਸਭਾ ਤੇ ਰਾਜ ਸਭਾ ਦੀ ਮਰਜ਼ੀ ਤੋਂ ਬਿਨਾਂ ਵੀ ਕਾਨੂੰਨ ਬਣਾ ਸਕਦਾ, ਜੋ ਟੈਂਪਰੇਰੀ ਤੌਰ ਤੇ ਲਾਗੂ ਰਹਿੰਦਾ। ਇਹ ਪਾਵਰ ਕਿਹੜੇ ਐਕਟ ਤੋਂ ਪ੍ਰਭਾਵਿਤ ਹੋ ਕੇ ਆਈ ਹੈ, ਜਾਂ ਇਹ ਪਾਵਰ ਸਾਡੇ ਦੇਸ਼ ਦੇ ਵਿੱਚ ਪਹਿਲਾਂ ਤੋਂ ਹੀ ਕਿਸੇ ਐਕਟ ਦੁਆਰਾ ਲਿਆਂਦੀ ਗਈ ਸੀ? ਉਸ ਐਕਟ ਦਾ ਨਾਮ ਕੀ ਹੈ? ਔਰ ਉਸ ਸਮੇਂ ਦੇ ਦੌਰਾਨ ਇਹ ਆਰਡੀਨੈਂਸ ਪਾਵਰ ਸੀ ਜਿਹੜੀ ਉਹ ਕਿਹਦੇ ਕੋਲੇ ਸੀ? ਵਾਇਸਰੋਏ ਕੋਲੇ ਹੁੰਦੀ ਸੀ, ਕਿਉਂਕਿ ਉਦੋਂ ਰਾਸ਼ਟਰਪਤੀ ਵਰਗਾ ਕੌਣ ਹੁੰਦਾ ਸੀ? ਵਾਇਸਰੋਏ। ਫਿਰ ਅਸੀਂ ਵਾਇਸਰੋਏ ਨੂੰ ਚੇਂਜ ਕਰਕੇ ਕਿਹਦੇ ਚੇਂਜ ਕਰਤਾ? ਰਾਸ਼ਟਰਪਤੀ। ਕੱਲ ਆਪਾਂ ਪੜਿਆ ਸੀ ਨਾ ਕਿ ਭਾਰਤ ਦਾ ਆਖਰੀ ਗਵਰਨਰ ਜਨਰਲ ਜਿਹਨੂੰ ਅਸੀਂ ਚੇਂਜ ਕਰਤਾ ਸੀਗਾ, ਕਿਹੜਾ ਬੰਦਾ ਸੀ? ਰਾਜਾ ਸੀ ਗੋਪਾਲਚਾਰੀ। ਫਿਰ ਅਸੀਂ ਸੰਵਿਧਾਨ ਬਣਾਇਆ, ਫਿਰ ਅਸੀਂ ਵਾਇਸਰੋਏ ਦੀ ਪੋਜੀਸ਼ਨ ਉਡਾਤੀ, ਔਰ ਫਿਰ ਅਸੀਂ ਉਸ ਤੋਂ ਬਾਅਦ ਕੀ ਕਰਿਆ?
ਗਵਰਨਰ ਜਨਰਲ ਦੀ ਪੋਜੀਸ਼ਨ ਹਟਾ ਕੇ ਉਸ ਤੋਂ ਬਾਅਦ ਕੀ ਲਿਆਂਦਾ, ਰਾਸ਼ਟਰਪਤੀ ਲਿਆਂਦਾ। ਸੋ ਉਸ ਸਮੇਂ ਸਾਡੇ ਦੇਸ਼ ਦੇ ਵਿੱਚ ਵਾਇਸਰਾਏ ਨੂੰ ਅਥਾਰਟੀ ਦਿੱਤੀ ਗਈ ਕਿ ਭਾਈ ਲੋੜ ਪੈਣ ਤੇ ਤੂੰ ਬਣਾ ਸਕਦਾ, ਆਰਡੀਨੈਂਸ ਪਾਵਰ ਤੇਰੇ ਕੋਲੇ ਰਹੂਗੀ। ਇਹ ਪੋਸੀਬਲ ਹੋਇਆ ਗਵਰਨਮੈਂਟ ਆਫ ਇੰਡੀਆ ਐਕਟ 1935, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ। ਆ ਪੁਆਇੰਟਸ ਦਾ ਬੇਸ ਸਮਝਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਇਹ ਬਹੁਤ ਇੰਪੋਰਟੈਂਟਲੀ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ। ਅਗਲਾ ਪੁਆਇੰਟ ਹੈ ਜੀ ਸਾਡਾ, ਅਗਲਾ ਪੁਆਇੰਟ ਹੈ ਤੇ ਲਓ ਜੀ, ਕਿਸ ਐਕਟ ਨੇ ਪਹਿਲੀ ਵਾਰੀ ਭਾਰਤੀਆਂ ਲਈ ਆਪਣੇ ਦੇਸ਼ ਦੇ ਪ੍ਰਸ਼ਾਸਨ ਦੇ ਵਿੱਚ ਕੁਝ ਹਿੱਸਾ ਲੈਣਾ ਸੰਭਵ ਬਣਾਇਆ। ਹੁਣ ਦੇਖੋ, ਇਸ ਤੋਂ ਪਹਿਲਾਂ ਕੀ ਹੁੰਦਾ ਸੀ, ਜੋ ਸਾਡੇ ਦੇਸ਼ ਦੇ ਲੋਕ ਨੇ ਉਹਨਾਂ ਦਾ ਪ੍ਰਸ਼ਾਸਨਿਕ ਪ੍ਰਬੰਧ ਦੇ ਵਿੱਚ ਹਿੱਸਾ ਲੈਣਾ ਕੰਪਲੀਟਲੀ ਬੈਨ ਸੀ। ਉਸ ਤੋਂ ਬਾਅਦ ਥੋੜਾ ਬਹੁਤਾ ਇਹ ਚੀਜ਼ ਜਿਹੜੀ ਹੈ ਉਹ ਭਾਰਤੀਆਂ ਦੇ ਲਈ ਖੋਲ ਦਿੱਤੀ ਗਈ। ਇਹ ਕਿਹੜੇ ਐਕਟ ਦੇ ਤਹਿਤ ਪੋਸੀਬਲ ਹੋਈ ਹੈ? ਅਸੀਂ ਸੇਮ ਚੀਜ਼ ਕਲਾਸ ਦੇ ਵਿੱਚ ਕਰੀ ਹੋਈ ਹੈ ਕਿ ਹੁਣ ਭਾਰਤੀਆਂ ਨੂੰ ਇੱਕ ਹਿਸਾਬ ਦੇ ਨਾਲ ਥੋੜੀ ਜਿਹੀ ਓਪਨ ਪਰਮਿਸ਼ਨ ਮਿਲ ਗਈ। ਇਹ ਚੀਜ਼ ਹੋਈ ਆ 1833 ਦੇ ਐਕਟ ਦੇ ਨਾਲ। ਇਹ ਉਹੀ ਐਕਟ ਹੈ ਜਿਹੜੇ ਐਕਟ ਦੇ ਤਹਿਤ ਮੋਨੋਪੋਲੀ ਖਤਮ ਕਰ ਦਿੱਤੀ, ਕੰਪਲੀਟ ਮੋਨੋਪੋਲੀ ਖਤਮ ਕੀਤੀ। 1833 ਦਾ ਐਕਟ ਤਾਂ ਬਹੁਤ ਕੁਝ ਲੈ ਕੇ ਆਇਆ, ਉਹਦੇ ਵਿੱਚ ਇੱਕ ਇਹ ਵੀ ਲੈ ਕੇ ਆਇਆ ਕਿ ਭਾਈ ਭਾਰਤੀਆਂ ਨੂੰ ਵੀ ਥੋੜੀ ਮੋਟੀ ਇੰਟਰਫੇਰੈਂਸ ਕਰਨ ਦਿਓ, ਇਹਨਾਂ ਦਾ ਦੇਸ਼ ਹੈ, ਇਹਨਾਂ ਦੇ ਉੱਪਰ ਆਪਾਂ ਰਾਜ ਕਰਨਾ ਹੈ। ਠੀਕ ਹੈ, ਅਗਲਾ ਪੁਆਇੰਟ ਹੈ, ਭਾਰਤ ਦੇ ਸੰਵਿਧਾਨ ਅਨੁਸਾਰ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੇਠ ਲਿਖਿਆ ਵਿੱਚ ਕਿਸ ਤੇ ਅਧਿਕਾਰਤ ਸੀ। ਹੁਣ ਆਪਾਂ ਨੇ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਭਾਵ ਕੀ ਹੈ? ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਭਾਵ ਹੈ ਉਹ ਤਿੰਨ ਲਿਸਟਾਂ, ਉਹ ਤਿੰਨ ਸੂਚੀਆਂ ਜਿਹੜੀਆਂ ਅਸੀਂ ਅੱਜ ਦੇ ਸੰਵਿਧਾਨ ਦੀ 7ਵੀਂ ਅਨੁਸੂਚੀ ਦੇ ਵਿੱਚ ਪੜ੍ਹਦੇ ਹਾਂ। ਸੰਘ ਸੂਚੀ, ਕੇਂਦਰ ਸੂਚੀ, ਸੰਵਰਤੀ ਸੂਚੀ। ਇਹ ਚੀਜ਼ ਜਿਹੜੀ ਹੈ ਉਹ ਕਿਸ ਐਕਟ ਤੋਂ ਪ੍ਰਭਾਵਿਤ ਹੈ? ਇਹ ਚੀਜ਼ ਕਿਹੜੇ ਐਕਟ ਦੇ ਤਹਿਤ ਆਈ? ਇਹ ਕਿਹੜਾ ਐਕਟ ਸੀ ਜੀ? ਗਵਰਨਮੈਂਟ ਆਫ ਇੰਡੀਆ ਐਕਟ 1935, 1935 ਦੇ ਐਕਟ ਦੇ ਨਾਲ ਇਹ ਤਿੰਨ ਸੂਚੀਆਂ ਨੇ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਕੇਂਦਰ ਅਤੇ ਰਾਜ ਦੀ ਪਾਵਰ ਜਿਹੜੀ ਹੈਗੀ ਹੈ ਉਹਦੀ ਡਿਵੀਜ਼ਨ ਲੈ ਕੇ ਆਈ ਹੈ। ਅਗਲਾ ਪੁਆਇੰਟ ਹੈ ਜੀ, ਅਗਲਾ ਪੁਆਇੰਟ ਹੈ, ਭਾਰਤ ਵਿੱਚ ਇੱਕ ਸੰਘੀ ਪ੍ਰਣਾਲੀ ਅਤੇ ਕੇਂਦਰ ਵਿੱਚ ਡਾਇਰਕੀ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਹੁਣ ਕੇਂਦਰ ਦੇ ਵਿੱਚ ਡਾਇਰਕੀ ਦੀ ਸ਼ੁਰੂਆਤ ਹੁੰਦੀ ਹੈ 1935 ਦੇ ਐਕਟ ਦੇ ਨਾਲ, ਔਰ ਭਾਰਤ ਵਿੱਚ ਫੈਡਰਲ, ਮੈਂ ਤੁਹਾਨੂੰ ਦੱਸਿਆ ਵੀ ਜਦੋਂ ਵੀ ਫੈਡਰਲ ਸ਼ਬਦ ਆ ਗਿਆ ਤਾਂ ਉਹਦਾ ਆਨਸਰ ਆਲਵੇਜ਼ ਕੀ ਹੋਊਗਾ? 1935। ਦੋ ਪੁਆਇੰਟ ਕਹੇ ਗਏ ਨੇ, ਇੱਕ ਸਾਡੇ ਦੇਸ਼ ਦਾ ਫੈਡਰਲ ਸਿਸਟਮ, ਦੂਸਰਾ ਸਾਡੇ ਦੇਸ਼ ਦਾ ਕਿਹੜਾ ਜੀ? ਡਾਇਰਕੀ ਐਟ ਸੈਂਟਰ, ਪ੍ਰੋਵਿੰਸਸ 1919, ਸੈਂਟਰ 1935। ਸੋ ਆਪਣਾ ਆਨਸਰ ਆ ਗਿਆ ਜੀ 1935 ਦਾ ਐਕਟ। ਅਗਲਾ ਪੁਆਇੰਟ ਹੈ ਜੀ, the provisions for the establishment of all India federation was included in all India federation। ਅਗੇਨ ਫੈਡਰੇਸ਼ਨ ਸ਼ਬਦ ਆਇਆ, ਅਗੇਨ ਸਾਡਾ ਆਨਸਰ 1935 ਰਹੂਗਾ। ਜੇ ਤੁਹਾਨੂੰ ਕਦੇ ਵੀ ਇਸ ਪੁਆਇੰਟ ਦੇ ਰਿਲੇਟਡ ਕੋਈ ਪੁਆਇੰਟ ਯਾਦ ਨਹੀਂ ਰਹਿੰਦਾ ਤਾਂ ਤੁਸੀਂ ਇਸ ਚੀਜ਼ ਨੂੰ ਕੇਅਰਫੁਲੀ ਤਰੀਕੇ ਨਾਲ ਕਵਰ ਅਪ ਕਰ ਲੈਣਾ ਕਿ ਜਿੱਥੇ ਵੀ ਫੈਡਰੇਸ਼ਨ ਸ਼ਬਦ ਆ ਗਿਆ ਉਹਦਾ ਮਤਲਬ ਕੀ ਹੋਊਗਾ? 1935 ਹੀ ਹੋਊਗਾ। ਚਾਹੇ ਆਲ ਇੰਡੀਆ ਫੈਡਰੇਸ਼ਨ ਹੈ, ਚਾਹੇ ਫੈਡਰਲ ਕੋਰਟ ਆ, ਚਾਹੇ ਫੈਡਰਲ ਬੈਂਕ ਹੈ, ਚਾਹੇ ਕੁਝ ਵੀ ਫੈਡਰੇਸ਼ਨ ਆ। ਅਗਲਾ ਪੁਆਇੰਟ ਜੀ, ਅਗਲਾ ਪੁਆਇੰਟ ਕੀ ਹੈ? ਭਾਰਤ ਸਰਕਾਰ ਐਕਟ 1935 ਦੁਆਰਾ ਸਥਾਪਿਤ ਫੈਡਰੇਸ਼ਨ ਦੇ ਵਿੱਚ ਬਾਕੀ ਸ਼ਕਤੀਆਂ ਕਿਹਨੂੰ ਦਿੱਤੀਆਂ ਗਈਆਂ? ਇਨ ਦਾ ਫੈਡਰੇਸ਼ਨ ਐਸਟੈਬਲਿਸ਼ਡ ਬਾय ਦਾ ਗਵਰਨਮੈਂਟ ਆਫ ਇੰਡੀਆ ਐਕਟ ਆਫ 1935 ਰੈਜ਼ੀਡਿਊਰੀ ਪਾਵਰਸ ਦਾ ਮਤਲਬ ਕੀ ਹੁੰਦਾ? ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ। ਅੱਜ ਵੀ ਅਸੀਂ ਬਾਕੀ ਸ਼ਕਤੀਆਂ ਪੜ੍ਹਦੇ ਹਾਂ, ਹੁਣ ਇਹਦੇ ਤੇ ਥੋੜਾ ਜਿਹਾ ਧਿਆਨ ਦੇਣਾ। ਆਪਾਂ ਨਾ ਨਿਊ ਪੇਜ ਕੱਢ ਲਈਏ। ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੀ 7ਵੀਂ ਅਨੁਸੂਚੀ, ਸਾਡੇ ਦੇਸ਼ ਦੀ 7ਵੀਂ ਅਨੁਸੂਚੀ ਪ੍ਰੈਜ਼ੈਂਟ ਗੱਲ ਕਰਦੇ ਆ, ਤਿੰਨ ਲਿਸਟਾਂ ਦਿੰਦੀ ਹੈ ਸਾਨੂੰ। ਇੱਕ ਕਿਹੜੀ ਲਿਸਟ ਦਿੰਦੀ ਹੈ? ਇੱਕ ਕਿਹੜੀ ਸੂਚੀ ਦਿੰਦੀ ਹੈ? ਸੰਘ ਸੂਚੀ। ਦੂਸਰੀ ਕਿਹੜੀ ਸੂਚੀ ਦਿੰਦੀ ਹੈ? ਰਾਜ ਸੂਚੀ। ਤੀਸਰੀ ਕਿਹੜੀ ਸੂਚੀ ਦਿੰਦੀ ਹੈ ਜੀ? ਸੰਵਰਤੀ ਸੂਚੀ। ਹਨਾ, ਸੰਘ ਸੂਚੀ ਨੂੰ ਤੁਸੀਂ ਕਹਿ ਦਿੰਦੇ ਹੋ ਯੂਨੀਅਨ ਲਿਸਟ ਕਹਿ ਦਿੰਦੇ ਹੋ, ਰਾਜ ਸੂਚੀ ਨੂੰ ਤੁਸੀਂ ਕਹਿ ਦਿੰਦੇ ਹੋ ਸਟੇਟ ਲਿਸਟ, ਹਨਾ, ਤੇ ਸੰਵਰਤੀ ਸੂਚੀ ਨੂੰ ਤੁਸੀਂ ਕੀ ਕਹਿ ਦਿੰਦੇ ਹੋ ਬੱਚੋ? ਕਨਕਰੰਟ ਲਿਸਟ। ਜਿਹੜੀ ਆਹ ਲਿਸਟ ਹੈ ਇਹਦੇ ਉੱਪਰ ਕਾਨੂੰਨ ਕੌਣ ਬਣਾਊਗੀ? ਕੇਂਦਰ ਸਰਕਾਰ। ਆਹ ਲਿਸਟ ਦੇ ਉੱਪਰ ਕਾਨੂੰਨ ਕੌਣ ਬਣਾਊਗੀ? ਸਟੇਟ ਗਵਰਨਮੈਂਟ। ਸੰਵਰਤੀ ਦੇ ਉੱਪਰ ਕਾਨੂੰਨ ਕੌਣ ਬਣਾਊਗਾ? ਸੈਂਟਰ ਤੇ ਸਟੇਟ ਦੋਵੇਂ ਮਿਲ ਕੇ ਬਣਾਉਣਗੀਆਂ। ਜਿਹੜੇ ਵਿਸ਼ੇ ਨਾ ਸੰਘ ਸੂਚੀ ਚ ਆਉਂਦੇ ਨੇ, ਨਾ ਰਾਜ ਸੂਚੀ ਚ ਆਉਂਦੇ ਨੇ, ਨਾ ਸੰਵਰਤੀ ਸੂਚੀ ਦੇ ਵਿੱਚ ਆਉਂਦੇ ਨੇ, ਜਿਹੜੇ ਵਿਸ਼ੇ ਨਾ ਸੰਘ ਸੂਚੀ ਚ ਆਉਂਦੇ ਨੇ, ਨਾ ਰਾਜ ਸੂਚੀ ਚ ਆਉਂਦੇ ਨੇ, ਨਾ ਹੀ ਸੰਵਰਤੀ ਸੂਚੀ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਅਸੀਂ ਬੋਲਦੇ ਹਾਂ ਰੈਜ਼ੀਡਿਊਰੀ ਸਬਜੈਕਟ। ਬਹੁਤ ਇੰਪੋਰਟੈਂਟ ਹੈ। ਰੈਜ਼ੀਡਿਊਰੀ ਪਾਵਰਸ ਵੀ ਕਹਿ ਦਿੰਦੇ ਆ, ਵਾਧੂ ਵਿਸ਼ੇ ਵੀ ਕਹਿ ਦਿੰਦੇ ਆ ਤੇ ਵਾਧੂ ਸ਼ਕਤੀਆਂ ਵੀ ਕਹਿ ਦਿੰਦੇ ਆ। ਦੋਵੇਂ ਪੁਆਇੰਟ ਯਾਦ ਰੱਖਣੇ ਨੇ। ਰੈਜ਼ੀਡਿਊਰੀ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਆ? ਵਾਧੂ ਵਿਸ਼ੇ ਵੀ ਕਹਿ ਦਿੰਦੇ ਆ ਔਰ ਵਾਧੂ ਸ਼ਕਤੀਆਂ ਵੀ ਕਹਿ ਦਿੰਦੇ ਆ। ਔਰ ਜੇ ਆਪਾਂ ਗੱਲ ਕਰੀਏ ਅੱਜ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਰੈਜ਼ੀਡਿਊਰੀ ਸਬਜੈਕਟ ਨੇ, ਇਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲੇ ਹੈ? ਸਾਡੇ ਦੇਸ਼ ਦੀ ਸੰਸਦ ਕੋਲੇ ਹੈ, ਸਾਡੇ ਦੇਸ਼ ਦੀ ਪਾਰਲੀਮੈਂਟ ਕੋਲੇ ਹੈ। ਔਰ ਇਹ ਰੈਜ਼ੀਡਿਊਰੀ ਸਬਜੈਕਟਸ ਦਾ ਪ੍ਰੈਜ਼ੈਂਟ ਆਰਟੀਕਲ ਕਿੰਨਾ ਹੈ? 248। ਪ੍ਰੈਜ਼ੈਂਟ ਆਰਟੀਕਲ ਕਿੰਨਾ ਹੈ? 248। ਇਹ ਬਹੁਤ ਇੰਪੋਰਟੈਂਟ ਹੈ ਸਾਡੇ ਲਈ।
और ये रेजिड्यूरी पावर एवें थोड़ा आ गई, ये रेजिड्यूरी पावर किसी पुराने एक्ट तो इंस्पायर्ड ने। और बच्चों जे आपां गल करिए ये जड़ियां रेजिड्यूरी पावर्स ने ये 1935 के एक्ट दे विच लिआंदियां गईयां, पर फर्क इन्ना है भी जदों उस समय रेजिड्यूरी पावर वाधू शक्तियां दित्तियां गईयां तां उदों किहनूं दित्तियां गईयां, गवर्नर जनरल नूं दित्तियां गईयां। तां उस समय दीयां रेजिड्यूरी पावर किहनूं दित्तियां गईयां, गवर्नर जनरल नूं। ਅੱਜ ਸਾਡੇ ਦੇਸ਼ ਦੇ ਵਿੱਚ ਰੈਜ਼ੀਡਿਊਰੀ ਪਾਵਰ ਕਿਹਦੇ ਕੋਲੇ ਆ, ਸੰਸਦ ਕੋਲੇ ਆ, ਪਾਰਲੀਮੈਂਟ ਕੋਲੇ ਆ। ਉਸ ਸਮੇਂ 1935 ਦੇ ਐਕਟ ਦੇ ਵਿੱਚ ਜਿਹੜੀਆਂ ਵਾਧੂ ਸ਼ਕਤੀਆਂ ਨੇ ਕਿਹਨੂੰ ਦਿੱਤੀਆਂ ਜਾਂਦੀਆਂ ਸੀ, ਗਵਰਨਰ ਜਨਰਲ, ਜੋ ਉਸ ਸਮੇਂ ਵਾਇਸਰੋਏ ਗਵਰਨਰ ਜਨਰਲ ਨਾਂ ਦਾ ਬੰਦਾ ਹੁੰਦਾ ਸੀ। ਇੰਪੋਰਟੈਂਟ ਆ। ਹਾਂਜੀ, ਅਗਲਾ ਸਵਾਲ ਕੀ ਕਹਿੰਦਾ ਹੈਗਾ, ਹੇਠ ਲਿਖਿਆਂ ਵਿੱਚੋਂ ਭਾਰਤੀ ਸਰਕਾਰ ਐਕਟ 1935 ਦੀ ਮੁੱਖ ਵਿਸ਼ੇਸ਼ਤਾ ਕਿਹੜੀ ਨਹੀਂ ਹੈ। ਮਤਲਬ ਨਹੀਂ, ਇਹ ਜ਼ਰੂਰ ਪੜ੍ਹਨਾ ਹੈ। ਕਈ ਬੱਚਿਆਂ ਨੂੰ ਪੇਪਰ ਦੇ ਵਿੱਚ ਜਾ ਕੇ ਨਹੀਂ ਦਿਖਣੋਂ ਹਟ ਜਾਂਦਾ ਹੈ। ਸੋ ਨਹੀਂ ਵਾਲਾ ਪੁਆਇੰਟ ਹੈ ਜਿਹੜਾ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਆ, ਇਹ ਚੀਜ਼ ਧਿਆਨ 'ਚ ਰੱਖਣੀ ਆ। ਆਲ ਇੰਡੀਆ ਫੈਡਰੇਸ਼ਨ ਪ੍ਰਦਾਨ ਕੀਤਾ ਗਿਆ ਹੈ, ਇਹ ਵਿਸ਼ੇਸ਼ਤਾ ਹੈਗੀ ਹੈ ਜੀ। ਸੋ ਇਹ ਆਪਣਾ ਆਪਸ਼ਨ ਨਹੀਂ ਹੋ ਸਕਦਾ। ਦੂਸਰਾ, ਬਾਕੀ ਰਹਿੰਦੇ ਵਿਸ਼ੇ ਸੂਬਾਈ ਵਿਧਾਨ ਸਭਾਵਾਂ ਨੂੰ ਦਿੱਤੇ ਗਈ। ਹਾਂਜੀ, ਕੀ ਇਹ ਪੁਆਇੰਟ ਸਹੀ ਹੈ? ਜਲਦੀ ਜਲਦੀ ਇਸ ਪੁਆਇੰਟ ਦੇ ਉੱਪਰ ਗੌਰ ਕਰੋ। ਹੁਣੇ ਤੁਹਾਨੂੰ ਇਹ ਪੁਆਇੰਟ ਦੱਸ ਕੇ ਹਟੀ ਵੀ ਭਾਈ ਜਿਹੜੇ ਬਾਕੀ ਬੱਚੇ ਵਿਸ਼ੇ ਸੀ, ਜਿਹੜੇ ਰੈਜ਼ੀਡਿਊਰੀ ਸਬਜੈਕਟ ਸੀ, ਇਹ ਗਵਰਨਰ ਜਨਰਲ ਜਾਂ ਵਾਇਸਰੋਏ ਨੂੰ ਦਿੱਤੇ ਗਏ, ਪਰ ਇੱਥੇ ਕੀ ਲਿਖਿਆ ਹੈ ਕਿ ਸੂਬਾਈ ਵਿਧਾਨ ਸਭਾਵਾਂ ਨੂੰ ਦਿੱਤੇ ਗਏ। ਤੇ ਇਹਦਾ ਮਤਲਬ ਇਹ ਪੁਆਇੰਟ ਕੀ ਹੈ, ਗਲਤ ਹੈ। ਤੀਸਰਾ ਪੁਆਇੰਟ, ਇਟ ਮਾਰਕਡ ਦਾ ਬਿਗਨਿੰਗ ਆਫ ਦਾ ਪ੍ਰੋਵਿੰਸ਼ੀਅਲ ਆਟੋਨੋਮੀ। ਬਿਲਕੁਲ ਜੀ, ਸਾਡੇ ਸੂਬਾਈ ਖੁਦਮੁਖਤਿਆਰੀ ਦੀ ਸ਼ੁਰੂਆਤ ਹੋ ਗਈ ਕਿਉਂਕਿ ਸੂਬਿਆਂ ਨੂੰ ਅਧਿਕਾਰ ਮਿਲ ਗਏ ਕਾਨੂੰਨ ਬਣਾਉਣ ਦੇ, ਸੈਂਟਰ ਨੂੰ ਅੱਡ, ਸਟੇਟ ਨੂੰ ਅੱਡ। ਇਹ ਪੁਆਇੰਟ ਕਲੀਅਰ ਹੈ। ਇਹਨਾਂ ਨੇ ਸੂਬਾਈ ਪੱਧਰ ਤੇ ਡਾਇਰਕੀ ਨੂੰ ਖਤਮ ਕੀਤਾ ਤੇ ਇਸ ਨੂੰ ਕੇਂਦਰ ਦੇ ਵਿੱਚ ਲਾਗੂ ਕੀਤਾ। 1935 ਦੇ ਐਕਟ ਦੀ ਇੱਕ ਬਹੁਤ ਵੱਡੀ ਸਪੈਸ਼ਲਿਟੀ ਆ ਕਿ ਪ੍ਰੋਵਿੰਸ਼ੀਅਲ ਲੈਵਲ ਤੇ ਡਾਇਰਕੀ ਖਤਮ ਕਰਕੇ ਸੈਂਟਰ ਲੈਵਲ ਤੇ ਡਾਇਰਕੀ ਸ਼ੁਰੂਆਤ ਹੋ ਗਈ। ਸੋ ਇਹ ਵੀ ਸਹੀ ਹੈ। ਆਪਾਂ ਨੂੰ ਗਲਤ ਵਾਲਾ ਪੁੱਛਿਆ, ਸੋ ਅਕੋਰਡਿੰਗ ਟੂ ਕੁਐਸਚਨ ਜਿਹੜਾ ਆਪਣਾ ਆਪਸ਼ਨ ਹੋਣਾ ਨਾ, ਉਹ ਕਿਹੜਾ ਆਪਸ਼ਨ ਹੋਣਾ ਜੀ, ਬੀ ਆਪਸ਼ਨ ਹੋਣਾ ਹੈਗਾ। ਅਗਲਾ ਪੁਆਇੰਟ, ਪਹਿਲਾਂ ਤੁਸੀਂ ਸਵਾਲ ਪੜੋ। Why is the Government of India Act 1935 ਇੰਪੋਰਟੈਂਟ ਕਿਉਂ ਹੈ? ਇਹ ਭਾਰਤੀ ਸੰਵਿਧਾਨ ਦਾ ਮੁੱਖ ਸੋਮਾ ਹੈ, ਜੋ ਕਿ ਅਸੀਂ ਘੱਟ ਤੋਂ ਘੱਟ 5 ਵਾਰੀ ਕਲਾਸ ਦੇ ਵਿੱਚ ਡਿਸਕਸ ਕਰ ਲਿਆ ਕਿ 1935 ਦਾ ਐਕਟ ਭਾਰਤੀ ਸੰਵਿਧਾਨ ਦਾ ਇੰਪੋਰਟੈਂਟ ਸੋਰਸ ਹੈ। ਸੋ ਪਹਿਲਾ ਆਪਸ਼ਨ ਸਹੀ ਹੈ, ਬਟ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਦੂਸਰੇ ਆਪਸ਼ਨ ਇਗਨੋਰ ਕਰਾਂਗੇ। ਕਈ ਵਾਰ ਐ ਪਿਆ ਹੁੰਦਾ 1 ਤੇ 2 ਤੇ 2 ਇੰਪੋਰਟੈਂਟਲੀ ਸਾਨੂੰ ਕਲੀਅਰ ਹੁੰਦੇ ਨੇ। ਇਹ ਲਓ ਜੀ, ਹਾਂ, ਇਸਨੇ ਭਾਰਤ ਨੂੰ ਆਜ਼ਾਦੀ ਦਿੱਤੀ। 1947 ਦਾ ਐਕਟ ਨੇ ਆਜ਼ਾਦੀ ਦਿੱਤੀ। ਇਹਨੇ ਭਾਰਤ ਦੀ ਵੰਡ ਦੀ ਕਲਪਨਾ ਕੀਤੀ, ਉਸ ਸਮੇਂ ਵੰਡ ਦਾ ਕੋਈ ਉਹ ਨਹੀਂ। ਇਹਨੇ ਮੂਲ ਰਾਜਾਂ ਨੂੰ ਖਤਮ ਕਰਤਾ, ਨੇਟਿਵ ਸਟੇਟਸ ਨੂੰ ਬਿਲਕੁਲ ਨਹੀਂ ਕਿਤੇ ਜ਼ਿਕਰ ਨਹੀਂ ਕਰਿਆ ਗਿਆ। ਸੋ ਆਪਣੇ ਕੋਲੇ ਆਪਸ਼ਨ ਏ ਕਰੈਕਟ ਰਹੇਗੀ। 1935 ਦਾ ਐਕਟ ਅੱਗੇ ਜਾ ਕੇ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਦਾ ਇੱਕ ਇੰਪੋਰਟੈਂਟ ਸੋਰਸ ਬਣਿਆ, ਜਿੱਥੋਂ ਸਾਡੇ ਦੇਸ਼ ਦਾ ਸੰਵਿਧਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਸੋ ਆਪਣਾ ਆਪਸ਼ਨ ਏ। ਅਗਲਾ ਪੁਆਇੰਟ ਹੈ ਜੀ, ਮੈਨੂੰ ਨਾ ਸੈੱਟ ਕਰਦਾ ਮਾੜਾ ਜਿਹਾ ਫਿਰ। ਲਓ ਜੀ, ਹੇਠ ਦਿੱਤੇ ਕਾਨੂੰਨਾਂ ਵਿੱਚੋਂ ਕਿਸ ਨੇ ਬਰਮਾ ਨੂੰ ਭਾਰਤ ਤੋਂ ਵੱਖ ਕੀਤਾ? ਆਪਾਂ ਇੱਕ ਛੋਟੂ ਜਿਹਾ ਪੁਆਇੰਟ ਲਿਖਿਆ ਸੀ ਔਰ ਮੇਰੇ ਖਿਆਲ ਦੇ ਵਿੱਚ ਇਸ ਐਕਟ ਦੇ ਵਿੱਚ ਆਪਾਂ ਮਿਡ ਜੇ ਦੇ ਵਿੱਚ ਇਹ ਪੁਆਇੰਟ ਲਿਖਿਆ ਸੀਗਾ, ਸਾਡੇ ਦੇਸ਼ ਦੇ ਵਿੱਚ ਭਾਰਤ ਤੋਂ ਬਰਮਾ ਨੂੰ ਅਲੱਗ ਕਰਨ ਵਾਲਾ ਐਕਟ ਜਿਹੜਾ ਹੈਗਾ ਉਹ ਕਿਹੜਾ ਐਕਟ ਹੈ? 1935। ਮਤਲਬ 1935 ਦਾ ਐਕਟ ਤੁਹਾਨੂੰ ਕਾਫੀ ਜ਼ਿਆਦਾ ਇੰਪੋਰਟੈਂਟ ਆ। ਇਹਦੇ ਨਾਲ ਰਿਲੇਟਡ ਰਿਪੀਟ ਕੁਐਸਚਨਸ ਆਉਂਦੇ ਨੇ। ਭਾਰਤ ਤੇ ਬਰਮਾ ਦੋ ਅਲੱਗ ਦੇਸ਼, ਬਰਮਾ ਮਿਆਂਮਾਰ, ਠੀਕ ਹੈ। ਹਾਂਜੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਗਲੇ ਪੁਆਇੰਟ ਦਾ, ਇੱਕ ਚੁਣੀ ਹੋਈ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਸੰਵਿਧਾਨ ਦੀ ਖੇਤੀ ਨਹੀਂ ਲਿਖਣਾ ਹੈ, ਇਹਨੂੰ ਮਤਲਬ ਫਰੇਮਿੰਗ ਲਿਖਣਾ, ਫਰੇਮ, ਢਾਂਚਾ, ਹਨਾ। ਦ ਪ੍ਰਪੋਜ਼ਲ ਆਫ ਫਾਰਮਿੰਗ ਨਹੀਂ, ਫਰੇਮਿੰਗ ਆਫ, the proposal for framing of the Constitution of India by an elected Constitution Assembly was made by। ਵੈਸੇ ਤਾਂ ਇਹ ਪੁਆਇੰਟ ਆਪਾਂ ਅੱਗੇ ਜਾ ਕੇ ਪੜ੍ਹਨਾ ਹੈ, ਪਰ ਅਸੀਂ ਟੈਟ ਦੇ ਵਿੱਚ ਕਾਫੀ ਕੁਐਸਚਨ ਇਸ ਤਰੀਕੇ ਦੇ ਪੜ੍ਹ ਕੇ ਆਏ ਹਾਂ। ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਨੌਲੇਜ ਹੋਊਗੀ ਕਿ ਸਾਡੇ ਦੇਸ਼ ਦੇ ਵਿੱਚ 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਲਿਆਂਦਾ ਗਿਆ, ਜਿਹਦੇ ਬੇਸ ਤੇ ਸਾਡੇ ਦੇਸ਼ ਦੇ ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ। ਪਰ ਉਸ ਤੋਂ ਪਹਿਲਾਂ ਇੱਕ ਹੋਰ ਵੀ ਚੀਜ਼ ਆਈ ਸੀ। ਕਿਹੜੀ ਚੀਜ਼ ਆਈ ਸੀ? ਕ੍ਰਿਪਸ ਮਿਸ਼ਨ ਸਾਡੇ ਦੇਸ਼ ਦੇ ਵਿੱਚ ਆਇਆ ਸੀ। ਕ੍ਰਿਪਸ ਮਿਸ਼ਨ ਕਦੋਂ ਆਇਆ ਸੀ? 1942 ਦੇ ਵਿੱਚ। ਯਾਦ ਹੋਣਾ ਕ੍ਰਿਪਸ ਮਿਸ਼ਨ ਦਾ ਹੈੱਡ ਕੌਣ ਸੀ? ਸਰ ਸਟੈਫਰਡ ਕ੍ਰਿਪਸ। ਅਸਲ ਦੇ ਵਿੱਚ 3 ਬੰਦੇ ਮਿਲ ਕੇ ਆਏ ਸੀ। ਸਰ ਸਟੈਫਰਡ ਨਹੀਂ, 3 ਬੰਦੇ ਤਾਂ ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਆਏ ਸੀ। 1942 ਦੇ ਵਿੱਚ ਕ੍ਰਿਪਸ ਮਿਸ਼ਨ ਰੱਖਿਆ ਗਿਆ ਬ੍ਰਿਟਿਸ਼ਰਸ ਵੱਲੋਂ, ਜਿਹਦਾ ਕੰਮ ਸਾਡੇ ਦੇਸ਼ ਦੇ ਵਿੱਚ ਸੰਵਿਧਾਨਕ ਸਭਾ ਬਣਾਉਣ ਦਾ ਸੀ। ਮਤਲਬ ਸੰਵਿਧਾਨਕ ਸਭਾ ਬਣਾਉਣ ਵਾਸਤੇ ਪਰਮਿਸ਼ਨ ਦੇਣ ਆਇਆ ਸੀ। ਸੰਵਿਧਾਨਕ ਸਭਾ ਉਹ ਬਾਡੀ ਹੈ ਜਿਹਨੇ ਸਾਡੇ ਦੇਸ਼ ਦਾ ਸੰਵਿਧਾਨ ਬਣਾ ਕੇ ਤਿਆਰ ਕੀਤਾ ਹੈਗਾ। ਇਹ ਪੁਆਇੰਟ ਵੀ ਤੁਹਾਡੇ ਦਿਮਾਗ 'ਚ ਹੋਣਾ। ਸੋ ਕਨਸਟੀਟਿਊਐਂਟ ਅਸੈਂਬਲੀ ਪਹਿਲੀ ਵਾਰੀ ਬਣਾਈ ਗਈ, ਇਹਦੀ ਸਿਫਾਰਿਸ਼ ਕਿਹਨੇ ਕੀਤੀ? ਕ੍ਰਿਪਸ ਮਿਸ਼ਨ, ਠੀਕ ਹੈ। ਸਰਕਾਰੀ ਐਕਟ ਦੇ ਵਿੱਚ ਆਪਾਂ ਇਹੋ ਜਿਹਾ ਕੁਝ ਨਹੀਂ
ਸਾਈਮਨ ਕਮਿਸ਼ਨ ਦੇ ਵਿੱਚ ਤਾਂ ਅਜੇ ਤੱਕ ਲੈਣ ਦੇਣ ਹੀ ਨਹੀਂ, ਅਜੇ ਤੱਕ ਤਾਂ ਆਪਾਂ ਅੰਦੋਲਨ ਹੀ ਬ੍ਰਿਟਿਸ਼ ਕੈਬਨਿਟ ਡੈਲੀਗੇਸ਼ਨ ਦਾ ਕੋਈ ਮਤਲਬ ਨਹੀਂ ਹੁੰਦਾ। ਸੋ ਆਪਣੇ ਇਹਨਾਂ ਤਿੰਨਾਂ ਆਪਸ਼ਨ ਦੇ ਵਿੱਚੋਂ ਕ੍ਰਿਪਸ ਮਿਸ਼ਨ ਇਜ਼ ਦਾ ਰਾਈਟ ਆਪਸ਼ਨ। ਬੇਸ਼ੱਕ ਕ੍ਰਿਪਸ ਮਿਸ਼ਨ ਦੇ ਬੇਸ ਤੇ ਸਾਡੀ ਸੰਵਿਧਾਨਕ ਸਭਾ ਨਹੀਂ ਬਣੀ, ਰੌਲਾ ਪੈ ਗਿਆ ਸੀ, ਉਹ ਆਪਾਂ ਅੱਗੇ ਜਾ ਕੇ ਨੈਕਸਟ ਚੈਪਟਰ ਉਹੀ ਆਪਾਂ ਪੜ੍ਹਨਾਗਾ। ਪੜਿਆ ਇਹ ਕੈਬਨਿਟ ਮਿਸ਼ਨ ਪਲਾਨ ਦੇ ਆਧਾਰ ਤੇ ਹੈ, ਪਰ ਫਿਰ ਵੀ ਬੱਚੇ ਸਾਡੇ ਦੇਸ਼ ਦੇ ਵਿੱਚ ਕ੍ਰਿਪਸ ਮਿਸ਼ਨ ਦਾ ਕੰਮ ਵੀ ਸੰਵਿਧਾਨਕ ਸਭਾ ਬਣਾਉਣਾ ਹੀ ਹੁਣ ਧਿਆਨ ਚ ਰੱਖੋ। ਅਗਲਾ ਪੁਆਇੰਟ ਹੈ ਜੀ, ਭਾਰਤ ਵਿੱਚ ਬਸਤੀਵਾਦੀ ਰਾਜ ਦੇ ਸੰਦਰਭ ਦੇ ਵਿੱਚ ਐਲਬਰਟ ਬਿੱਲ ਦਾ ਕੀ ਉਦੇਸ਼ ਸੀ? ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ, ਇਹ ਥੋੜਾ ਜਿਹਾ ਨਾ ਹਿਸਟੋਰੀਕਲ ਕੁਐਸਚਨ ਆ ਗਿਆ, ਚਲੋ ਕੋਈ ਗੱਲ ਕਰ ਲਿਆ, ਇਹ ਹਿਸਟਰੀ ਦਾ ਕੁਐਸਚਨ ਹੈ, ਐਲਬਰਟ ਬਿੱਲ ਨੂੰ ਲੈ ਕੇ ਹਿਸਟਰੀ ਦਾ ਕੁਐਸਚਨ ਆਉਂਦਾ ਹੈਗਾ। ਧਿਆਨ ਨਾਲ ਕੁਐਸਚਨ ਪੜੋ ਤੇ ਦੇਖਦੇ ਹਾਂ ਤੁਹਾਡੀ ਹਿਸਟਰੀ ਕਿੰਨੀ ਸਟਰੋਂਗ ਹੈ। ਹਾਂਜੀ, ਐਲਬਰਟ ਬਿੱਲ ਕਦੋਂ ਆਇਆ ਸੀ? ਪਹਿਲੀ ਗੱਲ ਤਾਂ ਐਲਬਰਟ ਬਿੱਲ 1833 ਦੇ ਵਿੱਚ ਬ੍ਰਿਟਿਸ਼ ਭਾਰਤ ਲਈ ਵਾਇਸਰੋਏ ਰਿਪਨ ਨੇ ਦਿੱਤਾ ਸੀ। ਐਲਬਰਟ ਬਿੱਲ ਜਦੋਂ ਆਏਗਾ ਵਾਇਸਰੋਏ ਰਿਪਨ ਨੇ ਦਿੱਤਾ ਸੀ, ਜਿਹਦੇ ਵਿੱਚ ਉਹਨੇ ਕਿਹਾ ਕਿ ਪ੍ਰੈਜ਼ੈਂਟ ਜਿੰਨੇ ਵੀ ਸਾਡੇ ਭਾਰਤ ਦੇ ਵਿੱਚ ਮੌਜੂਦਾ ਜਿੰਨੇ ਵੀ ਕਾਨੂੰਨਾਂ ਦੇ ਵਿੱਚ ਦੋਸ਼ ਨੇ ਉਹਨਾਂ ਨੂੰ ਅਸੀਂ ਕੀ ਕਰਾਂਗੇ, ਦੂਰ ਕਰਾਂਗੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਆਇਆ ਵੀ ਜਿਹੜੇ 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 ਕਾਨੂੰਨ ਭਾਰਤੀਆਂ ਵਾਸਤੇ ਸਮਾਨ ਨਹੀਂ ਹੈ, ਜਿਹੜੀਆਂ ਸਪੈਸ਼ਲ ਪ੍ਰਿਵਿਲੇजेस ਯੂਰਪੀਅਨਸ ਨੂੰ ਦਿੱਤੀਆਂ ਜਾਂਦੀਆਂ ਹੁਣ ਭਾਰਤੀਆਂ ਨੂੰ ਵੀ ਦਿੱਤੀਆਂ ਜਾਣਗੀਆਂ। ਇਹਦਾ ਮਤਲਬ ਕੀ ਹੈ, ਭਾਰਤੀਆਂ ਤੇ ਯੂਰਪੀਅਨਸ ਵਾਸਤੇ ਸਮਾਨ ਕਾਨੂੰਨ ਲਿਆਉਣ ਦੀ ਵਿਵਸਥਾ ਕੀਤੀ ਗਈ ਐਲਬਰਟ ਬਿੱਲ, ਹਨਾ। ਤਾਂ ਇਹ ਚ ਅਦਾਲਤ ਨੇ ਭਾਰਤੀਆਂ ਤੇ ਯੂਰਪੀਅਨ ਆ ਸੀ, ਦੇਖੋ ਪਹਿਲਾ ਆਪਸ਼ਨ ਹੀ ਸਾਡਾ ਕਰੈਕਟ ਆਪਸ਼ਨ ਹੈ। ਐਲਬਰਟ ਬਿੱਲ ਦਾ ਮੇਨ ਮੁੱਦਾ ਭਾਰਤ ਵਿੱਚ ਆਉਣ ਦਾ ਇਹ ਸੀ ਕਿ ਭਾਰਤੀਆਂ ਲਈ ਅਤੇ ਯੂਰਪੀਅਨਸ ਲਈ ਇੱਕੋ ਜਿਹੇ ਕਾਨੂੰਨ ਬਣਾ ਕੇ ਦਿੱਤੇ, ਸੈਪਰੇਟ ਕਾਨੂੰਨ, ਜਦਕਿ ਪਹਿਲਾਂ ਇਹ ਚੀਜ਼ ਬਹੁਤ ਜ਼ਿਆਦਾ ਕਾਮਨ, ਭਾਰਤੀਆਂ ਨੂੰ ਡਾਊਨ ਸਮਝ ਕੋਈ ਕੁਐਸਚਨ ਕੋਈ ਇੰਪੋਰਟੈਂਟ ਨਹੀਂ, ਸਕਿਪ ਵੀ ਕਰ। ਹਾਂਜੀ, ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਕਿਹਦੇ ਤਹਿਤ ਕੀਤੀ ਗਈ? ਹੁਣੇ ਆਪਾਂ ਨੇ ਪੁਆਇੰਟ ਕਰਿਆ, ਇਹ ਵੈਸੇ ਆਪਣਾ ਅਗਲਾ ਚੈਪਟਰ ਉਹਦੇ ਵਿੱਚ ਵੀ ਕੁਐਸਚਨ ਆਉਣਗੇ, ਪਰ ਮੈਨੂੰ ਲੱਗਦਾ ਇੰਨਾ ਕੁ ਆਪਾਂ ਨੂੰ ਕਾਮਨਲੀ ਨੌਲੇਜ ਹੁੰਦੀ ਹੈ ਕਿਉਂਕਿ ਅਸੀਂ ਆਲਰੇਡੀ ਟੈਟ ਦੇ ਵਿੱਚ ਪੋਲਿਟੀ ਪੜ੍ਹ ਕੇ ਆਏ। ਸਾਡੇ ਦੇਸ਼ ਦੇ ਵਿੱਚ ਸੰਵਿਧਾਨਕ ਸਭਾ ਬਣੀ, ਸੰਵਿਧਾਨ ਸਭਾ ਦਾ ਮੁੱਖ ਕੰਮ ਕੀ ਸੀ? ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਬਣਾ ਕੇ ਤਿਆਰ ਕਰਨਾ। ਸੋ ਜੇ ਆਪਾਂ ਗੱਲ ਕਰੀਏ ਜੀ, ਸਾਡੇ ਦੇਸ਼ ਦੇ ਵਿੱਚ ਫਾਈਨਲੀ ਕੈਬਨਿਟ ਮਿਸ਼ਨ ਪਲਾਨ 1946 ਦੇ ਵਿੱਚ ਆਉਂਦਾ ਹੈ। ਕੈਬਨਿਟ ਮਿਸ਼ਨ ਪਲਾਨ ਦੇ ਵਿੱਚ 3 ਬੰਦੇ ਆਉਂਦੇ ਨੇ, ਸਭ ਤੋਂ ਪਹਿਲਾਂ ਸਰ ਸਟੈਫਰਡ ਕ੍ਰਿਪਸ, ਦੂਸਰਾ ਅਲੈਗਜ਼ੈਂਡਰ, ਤੀਸਰਾ ਪੈਟਰਿਕ ਲਾਰੈਂਸ। 3 ਬੰਦੇ ਆਏ, ਤਿੰਨਾਂ ਬੰਦਿਆਂ ਨੇ ਸਾਨੂੰ ਆ ਕੇ ਇੱਕ ਮਿਸ਼ਨ ਪਲਾਨ ਬਣਾ ਕੇ ਦਿੱਤਾ ਕਿ ਭਾਈ ਤੁਸੀਂ ਸੰਵਿਧਾਨਕ ਸਭਾ ਬਣਾ ਲਓ, ਔਰ ਇਹ ਮਿਸ਼ਨ ਸਕਸੈਸਫੁਲ ਰਿਹਾ। ਇਹਦੇ ਬੇਸ ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਸੰਵਿਧਾਨਕ ਸਭਾ ਬਣਾਈ ਹੈ। ਸੰਵਿਧਾਨਕ ਸਭਾ ਉਹ ਬਾਡੀ ਹੈ ਜਿਹਨੇ ਸਾਡਾ ਸੰਵਿਧਾਨ ਬਣਾ ਕੇ ਤਿਆਰ ਕੀਤਾ ਹੈ, ਹਨਾ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਆਉਣ ਵਾਲੀ ਕਲਾਸ ਦੇ ਵਿੱਚ ਸਟੱਡੀ ਕਰਾਂਗੇ। ਡੀ ਅਗਲਾ ਪੁਆਇੰਟ ਕੀ ਹੈ, ਭਾਰਤ ਦੇ ਸ਼ਾਸਨ ਵਿੱਚ ਪ੍ਰਤੀਨਿਧ ਨੂੰ ਪੇਸ਼ ਕਰਨ ਦੀ ਪਹਿਲੀ ਕੋਸ਼ਿਸ਼ ਕਿਸ ਐਕਟ ਦੁਆਰਾ ਕੀਤੀ ਗਈ? ਵਿਚ ਐਕਟ ਮੇਡ ਦਾ ਫਸਟ ਅਟੈਂਪਟ ਟੂ ਇੰਟਰੋਡਿਊਸ ਰਿਪਰੈਜ਼ੈਂਟੇਸ਼ਨ ਇਨ ਦਾ ਗਵਰਨੈਂਸ ਆਫ ਇੰਡੀਆ ਬਾय? ਹਾਂਜੀ, ਇਸ ਪੁਆਇੰਟ ਤੋਂ ਤੁਸੀਂ ਕੀ ਸਮਝਦੇ ਹੋ? ਰਿਪਰੈਜ਼ੈਂਟੇਸ਼ਨ ਤੋਂ ਤੁਸੀਂ ਸਮਝਦੇ ਹੋ? ਧਿਆਨ ਦੇ ਨਾਲ ਪਹਿਲਾਂ ਤੁਸੀਂ ਵੀ ਆਨਸਰ ਕਰਿਆ ਕਰੋ, ਦੇਖੀਏ ਤੁਹਾਨੂੰ ਕਾਮਨਲੀ ਸਬਜੈਕਟ ਦੇ ਉੱਪਰ ਤੁਹਾਡੀ ਕਿੰਨੀ ਕੁ ਕਮਾਂਡ ਹੈ। ਹਾਂਜੀ, ਪ੍ਰਤੀਨਿਧਤਾ ਪੇਸ਼ਕਸ਼ ਹੋਈ, ਰਿਪਰੈਜ਼ੈਂਟੇਸ਼ਨ ਦੀ ਪੇਸ਼ਕਸ਼ ਹੋਈ, ਪ੍ਰਤੀਨਿਧਤਾ ਰਿਪਰੈਜ਼ੈਂਟੇਸ਼ਨ ਆਈ ਸਾਡੇ ਦੇਸ਼ ਦੇ ਵਿੱਚ 1861 ਦੇ ਐਕਟ ਦੇ ਨਾਲ। ਇੱਕ ਵਾਰੀ ਕਾਪੀ ਦੇ ਉੱਪਰ ਕੁਝ ਸਵਾਲ ਨਾਰਮਲ ਨੇ, ਬਹੁਤ ਨਾਰਮਲ ਨੇ, ਤੇ ਉਹਦੇ ਐਜ਼ ਇਟ ਇਜ਼ ਆਨਸਰਸ, ਠੀਕ ਹੈ, 1861 ਦੇ ਐਕਟ ਦੇ ਨਾਲ। ਅਗਲਾ ਪੁਆਇੰਟ ਹੈ ਜੀ, ਅਗਲਾ ਪੁਆਇੰਟ ਹੈ ਕਮਿਊਨਲ ਇਲੈਕਟੋਰੇਟ। ਲਓ ਜੀ, ਕੀ ਹੈ? ਕਮਿਊਨਲ ਫਿਰਕੂ ਵੋਟਰ, ਕਮਿਊਨਲ ਇਲੈਕਟੋਰੇਟ। ਕਮਿਊਨਲ ਇਲੈਕਟੋਰੇਟ ਦਾ ਮਤਲਬ ਉਹੀ ਹੈ, ਸੈਪਰੇਟ ਇਲੈਕਟੋਰੇਟ, ਕਮਿਊਨਲ ਰਿਪਰੈਜ਼ੈਂਟੇਸ਼ਨ, ਹਨਾ, ਉਹੀ ਸਵਾਲ ਹੈ। ਸੋ ਇਹ ਪੁਆਇੰਟ ਦਾ ਮਤਲਬ ਕੀ ਹੈ? ਕਮਿਊਨਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਕੀ ਹੈ? ਕਦੋਂ ਆਇਆ ਸਾਡੇ ਦੇਸ਼ ਦੇ ਵਿੱਚ? ਭਾਰਤ ਦੇ ਵਿੱਚ 1909 ਦਾ ਐਕਟ ਕਮਿਊਨਲ ਰਿਪਰੈਜ਼ੈਂਟੇਸ਼ਨ ਲੈ ਕੇ ਆਇਆ, ਸੰਪਰਦਾਇਕ ਪ੍ਰਤੀਨਿਧਤਾ ਮੁਸਲਮਾਨਾਂ ਵਾਸਤੇ। ਸੇਮ ਕੁਐਸਚਨ ਹੈ, ਲੈਂਗੁਏਜ ਚੇਂਜ ਹੈ। ਐਗਜ਼ਾਮੀਨਰ ਬਹੁਤ ਤਰੀਕੇ ਨਾਲ, ਬਹੁਤ ਭਾਸ਼ਾਵਾਂ ਨਾਲ ਸਵਾਲ ਪੁੱਛੂਗਾ। ਸੋ ਅਗਲਾ ਪੁਆਇੰਟ ਹੈ, ਅੱਛਾ ਇਹੋ ਜਿਹੇ ਸਵਾਲ ਆਨਸਰ ਹੱਲ ਕਿਵੇਂ ਕਰਨੇ ਨੇ? ਇਹ ਸਵਾਲ ਕਈ ਬੱਚਿਆਂ ਵਾਸਤੇ ਨਵੇਂ ਹੋਣਗੇ, ਜਿਹੜੇ ਬੱਚੇ ਮੇਰੇ ਤੋਂ ਟੈਟ ਪੜ੍ਹੇ ਨੇ ਉਹਨਾਂ ਨੂੰ ਮੈਂ ਇਹ ਸਵਾਲ ਕਰਵਾਏ ਹੋਏ ਨੇ। ਸਭ ਤੋਂ ਪਹਿਲਾਂ ਸਵਾਲ ਸਮਝੋ, ਸਵਾਲ ਦਾ ਮਤਲਬ ਕੀ ਹੈ, ਫਿਰ ਉਸ ਤੋਂ ਬਾਅਦ ਆਨਸਰ ਕਰਾਂਗੇ। ਆਪਣੇ ਕੋਲੇ ਦੋ ਚੀਜ਼ਾਂ ਦਿੱਤੀਆਂ ਨੇ, ਇੱਕ ਆਪਣੇ ਕੋਲੇ ਸਟੇਟਮੈਂਟ ਦਿੱਤੀ, ਸਟੇਟਮੈਂਟ ਨੂੰ ਪੰਜਾਬੀ ਦੇ ਵਿੱਚ ਬੋਲਦੇ ਨੇ ਦਾਵਾ। ਇੱਕ ਸਟੇਟਮੈਂਟ ਦਿੱਤੀ ਹੈ, ਉਹਦੇ ਨਾਲ ਹੀ ਆਪਾਂ ਨੂੰ ਉਹਦਾ ਇੱਕ ਰੀਜ਼ਨ ਦਿੱਤਾ ਹੈ। ਸਭ ਤੋਂ ਪਹਿਲਾਂ ਆਪਾਂ ਚੈੱਕ ਕਰਨਾ ਵੀ ਸਟੇਟਮੈਂਟ ਸਹੀ ਹੈ ਕਿ ਨਹੀਂ ਸਹੀ, ਫਿਰ ਆਪਾਂ ਚੈੱਕ ਕਰਨਾ ਹੈ ਕਿ ਰੀਜ਼ਨ ਸਹੀ ਹੈ ਕਿ ਨਹੀਂ, ਫਿਰ ਆਪਾਂ ਚੈੱਕ ਕਰਨਾ ਹੈ ਕਿ ਜੋ ਸਟੇਟਮੈਂਟ ਹੈ ਉਹਦਾ ਇਹੀ ਰੀਜ਼ਨ ਐਕਸਪਲੇਨ ਕਰ ਰਿਹਾ ਉਸ ਸਟੇਟਮੈਂਟ, ਮਤਲਬ ਜੋ ਉੱਪਰ ਵਾਲੀ ਚੀਜ਼ ਆ ਉਹਨੂੰ ਨੀਚੇ ਵਾਲੀ ਚੀਜ਼ ਐਕਸਪਲੇਨ ਕਰ ਰਹੀ ਹੈ। ਕਈ ਵਾਰੀ ਤਾਂ ਸਾਡਾ ਰੀਜ਼ਨ ਸਾਡੀ ਸਟੇਟਮੈਂਟ ਨੂੰ ਐਕਸਪਲੇਨ ਕਰੂਗਾ, ਕਈ ਵਾਰੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਸਹੀ ਹੋਊਗੀ, ਰੀਜ਼ਨ ਆਪਣੇ ਆਪ ਦੇ ਵਿੱਚ ਸਹੀ ਹੋਊਗਾ, ਪਰ ਰੀਜ਼ਨ ਸਟੇਟਮੈਂਟ ਦੇ ਨਾਲ ਰਿਲੇਟਡ ਨਹੀਂ ਹੋਊਗਾ। ਤਾਂ ਆਪਾਂ ਸਟੇਟਮੈਂਟ ਪੜ੍ਹਦੇ ਹਾਂ। ਭਾਰਤੀ ਸਰਕਾਰ ਐਕਟ 1858 ਨੇ ਭਾਰਤ ਦੇ ਸ਼ਾਸਨ ਨੂੰ ਕੰਪਨੀ ਤੋਂ ਤਾਜ ਦੇ ਵਿੱਚ ਤਬਦੀਲ ਕਰ ਦਿੱਤਾ। ਬਹੁਤ ਇੰਪੋਰਟੈਂਟਲੀ ਅਸੀਂ ਚੀਜ਼ ਪੜ੍ਹੀ ਸੀ, 1857 ਦੇ ਵਿਦਰੋਹ ਤੋਂ ਬਾਅਦ ਈਸਟ ਇੰਡੀਆ ਕੰਪਨੀ ਡਨ ਡਾਇਰੈਕਟ ਕਰਾਊਨ ਦਾ ਰਾਜ। ਇਹਦਾ ਮਤਲਬ ਸਾਡੀ ਦਾਵਾ, ਸਾਡੀ ਸਟੇਟਮੈਂਟ ਸਹੀ ਆ। ਰੀਜ਼ਨ ਦੇਖੋ,
ਈਸਟ ਇੰਡੀਆ ਕੰਪਨੀ ਭਾਰਤ ਦੇ ਹੋਰ ਪ੍ਰਬੰਧ ਕਰਨ ਦੇ ਲਈ ਤਿਆਰ ਨਹੀਂ ਸੀ। ਕੀ ਇਹ ਚੀਜ਼ ਇਸ ਚੀਜ਼ ਕਰਕੇ ਹੋਈ ਸੀ ਕਿ ਜਿਹੜੀ ਸਾਡੀ ਈਸਟ ਇੰਡੀਆ ਕੰਪਨੀ ਆ, ਜੋ ਈਸਟ ਇੰਡੀਆ ਕੰਪਨੀ ਹੈ, ਕੀ ਉਹ ਪ੍ਰਬੰਧ ਕਰਨ ਵਾਸਤੇ ਤਿਆਰ ਨਹੀਂ ਸੀ? ਸਾਨੂੰ ਵੀ ਪਤਾ ਈਸਟ ਇੰਡੀਆ ਕੰਪਨੀ ਪ੍ਰਬੰਧ ਕਰਨ ਵਾਸਤੇ ਕੰਪਲੀਟ ਤਿਆਰ ਸੀ, ਬਟ ਬ੍ਰਿਟਿਸ਼ਰਸ ਇਸ ਚੀਜ਼ ਨੂੰ ਕਰ ਨਹੀਂ ਰਹੇ। ਸੋ 1858 ਦੇ ਵਿੱਚ ਕਰਾਊਨ ਰਾਜ ਦਾ ਆਉਣਾ, ਉਹਦਾ ਮਤਲਬ ਇਹ ਨਹੀਂ ਵੀ ਈਸਟ ਇੰਡੀਆ ਕੰਪਨੀ ਕਮਜ਼ੋਰ ਸੀ। ਉਹਦਾ ਮਤਲਬ ਇਹ ਹੈ ਕਿ ਬ੍ਰਿਟਿਸ਼ ਗਵਰਨਮੈਂਟ ਸਾਰਾ ਕੁਝ ਆਪਣੇ ਹੱਥ ਅੰਦਰ ਲੈਣਾ ਚਾਹੁੰਦੀ ਸੀ ਔਰ 1857 ਦਾ ਵਿਦਰੋਹ ਹੋ ਗਿਆ ਜਿਹਨੇ ਈਸਟ ਇੰਡੀਆ ਕੰਪਨੀ ਨੂੰ ਵਾਸ਼ ਆਊਟ ਕਰ। ਸੋ ਆਪਣੇ ਕੋਲੇ ਆਰ ਹੈ ਜਿਹੜਾ ਉਹ ਗਲਤ ਹੈ। ਸੋ ਕਿਹੜਾ ਆਪਸ਼ਨ ਸਹੀ ਹੈ? A ਸੱਚ ਹੈ, A is true, but R is false, R ਗਲਤ ਹੈ। ਐਵੇਂ ਅਟੈਂਪਟ ਕਰਨਾ ਕੁਐਸਚਨ। ਅਗਲਾ ਪੁਆਇੰਟ ਹੈ ਜੀ, ਭਾਰਤ ਸਰਕਾਰ ਐਕਟ 1935 ਦੇ ਵਿੱਚ ਸ਼ਾਮਲ ਕਿਸ ਪ੍ਰਬੰਧ ਨੂੰ ਸਾਲ 1950 ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ? ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ 1935 ਦੇ ਕਨਸਟੀਟਿਊਸ਼ਨ, 1935 ਦੇ ਇਨਫਲੂਐਂਸ, 1935 ਦੇ ਐਕਟ ਤੋਂ ਇਨਫਲੂਐਂਸ ਹੈ? ਹਾਂਜੀ, ਕੰਟੀਜੈਂਸੀ ਨਹੀਂ, ਐਮਰਜੈਂਸੀ। ਇੱਥੇ ਸਹੀ ਕਰੋ ਥੋੜਾ। ਐਮਰਜੈਂਸੀ ਪ੍ਰੋਵੀਜ਼ਨਸ, ਸਾਡੇ ਦੇਸ਼ ਦੇ ਵਿੱਚ ਐਮਰਜੈਂਸੀਜ਼ ਲੱਗਦੀਆਂ ਨੇ। ਕਿੰਨੇ ਟਾਈਪ ਦੀਆਂ ਐਮਰਜੈਂਸੀਜ਼ ਲੱਗਦੀਆਂ ਨੇ? 3 ਟਾਈਪ ਦੀਆਂ ਐਮਰਜੈਂਸੀਜ਼ ਲੱਗਦੀਆਂ ਨੇ, ਨੈਸ਼ਨਲ ਐਮਰਜੈਂਸੀ, ਸਟੇਟ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ। ਤਿੰਨੋਂ ਐਮਰਜੈਂਸੀ ਸਾਡੇ ਦੇਸ਼ ਦੇ ਵਿੱਚ ਕੌਣ ਕਿਹਦੇ ਕਹਿਣ ਤੇ ਲੱਗਦੀਆਂ ਨੇ? ਰਾਸ਼ਟਰਪਤੀ ਦੇ ਕਹਿਣ ਤੇ, ਔਰ ਰਾਸ਼ਟਰਪਤੀ ਦੇ ਕਹਿਣ ਤੋਂ ਬਾਅਦ ਡੈਫੀਨਿਟਲੀ ਪਾਰਲੀਮੈਂਟ ਦੇ ਵਿੱਚ ਕੀ ਪਾਸ ਕੀਤਾ ਜਾਂਦਾ? ਬਿੱਲ ਪਾਸ ਕੀਤਾ ਜਾਂਦਾ। ਇਹਦੇ ਰਿਲੇਟਡ ਆਪਾਂ ਸਪੈਸ਼ਲ ਟੌਪਿਕ ਪੜਾਂਗੇ, ਪਰ ਸਾਡੇ ਦੇਸ਼ ਦੇ ਵਿੱਚ ਆਉਣ ਵਾਲੀਆਂ ਐਮਰਜੈਂਸੀਜ਼ ਨੇ ਜਿਹੜੀਆਂ ਉਹ 1935 ਦੇ ਐਕਟ ਤੋਂ ਪ੍ਰਭਾਵਿਤ ਨੇ। ਦੇਖੋ, ਮੌਲਿਕ ਅਧਿਕਾਰ ਅਸੀਂ ਯੂਐਸਏ ਤੋਂ ਲਏ ਨੇ, ਹਨਾ। ਡੀਪੀਐਸਪੀ ਅਸੀਂ ਆਇਰਲੈਂਡ ਤੋਂ ਲਏ, ਵੀ ਸਾਨੂੰ ਪਤਾ। ਫੰਡਾਮੈਂਟਲ ਡਿਊਟੀਜ਼ ਅਸੀਂ ਰਸ਼ੀਆ ਤੋਂ ਲਏ, ਵੀ ਸਾਨੂੰ ਪਤਾ। ਔਰ ਜਿਹੜਾ ਸਾਡਾ ਐਮਰਜੈਂਸੀ ਪ੍ਰੋਵੀਜ਼ਨਸ ਨੇ ਇਹ ਸਾਡੇ 1935 ਦੇ ਐਕਟ ਤੋਂ ਪ੍ਰਭਾਵਿਤ ਨੇ। ਅੱਛਾ, ਜੇ ਆਪਸ਼ਨ ਦੇ ਵਿੱਚ 1935 ਐਕਟ ਨਾ ਹੋਵੇ, ਕਿਸੇ ਦੇਸ਼ ਦਾ ਨਾ ਹੋਵੇ, ਤਾਂ ਫਿਰ ਉਹ ਨਾਮ ਜਰਮਨੀ ਹੋਊਗਾ। ਇਹ ਚੀਜ਼ ਕਿਉਂ ਕਨਫਿਊਜ਼ ਹੁੰਦੀ ਹੈ? ਦੋ ਚੀਜ਼ਾਂ ਕਿਉਂ ਆਉਂਦੀਆਂ ਨੇ? ਕਿਉਂਕਿ ਅਸਲ ਦੇ ਵਿੱਚ ਸਾਨੂੰ ਐਮਰਜੈਂਸੀ ਕਨਸੈਪਟ ਦੇਣ ਵਾਲਾ ਦੇਸ਼ ਜਰਮਨੀ ਹੈ, ਪਰ ਅਸੀਂ ਜਰਮਨੀ ਤੋਂ ਇਹ ਚੀਜ਼ ਪਹਿਲੀ 1935 ਦੇ ਐਕਟ ਦੇ ਵਿੱਚ ਲਏ ਸੀ ਕਿ ਕਿਸੇ ਵੀ ਤਰੀਕੇ ਆਰਟੀਕਲ 352 300 ਬਹੁਤ ਰਿਪੀਟ ਆਇਆ ਹੋਇਆ। ਸੋ ਆਨਸਰ ਐਮਰਜੈਂਸੀ ਪ੍ਰੋਵੀਜ਼ਨ। ਅਗਲਾ ਕੁਐਸਚਨ ਹੈ, ਭਾਰਤੀ ਸਰਕਾਰ ਐਕਟ 1935 ਕਿਹਦੇ ਤੇ ਆਧਾਰਿਤ ਹੈ? ਸੰਘ ਅਤੇ ਸੰਸਦੀ ਪ੍ਰਣਾਲੀ ਦਾ ਸਿਧਾਂਤ, ਬ੍ਰਿਟਿਸ਼ ਭਾਰਤੀ ਸੂਬੇ ਦਾ ਉੱਤਰਾਧਿਕਾਰ ਦਾ ਸਿਧਾਂਤ, ਸੰਵਿਧਾਨ ਦਾ ਖਰੜਾ ਕਰਨ ਲਈ ਸੰਵਿਧਾਨ ਦੇ ਆ ਦੇਖੋ ਖਰੜਾ ਖੁਰੜਾ ਜੋ ਕੋਈ ਤਿਆਰ ਨਹੀਂ ਹੋ ਰਿਹਾ, ਠੀਕ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੋਊਗਾ। ਪਹਿਲੇ ਦੋ ਆਪਸ਼ਨ ਦੇ ਵਿੱਚ ਦੇਖੋ, ਹਾਂਜੀ, ਪਹਿਲੇ ਦੋ ਆਪਸ਼ਨ ਦੇ ਵਿੱਚ ਦੇਖੋ ਕਿਹੜੀ ਚੀਜ਼ ਹੈ? ਸੰਘੀ ਅਤੇ ਸੰਸਦੀ ਪ੍ਰਣਾਲੀ ਦਾ ਸਿਧਾਂਤ, ਮਤਲਬ ਸਾਡੇ ਦੇਸ਼ ਦੇ ਵਿੱਚ ਸੰਘ ਪ੍ਰਣਾਲੀ ਦਾ ਸਿਧਾਂਤ 19 ਹੈ, ਠੀਕ ਹੈ। ਅਗਲਾ ਪੁਆਇੰਟ ਹੈ, ਹੇਠ ਦਿੱਤੇ ਕਥਨਾਂ ਤੇ ਗੌਰ ਕਰੋ। 1919 ਦੇ ਮੋਂਟੇਗ ਚੈਮਸਫੋਰਡ ਸੁਧਾਰਾਂ ਦਾ ਮੁੱਖ ਉਦੇਸ਼, 1919 ਦੇ ਐਕਟ ਦੇ 2 ਪੁਆਇੰਟ ਨੇ, 3 ਪੁਆਇੰਟ ਨੇ। ਇਹਨਾਂ ਤਿੰਨਾਂ ਪੁਆਇੰਟ ਦੇ ਵਿੱਚੋਂ ਜਿਹੜੇ 1919 ਦੇ ਐਕਟ ਦੇ ਨਾਲ ਰਿਲੇਟਡ ਨੇ ਆਪਾਂ ਆਊਟ ਕਰਨਾਗਾ। ਜਿਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਦੇਖੋ ਕਿ ਸਥਾਨਕ ਸਰਕਾਰਾਂ ਨੂੰ ਸ਼ਕਤੀ ਦੇਣ ਵਾਸਤੇ, ਲੋਕਲ ਸੈਲਫ ਗਵਰਨਮੈਂਟ ਦਾ ਹਜੇ ਅਸੀਂ ਗੱਲ ਹੀ ਨਹੀਂ, ਹਜੇ ਅਸੀਂ ਲੋਕਲ ਸੈਲਫ ਗਵਰਨਮੈਂਟ ਗੱਲ ਨਹੀਂ। ਲੋਕਲ ਸੈਲਫ ਗਵਰਨਮੈਂਟ ਸਥਾਨਕ ਸਰਕਾਰਾਂ ਮਤਲਬ ਸ਼ਹਿਰੀ ਤੇ ਪਿੰਡ ਪੱਧਰ ਤੇ ਫੋਲੋ ਕਰਦੀਆਂ। 3 ਪੱਧਰੀ ਢਾਂਚਾ ਸ਼ਹਿਰ ਪੱਧਰ ਤੇ ਢਾਂਚਾ ਪਿੰਡ ਪੰਚਾਇਤਾਂ, ਗ੍ਰਾਮ ਪੰਚਾਇਤਾਂ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ। ਇਹਦੇ ਐਕਟ ਦੇ ਵਿੱਚ ਆਪਾਂ ਇਹਦਾ ਨਾਂ ਹੀ ਨਹੀਂ ਲਿਆ। ਸੂਬੇ ਨੂੰ ਰਾਜਸ਼ਾਹੀ ਸਥਾਪਿਤ ਕਰਨਾ, ਮਤਲਬ ਜਿਹੜੇ ਸੂਬੇ ਪ੍ਰੋਵਿੰਸ ਉਹਨਾਂ ਨੂੰ ਡਾਇਆਰਕੀ ਦੇ ਹੇਠ ਲਿਆਂਦਾ ਗਿਆ। ਸੂਬਾਈ ਸਰਕਾਰ ਦਾ ਵਿਸਥਾਰ, ਪ੍ਰੋਵਿੰਸਸ ਤੇ ਬਹੁਤ ਧਿਆਨ ਦਿੱਤਾ ਗਿਆ। ਆਪਸ਼ਨ 3 ਕਰੈਕਟ ਆਪਸ਼ਨ ਆ। ਅਗਲਾ ਪੁਆਇੰਟ ਕਿਹੜਾ ਜੀ? ਭਾਰਤੀ ਸਰਕਾਰ ਐਕਟ 1935 ਦੇ ਉਪਬੰਧਾਂ ਦੇ ਸੰਦਰਭ ਦੇ ਵਿੱਚ ਵਿਚਾਰ ਕਰੋ। ਆਲ ਇੰਡੀਆ ਫੈਡਰੇਸ਼ਨ ਦੀ ਸਥਾਪਨਾ ਹੋਈ, 35 ਆ ਗਿਆ, ਫੈਡਰੇਸ਼ਨ ਆ ਗਿਆ। ਸੂਬਾ ਦੀ ਖੁਦਮੁਖਤਿਆਰੀ, ਪ੍ਰੋਵਿੰਸ਼ੀਅਲ ਆਟੋਨੋਮੀ ਕਦੋਂ ਹੋਈ? ਪ੍ਰੋਵਿੰਸ਼ੀਅਲ ਆਟੋਨੋਮੀ ਕਿਹੜੇ ਐਕਟ ਦੇ ਨਾਲ ਹੋਈ? ਪ੍ਰੋਵਿੰਸ਼ੀਅਲ ਆਟੋਨੋਮੀ ਹੋਈ ਐਕਟ ਦੇ। ਸੂਬੇ ਦੀ ਮੁੜ ਵੰਡ ਅਤੇ 2 ਨਵੇਂ ਪ੍ਰਾਂਤਾਂ ਦੀ ਸਿਰਜਣਾ, ਇਹ ਤਾਂ ਆਪਾਂ ਨਹੀਂ ਕੁਝ ਪੜਿਆ 1935 ਦੇ 1935 ਦਾ ਐਕਟ। ਪਹਿਲੇ 2 ਆਪਸ਼ਨ ਲੈ, ਤੇ ਕਰਕੇ ਫਸਟ ਸੈਕੰਡ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਅਗਲੇ ਸਵਾਲ ਤੇ ਚੱਲਦੇ। ਨੈਕਸਟ ਕੁਐਸਚਨ, ਭਾਰਤ ਅਤੇ ਪਾਕਿਸਤਾਨ ਦੋ ਸੁਤੰਤਰ ਐਕਟ ਦੇਸ਼ ਕਿਹੜੇ ਐਕਟ ਦੇ ਤਹਿਤ ਬਣੇ? ਭਾਰਤੀ ਸੁਤੰਤਰਤਾ ਐਕਟ 1947 ਅਸੀਂ ਕੱਲ ਆਪਣੀ ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ ਜੀ। ਸਾਡੇ ਦੇਸ਼ ਆਜ਼ਾਦੀ ਮਿਲੀ ਸਾਨੂੰ, ਇੰਡੀਅਨ ਇੰਡੀਪੈਂਡੈਂਸ ਐਕਟ 1947। ਉਸ ਸਮੇਂ ਪ੍ਰਧਾਨ ਸਾਡੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਐਟਲੀ। ਭਾਰਤ ਦਾ ਵਾਇਸਰੋਏ ਕੌਣ ਸੀ? ਪੈਟਨ ਸੀ। ਔਰ ਸਾਡੇ ਦੇਸ਼ ਨੇ ਇੰਗਲੈਂਡ ਦੇ ਵਿੱਚ ਕਰਾਊਨ ਕੌਣ ਸੀ? ਜਾਰਜ ਕਿੰਗ 6th। ਇਹ ਸਾਰੀਆਂ ਚੀਜ਼ਾਂ 1947 ਦਾ ਐਕਟ ਆਇਆ, ਸਾਨੂੰ ਆਜ਼ਾਦੀ ਦੇ ਕੇ ਗਿਆ, ਪਰ ਆਜ਼ਾਦੀ ਇੱਕ ਭਿਆਨਕ ਰੂਪ ਸਾਡੇ ਦੇਸ਼ ਦੋ ਹਿੱਸੇ ਕਰ ਦਿੱਤੇ ਗਏ, ਭਾਰਤ ਅਤੇ ਪਾਕਿਸਤਾਨ। ਪੰਜਾਬ ਦੀ ਵੰਡ ਹੋਈ, ਬੰਗਾਲ ਦੀ ਵੰਡ, ਸਾਰੇ ਜਣੇ ਜਾਣ। ਅਗਲਾ ਪੁਆਇੰਟ ਹੈ ਜੀ, ਅਗਲਾ ਕੁਐਸਚਨ ਹੈ ਦਾਵਾ, ਉਹੀ ਆ ਗਿਆ। ਭਾਰਤੀ ਸਰਕਾਰ ਐਕਟ 1900 ਬ੍ਰਿਟਿਸ਼ ਪਾਰਲੀਮੈਂਟ ਦੁਆਰਾ ਸੂਬਾਈ ਸਰਕਾਰ ਵਿੱਚ ਡਾਇਰਕੀ ਨੂੰ ਲਾਗੂ ਕਰਨ ਲਈ ਪਾਸ ਕੀਤਾ ਗਿਆ ਸੀ। ਬਿਲਕੁਲ ਜੀ, ਸੂਬੇ ਮਤਲਬ ਪ੍ਰੋਵਿੰਸ਼ੀਅਲ ਲੈਵਲ ਤੇ ਡਾਇਰਕੀ ਲੈ ਕੇ ਆਇਆ ਨਾ 1919 ਦਾ। ਅਗਲਾ ਪੁਆਇੰਟ ਹੈ ਮੋਂਟੇਗ ਚੈਮਸਫੋਰਡ ਸੁਧਾਰ ਕਮੇਟੀ ਸਰਕਾਰ ਵਿੱਚ ਡਾਇਰਕੀ ਦੀ ਸ਼ੁਰੂਆਤ ਕਰਨ ਦੀ ਸਿਫਾਰਿਸ਼ ਕੀਤੀ।
ਜਿਹੜਾ ਸਾਡੇ ਦੇਸ਼ ਦੇ ਵਿੱਚ ਇਹ ਸੁਧਾਰ ਹੈ ਇਹਨੇ ਹੀ ਸਿਫਾਰਿਸ਼ ਕੀਤੀ। ਤਾਂ ਆਪਣੇ ਕੋਲੇ ਦੋਵੇਂ ਸਹੀ ਹੈ, ਏ ਵੀ ਸਹੀ ਹੈ, ਆਰ ਵੀ ਸਹੀ ਹੈ ਔਰ ਆਰ ਏ ਵੀ एक्सप्लेन आंसर इज द राइट आंसर। चलो जी अगला क्वेश्चन ਤੁਹਾਡੀ ਸਕਰੀਨ ਤੇ। हाँ जी अगला पॉइंट आप डिस्कस करते हैं 1773 ਦਾ ਰੈਗੂਲੇਟਿੰਗ ਐਕਟ ਉਹਦੇ ਰਿਲੇਟਡ ਪੁਆਇੰਟ ਹੈ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਨ ਉੱਪਰ ਬ੍ਰਿਟਿਸ਼ ਸਰਕਾਰ ਦਾ ਨਿਯੰਤਰਣ ਸਥਾਪਿਤ ਕਰਨਾ, ਬਿਲਕੁਲ ਇਹੀ ਕੰਮ ਸੀ ਉਹਦਾ, ਆਈਐਸ ਕਰਕੇ ਸੀ। ਬੰਗਾਲ ਦੇ ਗਵਰਨਰ ਨੂੰ ਬਦਲ ਕੇ ਬੰਗਾਲ ਦਾ ਗਵਰਨਰ ਜਨਰਲ ਬਣਾਉਣਾ, ਇਹ ਵੀ ਬਿਲਕੁਲ ਭਾਰਤ ਵਿੱਚ ਦੋਹਰੀ ਪ੍ਰਣਾਲੀ ਦਾ ਅੰਤ, ਇਹ ਬਿਲਕੁਲ ਗਲਤ ਆ। ਦੋਹਰੀ ਪ੍ਰਣਾਲੀ ਦਾ ਅੰਤ ਤਾਂ ਅੱਗੇ ਜਾ ਕੇ ਕਿਤੇ ਹੋਊਗਾ। ਸੋ 1 ਐਂਡ 2 ਆਪਸ਼ਨ, ਪਹਿਲਾ ਤੇ ਦੂਜਾ ਆਪਸ਼ਨ ਸਹੀ ਆਪਸ਼ਨ। ਅਗਲਾ ਪੁਆਇੰਟ ਹੈ ਜੀ ਭਾਰਤ ਸਰਕਾਰ ਐਕਟ 1935 ਅਤੇ ਭਾਰਤ ਦਾ ਸੰਵਿਧਾਨ ਦੋਵੇਂ ਲੰਬੇ ਦਸਤਾਵੇਜ਼ ਨੇ। ਦੱਸਿਆ ਸੀਗਾ 1935 ਦਾ ਐਕਟ ਬ੍ਰਿਟਿਸ਼ ਦੁਆਰਾ ਰੱਖਿਆ ਗਿਆ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਲੈਂਥੀਐਸਟ ਐਕਟ ਸੀ। ਪਰ ਜੇ ਆਪਾਂ ਗੱਲ ਕਰੀਏ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੌਂਗੈਸਟ ਐਂਡ ਲੈਂਥੀਐਸਟ ਰਿਟਨ ਕਨਸਟੀਟਿਊਸ਼ਨ ਦਾ ਭਾਰਤ ਦਾ ਪਹਿਲਾ ਪੁਆਇੰਟ ਸਹੀ ਹੈ। ਭਾਰਤ ਸਰਕਾਰ ਐਕਟ 1935 ਇੱਕ ਮਾਡਲ ਵਜੋਂ ਲਿਆ ਗਿਆ ਸੀ ਜੋ ਕਿ ਕਾਫੀ ਹੱਦ ਤੱਕ ਭਾਰਤੀ ਸੰਵਿਧਾਨ ਦਾ ਹਿੱਸਾ ਬਣਿਆ। ਡੈਫੀਨੇਟਲੀ ਅਸੀਂ ਪੜਿਆ ਇੰਡੀਅਨ ਕਨਸਟੀਟਿਊਸ਼ਨ ਦਾ ਮੇਨ ਸੋਰਸ ਕੀ ਹੈਗਾ, ਇੰਡੀਅਨ ਕਨਸਟੀਟਿਊਸ਼ਨ ਦਾ ਮੇਨ ਸੋਰਸ ਕੀ ਹੈ ਜੀ ਆਈ 1935। ਸੋ ਏ ਤੇ ਆਰ ਦੋਵੇਂ ਸੱਚ ਨੇ ਪਰ ਆਰ ਏ ਦੀ ਸਹੀ ਵਿਆਖਿਆ ਨਹੀਂ, ਆ ਇਹਨੂੰ ਥੋੜਾ ਐਕਸਪਲੇਨ ਕਰ ਰਿਹਾ। ਇਹ ਆਪਣੇ ਆਪ ਦੇ ਵਿੱਚ ਦੋਵੇਂ ਸਹੀ ਨੇ ਪਰ ਇਹ ਇਹਨੂੰ ਐਕਸਪਲੇਨ ਨਹੀਂ ਕਰ ਰਿਹਾ। ਸੋ ਆਪਣਾ ਆਨਸਰ ਆ ਗਿਆ ਜੀ। ਅਗਲਾ ਪੁਆਇੰਟ ਹੈ ਈਸਟ ਇੰਡੀਆ ਕੰਪਨੀ ਦੀਆਂ ਵਪਾਰਕ ਗਤੀਵਿਧੀਆਂ ਦਾ ਅੰਤ ਕਿਸ ਐਕਟ ਦੇ ਦੁਆਰਾ ਹੋਇਆ। ਈਸਟ ਇੰਡੀਆ ਕੰਪਨੀ ਦੀਆਂ ਵਪਾਰਕ ਗਤੀਵਿਧੀਆਂ ਦਾ ਮਤਲਬ ਈਸਟ ਇੰਡੀਆ ਕੰਪਨੀ ਵਪਾਰ ਉੱਤੇ ਮੋਨੋਪੋਲੀ ਦਾ ਖਾਤਮਾ, ਇੱਕ ਅਧਿਕਾਰ ਦਾ ਖਾਤਮਾ। ਤੁਹਾਨੂੰ ਦੱਸਿਆ ਸੀ ਵੀ ਐਗਜ਼ਾਮੀਨਰ ਨੇ ਲੈਂਗੁਏਜ ਬਦਲਣੀ ਹੈ, ਕਿਸ ਤਰੀਕੇ ਨਾਲ ਬਦਲਣੀ ਹੈ ਤੁਹਾਨੂੰ ਵੀ ਨਹੀਂ ਪਤਾ ਲੱਗਣਾ। ਤਾਂ ਜੇ ਥੋੜਾ ਕਨਸੈਪਟ ਦੇ ਉੱਪਰ ਸਟਰੋਂਗ ਕਮਾਂਡ ਹੈ ਤਾਂ ਤੁਸੀਂ ਕਰ ਸਕਦੇ ਹੋ। ਦੈਟ ਇਜ਼ ਇਟ। 1813 ਦਾ ਐਕਟ ਸੀ ਬਟ ਉਹਦੇ ਚਾਹ ਤੇ ਚਾਈਨਾ ਨਾਲ ਵਪਾਰ ਅਜੇ ਵੀ ਹਿੱਟ ਮੋਨੋਪੋਲੀ ਖਤਮ 1800। ਹਾਂਜੀ ਅਗਲਾ ਸਵਾਲ ਹੈ ਹਿੱਟ ਲਿਖਿਆ ਵਿੱਚੋਂ ਕਿ ਭਾਰਤ ਸਰਕਾਰ ਉੱਤੇ ਸਰਵਉੱਚ ਨਿਯੰਤਰਣ ਦੀ ਸ਼ਕਤੀ ਭਾਰਤੀ ਸੈਕਟਰੀ ਆਫ ਸਟੇਟ ਇਹਦੀ ਗੱਲ ਕੀਤੀ ਗਈ ਹੈ। ਸੈਕਟਰੀ ਆਫ ਸਟੇਟ ਜਲਦੀ ਜਲਦੀ ਤੁਸੀਂ ਸੈਕਟਰੀ ਆਫ ਸਟੇਟ ਕਿਸ ਐਕਟ ਦੇ ਨਾਲ ਸਾਡੇ ਦੇਸ਼ ਦੇ ਵਿੱਚ ਆ ਗਿਆ। ਸੈਕਟਰੀ ਆਫ ਸਟੇਟ ਹਾਂਜੀ ਕਦੋਂ ਐਕਟ ਕੀਤਾ ਗਿਆ। ਐਕਟ ਨਹੀਂ ਜਦੋਂ ਦੋ ਬੰਦੇ ਇਕੱਠੇ ਨਹੀਂ ਆਏ ਸੀ, ਵਾਇਸਰੋਏ ਆਫ ਇੰਡੀਆ ਆਇਆ ਸੀ ਨਾਲ ਹੀ ਸੈਕਟਰੀ ਆਫ ਸਟੇਟ ਆਇਆ ਸੀ। 1858 ਦਾ ਐਕਟ 1857 ਦੇ ਵਿਦਰੋਹ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ 1858 ਦਾ ਐਕਟ ਲਿਆਂਦਾ ਗਿਆ ਜਿਹਦੇ ਤਹਿਤ ਪਾਵਰ ਕਰਾਊਨ ਨੂੰ ਟ੍ਰਾਂਸਫਰ ਕਰ ਦਿੱਤੀ ਗਈ। ਜਿਵੇਂ ਪਾਵਰ ਕਰਾਊਨ ਨੂੰ ਟ੍ਰਾਂਸਫਰ ਕੀਤੀ ਦੋ ਪੋਜੀਸ਼ਨ ਕ੍ਰੀਏਟ ਕੀਤੀਆਂ। ਜੋ ਗਵਰਨਰ ਜਨਰਲ ਆਫ ਇੰਡੀਆ ਸੀ ਉਹਨੂੰ ਰਿਪਲੇਸ ਕਰਤਾ, ਉਹਦੀ ਜਗ੍ਹਾ ਤੇ ਕੌਣ ਆਇਆ ਜੀ ਵਾਇਸਰੋਏ ਆਇਆ ਲਾਰਡ ਕੈਨਿੰਗ, ਯਾਦ ਹੋਣਾ ਤੁਹਾਨੂੰ। ਦੂਸਰਾ ਕਿਹੜਾ ਬੰਦਾ ਅਪਾਇੰਟ ਕੀਤਾ ਗਿਆ ਸੈਕਟਰੀ ਆਫ ਸਟੇਟ। ਵਾਇਸਰੋਏ ਕਿੱਥੇ ਰਹਿ ਕੇ ਕੰਮ ਕਰੂਗਾ ਭਾਰਤ ਦੇ ਵਿੱਚ ਕੰਮ ਕਰੂਗਾ, ਸੈਕਟਰੀ ਆਫ ਸਟੇਟ ਕਿੱਥੇ ਰਹਿ ਕੇ ਕੰਮ ਕਰੂਗਾ ਇੰਗਲੈਂਡ ਦੇ ਵਿੱਚ ਕੰਮ ਕਰੂਗਾ। ਯਾਦ ਆ ਰਿਹਾ ਸਭ ਕੁਝ 1858 ਦੇ ਐਕਟ ਦੇ ਨਾਲ ਇਹ ਚੀਜ਼। 1935 ਦੇ ਐਕਟ ਦੇ ਤਹਿਤ ਫੈਡਰੇਸ਼ਨ ਵਿੱਚ ਰੈਜ਼ੀਡਿਊਰੀ ਪਾਵਰ ਕਿਹਨੂੰ ਦੇ ਦਿੱਤੀ ਹੈ ਤਾਂ ਗਵਰਨਰ ਜਨਰਲ ਨੂੰ ਦੇ ਦਿੱਤੀ ਹੈ। ਅੱਜ ਸਾਡੇ ਦੇਸ਼ ਦੇ ਵਿੱਚ ਰੈਜ਼ੀਡਿਊਰੀ ਪਾਵਰ ਕਿਹਦੇ ਕੋਲੇ ਹੈ, ਅੱਜ ਸਾਡੇ ਦੇਸ਼ ਦੇ ਵਿੱਚ ਰੈਜ਼ੀਡਿਊਰੀ ਪਾਵਰ ਹੈ ਜੀ ਕਿਹਦੇ ਦਾ ਆਰਟੀਕਲ ਕੀ ਹੈ 248। ਰੈਜ਼ੀਡਿਊਰੀ ਪਾਵਰ ਦਾ ਮਤਲਬ ਕੀ ਹੈ ਜਿਹੜੇ ਵਿਸ਼ੇ ਨਾ ਸੰਘ ਸੂਚਿਤ ਹੈ ਨਾ ਰਾਜ ਸੂਚਿਤ ਹੈ ਨਾ ਸੰਵਰਤੀ ਸੂਚਿਤ ਹੈ ਉਹਨਾਂ ਨੂੰ ਰੈਜ਼ੀਡਿਊਰੀ ਪਾਵਰ ਕਹਾ। ਅਗਲਾ ਪੁਆਇੰਟ ਹੈ ਸਟੂਡੈਂਟਸ ਭਾਰਤੀ ਵਿਧਾਨ ਸਭਾ ਨੂੰ ਪਹਿਲੀ ਵਾਰੀ ਦੋ ਸਦਨੀ ਆਪਾਂ ਸਾਰੇ ਜਾਣਦੇ ਹਾਂ ਇੰਡੀਅਨ ਲੈਜਿਸਲੇਟਿਵ ਕੌਂਸਲ। ਇੰਡੀਅਨ ਲੈਜਿਸਲੇਟਿਵ ਕੌਂਸਲ ਨੂੰ ਜਿਹੜਾ ਸੀਗਾ ਇੰਡੀਅਨ ਲੈਜਿਸਲੇਟਿਵ ਕੌਂਸਲ ਦੋ ਸਦਨੀ ਇਹ ਐਕਟ ਦੇ ਤਹਿਤ ਬਣਾਇਆ ਗਿਆ। ਲੋਅਰ ਹਾਊਸ ਤੇ ਅਪਰ ਹਾਊਸ ਆਪਾਂ ਹੁਣੇ ਨਹੀਂ ਪੜ੍ਹ ਕੇ ਹਟੇ ਤਾਂ ਇਹ ਚੀਜ਼ ਆਲਮੋਸਟ ਹੈ ਬਸ ਇਹਨੂੰ ਥੋੜਾ ਜਿਹਾ ਲੈਂਗੁਏਜ ਬਦਲ ਕੇ ਪਾਇਆ ਗਿਆ ਜੋ ਕਿ ਪੋਸੀਬਲ ਭਾਰਤੀ ਸਰਕਾਰ ਆਲਸੋ ਸੀ ਆਪਸ਼ਨ ਰਾਈਟ ਆਪਸ਼ਨ। ਅਗਲਾ ਪੁਆਇੰਟ ਹੈ ਲਓ ਜੀ ਅੱਛਾ ਮੈਚਿੰਗ ਵਾਲਾ ਪੁਆਇੰਟ ਤੈਨੂੰ ਜ਼ੂਮ ਕਰਨਾ ਪਊ। ਹਾਂਜੀ ਜ਼ੂਮ ਕਰੀਏ ਫਿਰ ਮੈਚਿੰਗ ਵਾਲੇ ਪੁਆਇੰਟ ਨੂੰ। ਇੱਕ ਮਿੰਟ ਰੁਕੋ ਇੱਕ ਮਿੰਟ। ਹਾਂਜੀ ਥੋੜਾ ਜਿਹਾ ਜ਼ੂਮ। ਲਓ ਜੀ ਸਭ ਤੋਂ ਪਹਿਲਾ ਪੁਆਇੰਟ ਕੀ ਹੈ ਭਾਰਤੀ ਕੌਂਸਲ ਐਕਟ ਮਾਊਂਟਬੈਟਨ ਯੋਜਨਾ ਸਾਈਮਨ ਕਮਿਸ਼ਨ ਦੀ ਰਿਪੋਰਟ ਵੋਟਿੰਗ ਚੈਮਸਫੋਰਡ ਸੁਧਾਰ ਪਾਰਲੀਮੈਂਟੋ ਸੁਧਾਰ। 1909 ਵਾਲਾ ਕਿਹੜਾ ਸੀ ਆਪਾਂ ਬਲੈਕ ਪੈਨ ਰੈੱਡ ਲੈ ਲਓ। 1909 ਵਾਲਾ ਕਿਹੜਾ ਸੀ ਪਾਰਲੇ 1919 ਵਾਲਾ ਕਿਹੜਾ ਸੀ ਵੋਟਿੰਗ ਚੈਮਸਫੋਰਡ ਸੁਧਾਰ।
ਭਾਰਤੀ ਸਰਕਾਰ ਐਕਟ 1935 ਕੀ ਲੈ ਕੇ ਆਇਆ? ਹਾਂਜੀ, 1947 ਵਾਲਾ ਕਿਹੜਾ ਸੀ? ਮਾਊਂਟਬੈਟਨ ਯੂਨੀਅਨ। 1935 ਵਾਲਾ ਐਕਟ ਕਿਹੜਾ ਸੀ? 1930 ਸਾਈਮਨ ਕਮਿਸ਼ਨ ਸਿਫਾਰਿਸ਼। ਤਾਂ ਮਤਲਬ ਇਹ ਤਾਂ ਚੀਜ਼ਾਂ ਇੰਨੀਆਂ ਆਸਾਨ ਨੇ, ਕਈ ਵਾਰੀ ਅਸੀਂ 4 ਆਪਸ਼ਨ ਵਾਲਾ ਸਵਾਲ ਦੇਖ ਕੇ ਕਨਫਿਊਜ਼ਨ ਆਲ ਨੋ ਕਿ ਕੀ ਚੀਜ਼ ਪੜ੍ਹੀਆਂ ਨੇ ਆਲ ਨੋ, ਠੀਕ ਹੈ। ਹਾਂਜੀ, ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਨਹਿਰੂ ਰਿਪੋਰਟ 1928 ਨੇ ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕਰਨ ਦੇ 1935 ਦਾ ਐਕਟ ਮੌਲਿਕ ਅਧਿਕਾਰਾਂ ਦਾ ਹਵਾਲਾ ਦਿੰਦਾ ਤਾਂ ਗਲਤ। ਅਗਸਤ ਤਾਂ ਫਿਰ 1940 ਮੌਲਿਕ ਅਧਿਕਾਰਾਂ ਦੀ ਪੇਸ਼ਕਸ਼। ਕ੍ਰਿਪਸ ਮਿਸ਼ਨ 1942 ਨੇ ਮੌਲਿਕ ਅਧਿਕਾਰਾਂ ਦਾ ਹਵਾਲਾ ਦਿੱਤਾ, ਬਿਲਕੁਲ। 1928 ਦੀ ਜਿਹੜੀ ਰਿਪੋਰਟ ਸੀ ਮੌਲਿਕ ਅਧਿਕਾਰਾਂ ਦਾ ਹਵਾਲਾ ਦਿੱਤਾ ਗਿਆ ਨਹਿਰੂ। ਫੰਡਾਮੈਂਟਲ ਰਾਈਟਸ ਨੇ ਸਹੀ ਚੀਜ਼ ਜੋੜੀ ਜਾਂਦੀ। ਅਗਲਾ ਪੁਆਇੰਟ, ਜਵਾਹਰ ਲਾਲ ਨਹਿਰੂ ਦਾ ਚਾਰਟਰ ਆਫ, ਇੱਕ ਐਕਟ ਆਇਆ ਚਾਰਟਰ ਆਫ ਸਲੇਵ, ਵਧੀਆ ਸੋਰਸ ਸਾਡੇ ਦੇਸ਼ ਦੇ ਵੱਡਾ ਸੋਰਸ ਦੈਟ ਇਜ਼ ਆਫ, ਯਾਦ ਹੈ, ਯਾਦ ਰੱਖ ਲਿਓ, ਪੇਪਰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ 2 ਤੋਂ 3 ਵਾਰੀ ਰਿਪੀਟ। ਹਾਂਜੀ, ਅਗਲਾ ਕੁਐਸਚਨ ਕੀ ਹੈ? ਭਾਰਤ ਦੀ ਸਥਾਪਨਾ ਕਿਸ ਐਕਟ ਦੇ ਤਹਿਤ ਹੋਈ? ਰੈਗੂਲੇਟਿੰਗ 1770 ਆਲ ਨੋ, ਕਲਕੱਤਾ 1774 1+3 ਕੰਬੀਨੇਸ਼ਨ ਫॉर ਅਲਾਈਜ਼ਾ ਵਾਸ ਦਾ ਚੀਫ ਜਸਟਿਸ ਆਫ ਇੰਡੀਆ। ਇਹ ਤਾਂ ਮੈਨੂੰ ਲੱਗਦਾ ਸਾਰੀ ਉਮਰ ਹੈ ਨਾ। ਅਗਲਾ ਕੁਐਸਚਨ, ਲਓ ਜੀ, ਕੁਐਸਚਨ ਡਨ। ਸੋ ਇਹ ਸੀ ਅੱਜ ਆਪਣੇ ਚੈਪਟਰ ਦੇ ਐਮਸੀਕਿਊ। ਕੱਲ ਨੂੰ ਹੋਊਗਾ ਤੁਹਾਡਾ ਸੰਡੇ ਹੋਊਗਾ ਤੁਹਾਡਾ ਟੈਸਟ, ਤੇ ਸੈਟਰਡੇ ਅਪਲੋਡ ਕਰ ਦਾਂਗੇ। ਬਾਕੀ ਮੈਂ ਜਾਣਕਾਰੀ ਤੋਂ ਸ਼ੁਕਰੀਆ ਜੀ। ਸੁਣ ਕੁਐਸਚਨ ਜਾਂ ਫਿਰ ਸੁਣ ਤਾਂ ਆਪਾਂ ਇਸ ਤੇ ਟੈਸਟ ਦੇਣਾ, ਔਰ ਮੈਂ ਹਰ ਬੱਚੇ ਦੇ ਖੁਦ ਸਕੋਰਸ ਚੈੱਕ ਕਰੂੰਗੀ, ਔਰ ਜਿਹਦੇ ਸਕੋਰਸ ਨਾ ਬਣੇ ਮਿਲਦੇ ਹਾਂ ਆਪਾਂ ਫਿਰ ਕੱਲ ਨੂੰ ਸੇਮ ਟਾਈਮ। ਸ਼ੁਕਰੀਆ।